ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਸੋ ਅੱਜ ਅਸੀਂ ਕਲਾਸ 11th ਦਾ ਚੈਪਟਰ ਫਸਟ ਜਿਸ ਦਾ ਨਾਮ ਹੈ ਸੈਟਸ ਉਹ ਅਸੀਂ ਕਰਾਂਗੇ। ਅਸੀਂ ਉਹਦਾ ਇੰਟਰੋਡਕਸ਼ਨ ਪਾਰਟ ਕਰਾਂਗੇ। ਸੋ ਇੰਟਰੋਡਕਸ਼ਨ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸੈਟਸ ਦੀ ਆਉਂਦੀ ਹੈ ਡੈਫੀਨੇਸ਼ਨ। ਸੋ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਡੈਫੀਨੇਸ਼ਨ ਆਫ ਸੈਟ। ਡੈਫੀਨੇਸ਼ਨ ਆਫ ਸੈਟ। ਸੈਟ ਹੁੰਦਾ ਕੀ ਹੈ? ਸੋ ਸੈਟ ਦੀ ਜਿਹੜੀ ਡੈਫੀਨੇਸ਼ਨ ਆ ਪ੍ਰੋਪਰ ਅਸੀਂ ਉਹ ਲਿਖਾਂਗੇ ਕਿ ਕੀ ਹੁੰਦੀ ਹੈ। ਅ ਸੈਟ ਇਜ਼ a collection of well defined and different objects ਸੋ ਇਹ ਸਾਡੇ ਕੋਲ ਡੈਫੀਨੇਸ਼ਨ ਬਣਦੀ ਹੈ ਸੈਟਸ ਦੀ, ਜਿਹਦੇ ਵਿੱਚੋਂ ਦੋ ਵਰਡ ਸਾਡੇ ਕੋਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਇੱਕ ਸਾਡੇ ਕੋਲ ਹੈ ਵੈਲ ਡਿਫਾਈਨਡ ਤੇ ਦੂਜਾ ਹੈ ਡਿਫਰੈਂਟ। ਡਿਫਰੈਂਟ ਦਾ ਮਤਲਬ ਹੁੰਦਾ ਹੈ ਵੱਖ-ਵੱਖ, ਵੱਖਰੇ ਆਬਜੈਕਟਸ ਜਿਹੜੇ ਹੁੰਦੇ ਆ ਉਹ ਅਸੀਂ ਤੁਹਾਨੂੰ ਜਿਵੇਂ ਕਿ ਦੱਸਦਾ ਹੁਣੇ ਕਲੈਕਸ਼ਨ। ਸੋ ਸਭ ਤੋਂ ਪਹਿਲਾਂ ਆ ਰਹੀ ਹੈ ਕਲੈਕਸ਼ਨ। ਕਹਿੰਦਾ ਸੈੱਟ ਕੀ ਹੁੰਦਾ? ਇੱਕ ਕਲੈਕਸ਼ਨ ਹੁੰਦੀ ਹੈ। ਜੋ ਮੈਂ ਥੋੜਾ ਐਲੈਬੋਰੇਟ ਕਰਕੇ ਤੁਹਾਨੂੰ ਸਮਝਾਵਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਲੈਕਸ਼ਨ ਕੀ ਹੋ ਸਕਦੀ ਹੈ। ਸੋ ਕਲੈਕਸ਼ਨ ਬਹੁਤ ਤਰ੍ਹਾਂ ਦੀ ਹੋ ਸਕਦੀ। ਮੈਂ ਇੱਥੇ ਇੱਕ ਕਲੈਕਸ਼ਨ ਲੈ ਲੈਣਾ। ਸਪੋਜ਼ ਕਰੋ ਕਿ ਇੱਥੇ ਜੋ ਕਲੈਕਸ਼ਨ ਹੈ ਉਹ ਹੈ names of students of class 11th। ਸੋ ਪਹਿਲੀ ਕਲੈਕਸ਼ਨ ਅਸੀਂ ਲੈ ਲਈ ਆ ਕਿ name of students of class 11th। ਦੇਖੋ ਇਹ ਇੱਕ ਕਲੈਕਸ਼ਨ ਆ, ਇਹਦੇ ਵਿੱਚ ਇਕੱਠਾ ਕੀਤਾ ਹੋਇਆ ਕੁਝ ਅਸੀਂ। ਉਸ ਤੋਂ ਬਾਅਦ ਕੋਈ ਹੋਰ ਕਲੈਕਸ਼ਨ ਲਈਏ ਤਾਂ ਅਸੀਂ ਸਪੋਜ਼ ਕਰੋ ਮੈਂ ਲੈ ਲੈਣਾ ਕਿ names of ਨੰਬਰ ਆਫ ਨਹੀਂ ਲਵਾਂਗੇ ਅਸੀਂ, ਕੋਈ ਹੋਰ ਕਲੈਕਸ਼ਨ ਲੈ ਲੈਣੇ ਜਿਹੜੀ ਥੋੜੀ ਜਿਹੀ ਤੁਹਾਡੇ ਨਾਲ ਰਿਲੇਟ ਕਰਦੀ ਹੋਵੇ। ਆਈ ਥਿੰਕ ਜੇ ਸਿੰਪਲੀ ਅਸੀਂ ਲਈਏ ਤਾਂ ਅਸੀਂ ਲੈ ਲਾਂਗੇ ਡੇਜ਼ ਆਫ ਵੀਕ। ਕਲੈਕਸ਼ਨ ਆਫ ਡੇਜ਼ ਆਫ ਵੀਕ। ਠੀਕ ਹੈ, ਇੱਕ ਕਲੈਕਸ਼ਨ ਲੈ ਲਈ ਅਸੀਂ। ਠੀਕ ਹੈ, ਇਸ ਤਰੀਕੇ ਨਾਲ ਅਸੀਂ ਬਹੁਤ ਸਾਰੀਆਂ ਕਲੈਕਸ਼ਨਸ ਲੈ ਸਕਦੇ ਹਾਂ। ਮੈਂ ਥਰਡ ਇੱਕ ਹੋਰ ਲੈ ਲੈਣਾ, ਜਿਵੇਂ ਕਿ ਅਸੀਂ ਲੈ ਲੈਂਦੇ ਹਾਂ ਕਿ names of dangerous animals in India। ਵਰਲਡ ਵੀ ਲਿਖ ਸਕਦੇ ਹਾਂ ਬਟ ਮੈਂ ਇੱਥੇ ਇੰਡੀਆ ਹੀ ਲਿਖਦਾ ਵਾਂ। ਸੋ ਅਸੀਂ ਦੇਖਾਂਗੇ ਕਿ ਕਿਹੜੀ ਕਲੈਕਸ਼ਨ ਆਹ ਦੋ ਚੀਜ਼ਾਂ ਨੂੰ ਸੈਟੀਸਫਾਈ ਕਰਦੀ ਹੈ। ਇੱਕ ਤਾਂ ਵੈਲ ਡਿਫਾਈਨਡ, ਇੱਕ ਡਿਫਰੈਂਟ। ਦੇਖੋ ਕਲੈਕਸ਼ਨ ਕੋਈ ਵੀ ਹੋ ਸਕਦੀ ਆ, ਤੁਸੀਂ ਕੋਈ ਵੀ ਕੁਝ ਚੀਜ਼ਾਂ ਇਕੱਠੀਆਂ ਕਰ ਲਓਗੇ ਉਹ ਕਲੈਕਸ਼ਨ ਬਣ ਜੇਗੀ। ਬਟ ਨੇਮਸ ਆਫ ਦਾ ਸਟੂਡੈਂਟਸ ਆਫ ਕਲਾਸ 11th, ਦਿਸ ਕਲੈਕਸ਼ਨ ਜਿਹੜੀ ਆ ਇਹ ਡਿਫਰੈਂਟ। ਇਹ ਵੈਲ ਡਿਫਾਈਨਡ ਤਾਂ ਹੈ, ਇਹ ਵੈਲ ਡਿਫਾਈਨਡ ਜਿਹੜਾ ਵਾ ਇਹ ਵੈਲ ਡਿਫਾਈਨਡ ਨੂੰ ਟਿਕ ਕਰਦੀ ਆ, ਕਿਉਂਕਿ ਸਾਨੂੰ ਪਤਾ ਵਾ ਕਿ ਸਾਡੀ ਕਲਾਸ ਦੇ ਵਿੱਚ, ਜਿਵੇਂ ਤੁਸੀਂ ਹੁਣ ਕਲਾਸ 11th ਦੇ ਵਿੱਚ ਹੈਗੇ ਆ, ਤੁਹਾਡੇ ਕੋਲ ਤੁਹਾਡੀ ਕਲਾਸ ਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਹੋਣਗੇ ਉਹ ਸਾਰੇ ਵੈਲ ਡਿਫਾਈਨਡ ਆ। ਵੈਲ ਡਿਫਾਈਨਡ ਮਤਲਬ ਉਹਨਾਂ ਦੀ ਹੋਂਦ ਦੁਨੀਆ ਤੇ ਹੈਗੀ ਆ, ਉਹ ਮੌਜੂਦ ਹੈਗੇ ਆ। ਮਤਲਬ ਉਹਨਾਂ ਨੂੰ ਅਸੀਂ ਫਿਜ਼ੀਕਲੀ ਜਾਂ ਮਤਲਬ ਉਹਨਾਂ ਨੂੰ ਫੀਲ ਅਸੀਂ ਕਰ ਸਕਦੇ ਆ, ਉਹ ਹੈ ਸਾਡੇ ਕੋਲ। ਠੀਕ ਹੈ, ਸੋ ਬਟ ਇਹ ਜਿਹੜੀ ਕਲੈਕਸ਼ਨ ਆ ਇਹ ਡਿਫਰੈਂਟ ਨਹੀਂ ਹੈਗੀ। ਮਤਲਬ ਜ਼ਰੂਰੀ ਨਹੀਂ, ਹੋ ਵੀ ਸਕਦੀ ਹੈ ਨਹੀਂ ਵੀ। ਸੋ ਜਿਵੇਂ ਕਿ ਨੇਮਸ ਜਿਹੜੇ ਆ ਕਿਸੇ ਦੋ ਸਟੂਡੈਂਟਸ ਦੇ ਸੇਮ ਹੋ ਸਕਦੇ ਆ, ਪਰ ਸੈੱਟ ਕੀ ਕਹਿੰਦਾ ਵਾ? ਕਿਹੜੀ ਕਲੈਕਸ਼ਨ ਨੇ ਸੈੱਟ ਬਣਨਾ ਵਾ? ਜਿਹੜੀ ਵੈਲ ਡਿਫਾਈਨਡ ਹੋਵੇ ਤੇ ਡਿਫਰੈਂਟ ਆਬਜੈਕਟਸ ਦੀ ਹੋਵੇ। ਜਿਵੇਂ ਸਾਡੇ ਕੋਲ ਜਿਹੜੇ ਨੇਮਸ ਹੋ ਜਾਣੇ ਆ ਆਬਜੈਕਟ ਹੋ ਜਾਣੇ ਆ, ਇਹ ਜਿਹੜੇ ਆ ਵੈਲ ਡਿਫਾਈਨਡ ਵਾ। ਡਿਫਰੈਂਟ ਇਹ ਹੋ ਵੀ ਸਕਦੇ ਆ ਤੇ ਨਹੀਂ ਵੀ ਹੋ ਸਕਦੇ ਆ। ਜੇ ਤਾਂ ਤੁਹਾਡੀ ਕਲਾਸ ਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਦੇਖੋ, ਜੇ ਤਾਂ ਕਿਸੇ ਦਾ ਨਾਮ ਵੀ ਸੇਮ ਨਹੀਂ ਹੈਗਾ, ਮੰਨ ਲਓ ਦੋ ਜਣਿਆਂ ਦਾ ਨਾਮ ਸੇਮ ਹੋਵੇ, ਇੱਕ ਦਾ ਨਾਮ ਸਿਮਰਨ ਹੋਵੇ, ਦੂਜੇ ਦਾ ਨਾਮ ਵੀ ਸਿਮਰਨ ਹੋਵੇ, ਤਾਂ ਅਸੀਂ ਕਵਾਂਗੇ ਕਿ ਇਹ ਜਿਹੜੀ ਕਲੈਕਸ਼ਨ ਆ ਉਹ ਸੈੱਟ ਨਹੀਂ ਹੈਗੀ। ਜੇ ਤਾਂ ਸਾਰੇ ਵੱਖਰੇ ਆ ਫਿਰ ਇਹ ਕਲੈਕਸ਼ਨ ਹੋ ਜਾਏਗੀ। ਕਲੀਅਰ? ਉਸ ਤੋਂ ਬਾਅਦ ਡੇਜ਼ ਐਂਡ ਵੀਕ, ਅਸੀਂ ਇੱਥੇ ਆਵਾਂਗੇ। ਦੇਖੋ ਡੇਜ਼ ਆਫ ਵੀਕ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਹੁੰਦੇ ਆ ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਇਹ ਸਾਰੇ ਡੇਜ਼ ਆਫ ਵੀਕ ਹੁੰਦੇ ਆ। ਇਹ ਵੈਲ ਡਿਫਾਈਨਡ ਹੈਗੇ ਆ।
मतलब सानू पता वा कि दुनिया दे विच इन्हां दी होंद हैगी आ। उस तो बाद वैल डिफाइंड तो ओके हो गया, डिफरेंट भी ये दोने हैगे आ, ठीक है। क्योंकि संडे मंडे ट्यूसडे सानू पता वा कि 7 डेज होंदे आ वीक दे, एक संडे मंडे ट्यूसडे वैडनसडे थर्सडे फ्राइडे सैटरडे एंड संडे मैं पहले ही बोल चुका। सो ये जिहड़े ऑबजैक्ट्स वा, जिवें तुसीं जाणदे ऑबजैक्ट्स, ये ऑबजैक्ट्स जिहड़े जिवें संडे हो जाना वा, मंडे हो जाना वा, ट्यूसडे हो जाना, वैडनसडे हो जाने, सारे जिहड़े इहदे ऑबजैक्ट्स हो जाएंगे। सो ये वैल डिफाइंड भी हो गया, सो डिफरेंट भी हो गया। उस तो बाद मैं देखो नेम्स ऑफ द डेंजरस एनिमल्स इन इंडिया। इंडिया की बजाय ज़्यादा बेटर तुहानू समझ आ जाएगा जो मैं वर्ल्ड की गल करा। सो मैं इत्थे वर्ल्ड लिख दिना। देखो मैं इत्थे किसी एक परसन को कहना वा कि तू ना अपने हिसाब नाल, मान लो तुसीं स्टूडेंट्स बैठे हैं क्लास दे विच, मैं तुहानू कहना कि तुसीं कलैक्शन करो डेंजरस एनीमल्स की। मान लो एक परसन, एक स्टूडेंट आहा वा, सैकेंड स्टूडेंट आहा वा, मान लो दो स्टूडेंट्स को कहता, मान लो इन्हें लिखता कि डेंजरस एनीमल स्नेक वा, इन्हें भी लिखता स्नेक आ। दूसरी गल की पता पहले स्टूडेंट के घरे डॉग होवे ते वो डॉग तो ना डरदा होवे, दूजा स्टूडेंट जिहड़ा वा वो डॉग तो बहुत ज़्यादा डरदा होवे। सो उन्हें कहना ये एक डेंजरस एनीमल आ, ठीक है। सो ये कोई होर लिख देगा इहदी जगह ते, शायद सपोज करो कि ये कैट तो डरदा होवे, बट इहदे घरे कैट होवे सैकेंड स्टूडेंट के घरे, सो ये कैट तो नहीं डरदा होएगा। सो जिहड़ा डेंजरस एनीमल्स है ना, सो इस तरीके नाल कलैक्शन करेगा, होर कुछ ना कुछ एनीमल्स की गल कर लेगा। जिवें मैं नॉर्मली गल करदा हुंदा कि मैं खुद जिहड़ा वा स्नेक तो बहुत डरदा वां, बट समटाइम असीं कुछ वर्ल्ड दे विच प्लेसिस देखते हैं कि वो स्नेक्स तो डरदे ही नहीं हैगे, वो तो स्नेक्स नूं खा लैंदे आ। सो जिहड़ा डेंजरस वर्ड वा ना, ये वैल डिफाइंड नहीं हैगा। मतलब ये जिहड़ा वा ये वैल डिफाइंड नहीं है। वैल डिफाइंड मतलब असीं कोई मशीन नहीं बना ली कि ये डेंजरस वा, ये सिर्फ परसन टू परसन वेरी करदा वा। मतलब एक इंसान तो दूजे इंसान तक ये वेरी करदा वा कि उन्होंने वो एनीमल डेंजरस लगता वा कि नहीं लगता, ठीक है। सो ये वैल डिफाइंड नहीं हैगा। सो दिस कलैक्शन जी इट इज़ नॉट ए सेट, ठीक है। डिफरेंट हो सकते हैं। देखो जो स्नेक, सारे जानवरों के नाम सानू पता वा डिफरेंट होंगे आ। मतलब किसी का नाम स्नेक, किसी का नाम टाइगर, किसी का नाम लॉयन, किसी का नाम कैट, सो सारे डिफरेंट होंगे आ। बट ये वैल डिफाइंड नहीं है, क्योंकि डेंजरसनैस जी आ वो साडे डर तो बनती आ। साडे लिए कोई इदां दी पर्टिकुलर मशीन नहीं हैगी कि ये डेंजरस आ। जिवें इदां ही असीं होर कलैक्शन लै सकते हैं। तुहानूं कोई कहे कि हाँ जी दुनिया का बेस्ट बैट्समैन लैके आओ, नॉर्मली सारे बच्चे कहेंगे कि सचिन सब तो वधिया खेडदा या कोई, बट मैं कहना कि मान लो कल नूं मैच आ, सचिन जे असीं बेस्ट उन्होंने कहता, मान लो वो बहुत बेस्ट बैट्समैन आ, कल नूं शायद वो 0 ते आउट हो जाए। सो जिहड़ी बेस्टनैस वा या इंटैलीजेंसी आ, सो इदां दीयां चीज़ां वैल डिफाइंड नहीं हैगियां, ये परसन टू परसन वेरी करदियां। सो जिहड़ी ये कलैक्शन हो गई, दिस इज़ नॉट ए सैट। बाकी मैं एग्जाम्पल्स भी दूंगा। उस तो बाद ਤੁਸੀਂ ਦੇਖੋਗੇ ਜਿਹੜੀ ਆਹ ਕਲੈਕਸ਼ਨ ਸੀਗੀ ਇਹ ਵੈਲ ਡਿਫਾਈਂਡ ਹੋ ਜਾਂਦੀ ਸੀਗੀ ਜੇ ਤੁਹਾਡੀ ਕਲਾਸ ਦੇ ਵਿੱਚ ਜਿਹੜੇ ਆ ਸਟੂਡੈਂਟਸ ਡਿਫਰੈਂਟ ਨਾਮ ਦੇ ਹੋਣਗੇ ਤਾਂ ਇਹ ਵੀ ਸੈੱਟ ਬਣ ਜਾਏਗੀ, ਠੀਕ ਹੈ। ਸੋ ਜ਼ਿਆਦਾਤਰ ਨੇਮ ਤਕਰੀਬਨ ਦੋ ਸੇਮ ਹੁੰਦੇ ਹੀ ਆ, ਸੋ ਮੈਂ ਇਹਨੂੰ ਨੋਟ ਏ ਸੈੱਟ ਕਹੂੰਗਾ, ਕਲੀਅਰ। ਸੋ ਉਸ ਤੋਂ ਬਾਅਦ ਜਿਹੜਾ ਡੇਜ਼ ਆਫ ਵੀਕ ਆ, ਦਿਸ ਇਜ਼ ਅ ਕਲੈਕਸ਼ਨ ਆਫ ਵੈਲ ਡਿਫਾਈਂਡ, मतलब संडे मंडे ट्यूसडे वैडनस ये सब वैल डिफाइंड आ, ते सारे नाम वक्रे भी आ, किसी दो दिनों के नाम सेम नहीं हैगे। मैं मान लो ये कहना कि इंडिया दे विच अज जिहड़ा भी डेज हैगा वा वो मान लो अज ट्यूसडे आ, कैनेडा दे विच असीं कह दईए कि अज ट्यूसडे नहीं हैगा, ठीक है। वो टाइम का थोड़ा बहुता चेंज हो सकता, बट ट्यूसडे नूं ट्यूसडे ही कहा जाता वा, ये नहीं कि किसी देश दे विच ट्यूसडे नूं वैडनसडे कहंदे होवांगे। सो ये डिफरेंट आ, वैल डिफाइंड आ। सो इस सैट दे विच जिहड़ी कलैक्शन होया करेगी वो वैल डिफाइंड होया करेगी ते डिफरेंट ऑबजैक्ट्स की होया करेगी। उस तो नैक्सट असीं देखते हैं। सो मैं ये रब कर दिना इत्थे, ये साडे कोल इस तरीके नाल असीं इहदियां एग्जाम्पल्स लिखांगे। नोटबुक जिहड़े भी बच्चों ने बनाउणी होगी प्रॉपरली वो किन्ना लिखणगे। सो आ 3 वर्ड इंपॉर्टेंट, आ 2 वर्ड ज़्यादा इंपॉर्टेंट आ, वैल डिफाइंड ते डिफरेंट, ठीक है। सो जे मैं यदि एग्जाम्पल लवां इस तो बाद कि साडे कोल एग्जाम्पल आएगी कि मैं कह दूंगा द सैट ऑफ, जिवें कि आपां लिखिया सी सैट ऑफ डेज ऑफ वीक।
सो एक कलैक्शन आ, कलैक्शन कितनी आ इस डेज ऑफ वीक दे, इस कलैक्शन दे विच 7 ऑब्जेक्ट आउंदे आ। 7 ऑब्जेक्ट किहड़े किहड़े आउंदे, देखो ऑब्जेक्ट लिखिया ना, ये 7 ऑब्जेक्ट किहड़े किहड़े आउंदे, एक संडे आ जांदा वा, एक मंडे आ जांदा वा, इदां ही ट्यूसडे आ जांदा वा, वैडनसडे आ जांदा वा, थर्सडे आ जांदा वा, फ्राइडे आ जांदा वा ते सैटरडे आ जांदा। 7 ऑब्जेक्ट्स 1 2 3 4 5 6 7, ये 7 ऑब्जेक्ट इस कलैक्शन च आ जांदे आ, ਜਿਹੜੇ कि वैल डिफाइंड भी आ, ठीक है, वैल डिफाइंड भी आ एंड सारे डिफरेंट भी आ। क्लीयर। सो इस करके मैं इन्हों सैट कह दूंगा। उस तो नैक्सट साडे कोल सैकेंड जो असी एग्जाम्पल लिख सकते हैं, हुण तुहानूं क्लीयरली समझ आ जाएगा। मैं लिख दूंगा सैट ऑफ ऑल स्टेट्स, द सैट ऑफ ऑल स्टेट्स इन इंडिया, स्टेट्स ऑफ इंडिया, ठीक है। जिन्नियां भी स्टेट्स पैंदियां वा, स्टेट्स नूं पंजाबी दे विच राज कह दिंदे आ, जिवें असी पंजाब नूं कहने आ, असी हिमाचल प्रदेश नूं कहने आ, ये सारे राज वा, ठीक है। सो ये सारे डिफरेंट डिफरेंट आ ते पता वा इंडिया दे विच हैगे आ। सो जिहड़ी ये कलैक्शन बनूगी ये वैल डिफाइंड भी होएगी ते डिफरेंट ऑब्जेक्ट्स दी भी होएगी। क्लीयर। सो ये साडे कोल इस तरीके नाल। उस तो नैक्सट थर्ड मैं सही सही एग्जाम्पल ही लिखूंगा इत्थे। उस तो बाद मैं लिख सकदा सैट ऑफ द सैट ऑफ नैचुरल नंबरस, नैचुरल नंबरस। सो नैचुरल नंबरस तुसीं पढ़िया होया वा, नैचुरल नंबरस किहड़े हुंदे आ, जिन्हां नूं असीं एन नाल डिनोट करदे आ ते इन्हां विच 1 2 3 4 5 6 7 8 ये सारे नंबर आ जांदे आ। ਜਿਹੜੇ ਪੰਜਾਬੀ ਚ ਪੜ੍ਹਦੇ ਸੀਗੇ ਪਹਿਲਾਂ 10th ਕਲਾਸ ਦੇ ਵਿੱਚ, ਉਹਨਾਂ ਨੂੰ ਮੈਂ ਦੱਸ ਦਵਾਂ ਇਹਦਾ ਨਾਮ ਹੁੰਦਾ ਵਾ ਪ੍ਰਾਕਿਰਤਿਕ ਸੰਖਿਆਵਾਂ, ਪ੍ਰਾਕਿਰਤਿਕ ਸੰਖਿਆਵਾਂ ਜਾਂ ਕੁਦਰਤੀ ਸੰਖਿਆਵਾਂ ਅਸੀਂ ਇਹਨੂੰ ਕਹਿੰਦੇ ਸੀਗੇ। ਸੋ ਸੈਟ ਆਫ ਨੈਚੁਰਲ ਨੰਬਰ ਸਾਨੂੰ ਪਤਾ ਵਾ 1 ਹੁੰਦਾ ਵਾ, 2 ਹੁੰਦਾ ਵਾ, 3 ਹੁੰਦਾ ਵਾ, 4 ਹੁੰਦਾ, 5 6 7 8, ਇਹ ਸਭ ਵੈਲ ਡਿਫਾਈਨਡ ਆ, ਇਹ ਸਭ ਵੈਲ ਡਿਫਾਈਨਡ ਆ ਤੇ ਸਾਰੇ ਵੱਖਰੇ ਵੱਖਰੇ ਆ। ਇਹ ਨਹੀਂ ਕਿ ਜੇ ਇੱਥੇ ਇੱਕ ਵਾ ਕਿਸੇ ਚੀਜ਼, ਕਿਸੇ 1 ਰੁਪਈਏ ਨੂੰ ਅਸੀਂ 1 ਰੁਪਈਆ ਕਹਿੰਦੇ ਆ ਜਾਂ ਕੋਈ ਇੱਕ ਕਾਊਂਟਿੰਗ ਚ 1 ਕਹਿੰਦੇ ਆ, ਕਿਸੇ ਹੋਰ ਦੇਸ਼ ਦੇ ਵਿੱਚ ਉਹਨੂੰ 2 ਕਹਿੰਦੇ ਹੋਣਗੇ, ਇਦਾਂ ਨਹੀਂ ਹੈਗਾ। ਸੋ ਇਹ ਵੈਲ ਡਿਫਾਈਨਡ ਆ, ਪਰਟੀਕੂਲਰ ਆ। ਸੋ ਇੰਨੀਆਂ ਕਿ ਐਗਜ਼ਾਮਪਲਾਂ ਬਹੁਤ ਆ। ਸੋ ਅਸੀਂ ਹੋਰ ਵੀ ਲਿਖ ਸਕਦੇ ਐਗਜ਼ਾਮਪਲਸ ਜੇ ਲਿਖਣੀਆਂ ਹੋਣ। ਜੇ ਆਪਾਂ ਇੱਕ ਲਿਖੀਏ ਤਾਂ ਈਜ਼ੀਲੀ ਅਸੀਂ ਲਿਖ ਸਕਦੇ ਹਾਂ ਫੋਰਥ, ਜਿਹੜੀ ਥੋੜੀ ਜਿਹੀ ਕਰੀਬ ਹੀ ਆ ਇਹਦੇ, ਦ ਸੈਟ ਆਫ all months of the year। सो जनवरी फरवरी मार्च अप्रैल सारे ਜਿਹੜੇ 12 ਸਾਡੇ ਕੋਲ ਕਲੈਕਸ਼ਨ ਆ, ਇਹ ਇੱਕ 12 ਮੰਥਸ ਦੀ ਕਲੈਕਸ਼ਨ ਆ ਜਿਹੜੀ ਵੈਲ ਡਿਫਾਈਨਡ ਆ। ਸਾਰੀ ਦੁਨੀਆ ਨੂੰ ਪਤਾ ਵਾ ਕਿ ਜਨਵਰੀ ਫੈਬਰਰੀ ਮਾਰਚ ਅਪ੍ਰੈਲ ਮਈ ਜੂਨ ਇਹ ਸਾਰੇ ਵੈਲ ਡਿਫਾਈਨਡ ਆ ਐਂਡ ਡਿਫਰੈਂਟ ਆ। ਸੋ ਇਹ ਸਾਡੇ ਕੋਲ ਇੱਥੇ ਸੈੱਟ ਜਿਹੜਾ ਵਾ ਕੰਪਲੀਟ ਹੋ ਜਾਂਦਾ ਵਾ। ਦੇਖੋ ਕਲੈਕਸ਼ਨ, ਕਲੈਕਸ਼ਨ ਕਿਸੇ ਚੀਜ਼ ਦੀ ਇਕੱਠਾ ਹੁੰਦਾ ਵਾ, ਮਤਲਬ ਜੇ ਅਸੀਂ ਕਲੈਕਸ਼ਨ ਦੀ ਗੱਲ ਕਰੀਏ ਤਾਂ ਕਲੈਕਸ਼ਨ ਹੁੰਦਾ ਕਿਸੇ ਚੀਜ਼ ਨੂੰ ਇਕੱਠਾ ਕਰਕੇ ਰੱਖਣਾ। ਮੈਂ ਸਪੋਰਟਸ ਦੇ ਚਿਲਡਰਨ ਜਿੰਨੇ ਵੀ ਸਾਡੇ ਸਕੂਲ ਦੇ ਵਿੱਚ ਸਪੋਰਟਸ ਇਵੈਂਟ ਦੇ ਵਿੱਚ ਪਾਰਟੀਸਪੇਟ ਕਰਦੇ ਆ, ਤਾਂ ਮੈਂ ਉਹਨਾਂ ਬੱਚਿਆਂ ਨੂੰ ਕਲੈਕਟ ਕਰਕੇ, ਮਤਲਬ ਕਲੈਕਟ ਤਾਂ ਨਹੀਂ ਕਰ ਸਕਦਾ ਮੈਂ, ਕਿਸੇ ਇੱਕ ਜਗ੍ਹਾ ਤੇ ਖੜਾ ਕਰ ਦੂੰਗਾ ਤੇ ਉਹ ਕਲੈਕਸ਼ਨ ਹੋ ਜਾਏਗੀ ਸਪੋਰਟਸ ਪਾਰਟੀਸਪੇਟਿੰਗ ਸਟੂਡੈਂਟਸ ਦੀ। ਸੋ ਉਹ ਵੈਲ ਡਿਫਾਈਨਡ ਹੋਣਗੇ ਕਿਉਂਕਿ ਉਹ ਪਰਸਨ ਵਾ, ਸਾਰੇ ਇੰਡੀਵਿਜੂਅਲੀ ਵੱਖਰੇ ਵੱਖਰੇ ਆ, ਠੀਕ ਹੈ। ਉਹ ਵੈਲ ਡਿਫਾਈਨਡ ਵੀ ਆ ਕਿ ਉਹਨਾਂ ਦਾ ਕੋਈ ਪਰਟੀਕੂਲਰ ਆਇਡੈਂਟੀਟੀ ਹੋਏਗੀ, ਜਿਵੇਂ ਆਧਾਰ ਕਾਰਡ ਬਣਿਆ ਵਾ, ਉਹ ਵਿਜ਼ੂਅਲੀ ਜਾਂ ਪ੍ਰੈਕਟੀਕਲੀ ਅਸੀਂ ਉਹਨਾਂ ਨੂੰ ਦੇਖ ਸਕਦੇ ਹਾਂ। ਸੋ ਆਈ ਥਿੰਕ ਸੈੱਟ ਦਾ ਕੰਸੈਪਟ ਤੁਹਾਨੂੰ ਸਮਝ ਆਇਆ ਹੋਏਗਾ। ਉਸ ਤੋਂ ਬਾਅਦ ਸੈੱਟਸ ਨੂੰ ਅਸੀਂ ਨਾਮ ਦਿੰਦੇ ਆ, ਉਹਦਾ ਨਾਮ ਅਸੀਂ ਰੱਖਦੇ, ਇੱਥੇ ਲਿਖਦੇ ਹਾਂ ਕਿ ਸੈੱਟ ਦੀ ਨੋਟੇਸ਼ਨ ਕੀ ਹੈ। ਕਿਸੇ ਵੀ ਚੀਜ਼ ਦਾ ਅਸੀਂ ਨਾਮ ਰੱਖਦੇ ਹਾਂ। ਸੋ ਦੇਖੋ ਧਿਆਨ ਨਾਲ, ਸਿੰਪਲੀ ਸਮਝਾਉਂਗਾ ਮੈਂ ਕਿ ਸੈੱਟਸ ਆਰ ਜਨਰਲੀ ਅਸੀਂ ਕਹਿ ਸਕਦੇ ਇੱਥੇ denoted by capital letters। एक कैपिटल ਲੈਟਰਸ ਨਾਲ ਅਸੀਂ ਇਹਨੂੰ ਨਾਮ ਪਾਉਨੇ ਇਹਨਾਂ ਦਾ A B C D ਐਂਡ ਐਟਸੈਟਰਾ, ਮਤਲਬ ਇਸੇ ਤਰੀਕੇ ਨਾਲ ਚੱਲੇ ਜਾਣਗੇ। ਮਤਲਬ ਮੈਂ ਜੇ ਮੰਨ ਲਓ ਸੈਟ ਆਫ ਡੇਜ਼ ਆਫ ਵੀਕ ਦਾ ਨਾਮ ਪਾਉਣਾ ਵਾ, ਸਪੋਜ਼ ਕਰੋ ਮੈਂ ਇੱਥੇ ਲੈਟ ਕਰ ਲੈਣਾ, ਇੱਥੇ ਮੈਂ ਕਹੂੰਗਾ A ਕੀ ਆ, ਸੈਟ ਆਫ ਡੇਜ਼ ਆਫ ਵੀਕ, ठीक है। सो ਇਹਦਾ मतलब A ਦੇ ਵਿੱਚ ਇੱਕ ਕਲੈਕਸ਼ਨ ਆ ਜਾਣੀ ਆ, ਕਿਹੜੀ ਕਿਹੜੀ ਆ ਜਾਏਗੀ, ਇੱਕ ਸੰਡੇ ਆ ਜਾਊਗਾ, ਇੱਕ ਮੰਡੇ ਆ ਜਾਏਗਾ,
उस तो बाद ट्यूसडे आ जाएगा, ठीक है, फिर वेडनेसडे आ जाएगा, थर्सडे आ जाएगा, उस तो बाद फ्राइडे आ जाएगा एंड सैटरडे आ जाएगा, ठीक है। सो ए ਦੇ ਵਿੱਚ ਸਾਡੇ ਕੋਲ ਕਲੈਕਸ਼ਨ ਆ ਜਾਣੀ ਹੈ। ਵੈਸੇ ਅਸੀਂ ਇਹਨਾਂ ਨੂੰ ਜਨਰਲੀ ਕਰਲੀ ਬ੍ਰੈਕਟ ਦੇ ਵਿੱਚ ਪਾਉਂਦੇ ਆ, ਉਹ ਮੈਂ ਤੁਹਾਨੂੰ ਅੱਗੇ ਦੱਸੂਗਾ। ਸੋ ਜਿਹੜੇ ਆ ਐਲੀਮੈਂਟਸ ਹੁੰਦੇ ਨਾ ਇਹਦੇ ਵਿੱਚ, ਆ ਮੰਡੇ ਆ, ਇਹ ਇਹਦਾ ਆਬਜੈਕਟ ਵਾ, ਇਹ ਵੀ ਆਬਜੈਕਟ ਵਾ, ਠੀਕ ਹੈ, ਸਾਰੇ ਆਬਜੈਕਟ ਹੁੰਦੇ ਆ, ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਵਾ ਕਿ ਸੈਟ ਇਜ਼ ਏ ਕਲੈਕਸ਼ਨ ਆਫ ਵੈਲ ਡਿਫਾਈਨਡ ਐਂਡ ਡਿਫਰੈਂਟ ਆਬਜੈਕਟਸ। ਸੋ ਇਹ ਸਾਰੇ ਆਬਜੈਕਟਸ ਆ। ਕਿੰਨੇ ਆਬਜੈਕਟ ਵਾ ਸਾਡੇ ਕੋਲ? ਸੰਡੇ ਮੰਡੇ। ਟੋਟਲ ਆਬਜੈਕਟਸ ਕਿੰਨੇ ਆ? ਟੋਟਲ ਮਤਲਬ ਗਿਣਤੀ, ਟੋਟਲ ਆਬਜੈਕਟਸ ਸਾਡੇ ਕੋਲ ਇੱਥੇ ਕਿੰਨੇ ਆ? ਇਹ ਮਤਲਬ 7 ਆ। ਕਲੀਅਰ। ਸੋ ਵੈਸੇ ਇਹਨਾਂ ਨੂੰ ਲਿਖਣ ਦੀ ਲੋੜ ਨਹੀਂ, ਜਸਟ ਮੈਂ ਅੰਡਰਸਟੈਂਡਿੰਗ ਦੇ ਲਈ ਦੱਸ ਰਿਹਾ ਤੁਹਾਨੂੰ ਕਿ ਜਿਹੜੇ ਆਬਜੈਕਟਸ ਵਾ ਇਹ ਇਹਦੇ ਵਿੱਚ 7 ਵਾ। ਉਸ ਤੋਂ ਬਾਅਦ ਇਸ ਆਬਜੈਕਟਸ ਦਾ ਜਿਹੜਾ ਦੂਜਾ ਨਾਮ ਆ, ਸੈਕਿੰਡ ਨੇਮ ਆਫ, ਮੈਂ ਇੱਥੇ ਨੋਟੇਸ਼ਨ ਲਿਖ ਦਿੰਦਾ ਕਿ ਸੈਕਿੰਡ ਨੇਮ ਆਫ, ਜਾਂ ਅਦਰ ਨੇਮਸ ਲਿਖ ਲੈਂਦੇ ਆਪਾਂ ਇੱਥੇ, ਅਦਰ ਨੇਮਸ ਆਫ ਆਬਜੈਕਟ। ਸੋ ਆਬਜੈਕਟ ਦਾ ਅਸੀਂ ਅਦਰ ਨੇਮ ਕੀ ਲਿਖਦੇ ਹਾਂ? ਨੋਰਮਲੀ ਅਸੀਂ ਲਿਖ ਦਿੰਦੇ ਇਹਨਾਂ ਨੂੰ, ਪਹਿਲਾ ਨੇਮ ਅਸੀਂ ਲਿਖ ਦਿੰਦੇ ਹਾਂ ਆਬਜੈਕਟ ਨੂੰ, ਇੱਕ ਤਾਂ ਅਸੀਂ ਆਬਜੈਕਟ ਹੀ ਕਹਿੰਦੇ ਹਾਂ, ਠੀਕ ਹੈ। ਸੈਕੰਡਲੀ ਅਸੀਂ ਇਹਨਾਂ ਨੂੰ ਐਲੀਮੈਂਟ ਕਹਿ ਦਿੰਦੇ ਹਾਂ, ਠੀਕ ਹੈ। ਸੋ ਐਲੀਮੈਂਟ ਬਹੁਤ ਇੰਪੋਰਟੈਂਟ ਆ। ਸੋ ਐਲੀਮੈਂਟਸ ਜਿਹੜੇ ਆ ਇਹਦੇ ਹੁੰਦੇ ਆ, ਜਿਵੇਂ ਸੰਡੇ ਮੰਡੇ ਟਿਊਸਡੇ, ਸਾਰੇ ਇਹਦੇ ਐਲੀਮੈਂਟਸ ਆ। ਉਸ ਤੋਂ ਬਾਅਦ ਨੋਟੇਸ਼ਨ ਦੇ ਬਾਰੇ ਗੱਲ ਕਰਾਂਗੇ ਕਿ ਇਹਦੇ ਐਲੀਮੈਂਟਸ ਨੂੰ, ਜਿਹੜੇ ਆਬਜੈਕਟਸ ਵਾ, ਇਹਨਾਂ ਨੂੰ ਕਿੱਦਾਂ ਡਿਨੋਟ ਕਰਦੇ ਆ। ਸੋ ਅਸੀਂ ਇੱਥੇ ਲਿਖਾਂਗੇ ਕਿ ਐਲੀਮੈਂਟਸ ਆਫ ਦਾ, ਨੋਟ ਕਰ ਲਓ ਇੱਥੇ, ਦਾ ਐਲੀਮੈਂਟਸ ਜਾਂ ਆਬਜੈਕਟਸ, ਐਲੀਮੈਂਟਸ or objects are denoted by small letters, ठीक है, small letters of English alphabet। that is ਕਿਹੜੇ ਹੋਣਗੇ ਸਾਡੇ ਕੋਲ? A ਹੋਏਗਾ small, B, C, ਇਦਾਂ ਇਸ ਤਰੀਕੇ ਨਾਲ। ਜਿਵੇਂ ਮੈਂ ਐਗਜ਼ਾਮਪਲ ਦੇ ਦਵਾਂ ਤੁਹਾਨੂੰ ਇੱਥੇ, मैं एक सैट लिख दिना इत्थे, मैं इत्थे लिख देना सैट ए आ, इहदे विच किहड़े एलीमेंट वा? ए आ, बी आ, सी आ, डी आ ते ई आ। सो इस मतलब मैं जे गल करां कि नंबर ऑफ एलीमेंट्स किन्ने आ इहदे विच? 1 2 3 4 5, सो 5 एलीमेंट्स आ इहदे विच, ठीक है। सो जां तुसीं कह सकदे आ नंबर ऑफ ऑब्जेक्ट्स कह सकदे। उस तो बाद ये जिहड़ा एग्जाम्पल है, ये सैट हैगी आ क्योंकि ए बी सी वैल डिफाइंड वा ते डिफरेंट भी है। सो ये जिहड़ी कलैक्शन वा, ये कलैक्शन जिहड़ी आ 5 लैटर्स दी आ। किहड़ी आ? ए बी सी डी ई, ते ये सारे ही वैल डिफाइंड आ क्योंकि सानू पता वा ए बी सी डी दुनिया च हैगे, असीं पढ़ाउने आ, पढ़दे आ, उत्तों ही लैंगुएज बनी हुई आ। उस तो बाद ये डिफरेंट भी है। सो इस करके ये जिहड़ी कलैक्शन आ, दिस इज ए सैट, ठीक है। सो ये सिर्फ समझाउण लई मैं बार बार डेफिनेशन ते जा रहा, तुहानूं सैट समझ लग जाए, क्योंकि ਜਦੋਂ ਤੁਸੀਂ +1 ਦੇ ਵਿੱਚ ਆਉਂਦੇ ਆ, ਤੁਹਾਡੇ ਲਈ ਇੱਕ ਨਵਾਂ ਮੈਥ ਸ਼ੁਰੂ ਹੋ ਜਾਂਦਾ ਵਾ। ਸੋ ਸੈਟ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਕਿਤੇ ਜਾਂਦੇ, ਮੰਨ ਲਓ ਮੈਂ ਇਦਾਂ ਦੀ ਪਲੇਸ ਤੇ ਜਾਣਾ, ਮੰਨ ਲਓ ਜਿਹੜੀ ਮੈਂ ਪਹਿਲਾਂ ਕਦੀ ਦੇਖੀ ਨਹੀਂ, ਉਹਨਾਂ ਨੇ ਸਾਨੂੰ ਉਹਦਾ ਨਾਮ ਦੱਸਦੇ ਆ, ਉਹ ਕਹਿੰਦੇ ਆ ਕਿ ਇਹਦੇ ਵਿੱਚ ਆਹ ਜਗ੍ਹਾ ਹੈਗੀਆਂ ਵਾ। ਸੋ ਕੀ ਆਪਾਂ ਉਹ 'ਚ ਇਹ ਥੋੜ੍ਹੀ ਪੁੱਛਦੇ ਵੀ ਇਹ ਕਿਉਂ ਹੈਗੀਆਂ ਵਾ। ਜਦੋਂ ਅਸੀਂ ਕੋਈ ਨਵੀਂ ਚੀਜ਼ ਲਰਨ ਕਰਨੀ ਹੁੰਦੀ ਆ, ਹਮੇਸ਼ਾ ਅਸੀਂ ਇਹ ਦੇਖਣਾ ਹੁੰਦਾ ਵਾ ਕਿ ਉਹਦੇ ਵਿੱਚ ਪਾਰਟਿਕੂਲਰਸ ਜਿਹੜੇ ਬੰਦੇ ਨੇ ਵੀ ਡਿਫਾਈਨ ਕੀਤੇ ਆ, ਉਹ ਕਿੱਦਾਂ ਦੇ ਆ। ਤੁਸੀਂ ਇੱਕ ਨਵੇਂ ਮੈਥ ਦੇ ਵਿੱਚ ਆ ਗਏ ਆ, ਸੋ ਤੁਹਾਨੂੰ ਸਾਰਾ ਕੁਝ ਲਰਨ ਕਰਨਾ ਪੈਣਾ। ਅੱਛਾ, ਇਹਦੇ ਵਿੱਚ ਆਹ ਚੀਜ਼ ਇਦਾਂ ਹੁੰਦੀ ਆ। ਫਿਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਵੱਡੇ ਹੋਵੋਗੇ, +1 ਕਰੋਗੇ, +2 ਕਰੋਗੇ, ਫਿਰ ਹੋਰ ਮੈਥ ਦੇ ਨਾਲ ਤੁਸੀਂ ਅੱਗੇ ਦੀ ਅੱਗੇ ਆਪਣੀ ਸਟੱਡੀ ਕੰਟੀਨਿਊਸ ਕਰੋਗੇ, ਤਾਂ ਤੁਹਾਨੂੰ ਲੱਗੇਗਾ ਕਿ ਅਸੀਂ ਇਹਨੂੰ ਯੂਜ਼ ਕਿੱਥੇ ਕਰਨਾ ਵਾ, ਇਹ ਸਾਡੀ ਮੈਂਟਲ ਐਬਿਲਿਟੀ ਨੂੰ ਕਿੱਦਾਂ ਸਟਰੋਂਗ ਕਰਦੇ ਆ, ਠੀਕ ਹੈ। ਸੋ ਇਹ ਜ਼ਿਆਦਾ ਨਹੀਂ ਮੈਂ ਗੱਲਾਂ ਤੇ ਜਾਊਂਗਾ, ਹੌਲੀ ਹੌਲੀ ਪ੍ਰੋਸੈਸ ਹੋਏਗਾ ਤੁਹਾਡਾ। ਸੋ ਉਸ ਤੋਂ ਬਾਅਦ ਕੁਝ ਸੈਟਸ ਅਸੀਂ ਪੜ੍ਹੇ ਹੋਏ ਆ, ਵੈਸੇ ਉਹਦੇ ਬਾਰੇ ਗੱਲ ਕਰ ਸਕਦੇ ਅਸੀਂ। ਜਿਵੇਂ ਮੈਂ ਥੋੜਾ ਜਿਹਾ ਪੰਜਾਬੀ ਵਿੱਚ ਵੀ ਲਿਖੂੰਗਾ, ਪੰਜਾਬ ਬੋਰਡ ਦੇ ਲਈ ਵੀ, ਤਾਂ ਕਿ ਈਜ਼ੀਲੀ ਹੋ ਜਾਵੇ। ਸੋ ਸਮ ਅਸੀਂ ਲਿਖ ਸਕਦੇ ਹਾਂ ਸਮ ਸਟੈਂਡਰਡ ਸੈਟਸ, ਜਾਂ ਲਿਖ ਸਕਦੇ ਹਾਂ ਸਮ ਸੈਟਸ we already discussed in previous classes, ठीक है।
सो ਅਸੀਂ ਜਿਹੜੇ ਪੁਰਾਣੀਆਂ ਕਲਾਸਿਸ ਦੇ ਵਿੱਚ 10th ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ। ਥੋੜੇ ਬਹੁਤੇ ਮੈਂ ਗੱਲ ਕਰੂੰਗਾ, ਜ਼ਿਆਦਾ ਗੱਲ ਨਹੀਂ ਕਰੂੰਗਾ ਮੈਂ। ਸੋ ਸਭ ਤੋਂ ਪਹਿਲਾਂ ਜਿਵੇਂ ਅਸੀਂ ਨੈਚੁਰਲ ਨੰਬਰ ਦਾ ਸੈੱਟ ਕੈਪੀਟਲ ਐਨ ਨਾਲ ਡਿਨੋਟ ਕਰਦੇ, ਇਹਨੂੰ ਕਹਿੰਦੇ ਆ ਨੈਚੁਰਲ ਨੰਬਰਸ। ਜੇ ਪੰਜਾਬੀ 'ਚ ਲਿਖਾਂ ਤਾਂ ਇਹਨੂੰ ਕਹਿੰਦੇ ਆ ਪ੍ਰਾਕਿਰਤਿਕ ਸੰਖਿਆਵਾਂ। ਸੋ ਇਹਦੇ ਵਿੱਚ ਕੀ ਆ ਜਾਂਦਾ ਸਾਡੇ ਕੋਲ 1 2 3 4 5 6 ਐਂਡ ਸੋ ਔਨ, ਸਾਰੇ ਨੰਬਰ ਆ ਜਾਂਦੇ। ਉਸ ਤੋਂ ਬਾਅਦ W ਆ ਜਾਂਦਾ ਸਾਡੇ ਕੋਲ। W ਨੂੰ ਕਹਿੰਦੇ ਆ ਹੋਲ ਨੰਬਰਸ। ਸੋ ਇਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆ ਜਾਣਗੇ? 0 ਇਨਕਲੂਡ ਹੋ ਜਾਂਦਾ ਵਾ, 1 2 3 4 5 6 7 ਐਂਡ ਸੋ ਔਨ। ਸੋ ਜੇ ਇਹਨੂੰ ਪੰਜਾਬੀ 'ਚ ਕਵਾਂਗੇ ਤਾਂ ਅਸੀਂ ਇਹਨੂੰ ਸ਼ਾਇਦ ਇਹਨੂੰ ਕਹਿੰਦੇ ਆ ਪੂਰਨ ਸੰਖਿਆਵਾਂ। ਸੌਰੀ ਪੂਰਨ ਨਹੀਂ, ਸੌਰੀ ਹਾਂਜੀ ਸੌਰੀ ਪੂਰਨ ਸੰਖਿਆਵਾਂ ਹੀ ਕਹਿੰਦੇ ਇਹਨੂੰ। ਸੋ ਪੂਰਨ ਸੰਖਿਆਵਾਂ। ਸੋ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਇੱਥੇ ਇੰਟੀਜਰਸ। ਆਈ ਨਾ ਪਾਉਂਦੇ ਆ, ਸਮ ਆਥਰਸ ਇਹਨੂੰ ਜ਼ੈਡ ਨਾਲ ਵੀ ਪਾਉਂਦੇ ਆ, ਸਮ ਫੋਰਨ ਆਥਰਸ। ਸੋ ਇਹਨੂੰ ਅਸੀਂ ਕਹਿੰਦੇ ਆ ਇੰਟੀਜਰਸ। ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ, ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਮੈਂ ਡਿਸਕਸ ਕਰ ਰਿਹਾ ਇੱਥੇ। ਇੰਟੀਜਰਸ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਹੀ ਆ ਜਾਂਦਾ ਵਾ। ਸਾਡੇ ਕੋਲ 0 ਆ ਜਾਂਦਾ, 1 ਆ ਜਾਂਦਾ, 2 3 4 5 6 ਐਂਡ ਸੋ ਔਨ, ਐਂਡ ਸਾਰੇ ਨੈਗੇਟਿਵ ਨੰਬਰ ਵੀ ਆ ਜਾਂਦੇ ਐਂਡ ਸੋ ਔਨ। ਸੋ ਇਹ ਸਾਡੇ ਕੋਲ ਇਸ ਤਰੀਕੇ ਨਾਲ ਇੰਟੀਜਰਸ ਆ ਜਾਣਗੇ। ਜੇ ਇਹਨਾਂ ਨੂੰ ਪੰਜਾਬੀ 'ਚ ਗੱਲ ਕਰੀਏ ਤਾਂ ਇਹਨਾਂ ਨੂੰ ਕਹਿੰਦੇ ਆ ਸੰਪੂਰਨ ਸੰਖਿਆਵਾਂ। ਠੀਕ ਹੈ। ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਸੈਟ ਆਫ ਰੈਸ਼ਨਲ ਨੰਬਰਸ ਆ। ਇਹਨਾਂ ਬਾਰੇ ਅਸੀਂ ਲਿਖ ਨਹੀਂ ਸਕਦੇ, ਕਿਉਂ ਨਾ ਡਿਨੋਟ ਕਰਦੇ ਅਸੀਂ ਇਹਨੂੰ ਸੈਟ ਆਫ ਰੈਸ਼ਨਲ ਨੰਬਰਸ। ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾਊਂਗਾ ਇਹਦੇ ਵਿੱਚ। ਰੈਸ਼ਨਲ ਨੰਬਰ ਨੂੰ ਪੰਜਾਬੀ 'ਚ ਕੀ ਕਹਿੰਦੇ ਆ? ਅਸੀਂ ਕਵਾਂਗੇ ਇਹਨਾਂ ਨੂੰ ਕਹਿੰਦੇ ਆ ਪਰਿਮੇਯ ਸੰਖਿਆਵਾਂ। ਪਰਿਮੇਯ ਸੰਖਿਆਵਾਂ। ਥੋੜਾ ਜਿਹਾ ਰਿਕਾਲ ਕਰਾ ਦਿੰਦਾ, ਇਹਦੇ ਵਿੱਚ ਉਹ ਨੰਬਰ ਹੁੰਦੇ ਸੀਗੇ ਜਿਹੜੇ P/Q ਦੀ ਫਾਰਮ 'ਚ ਹੁੰਦੇ ਸੀ। ਜਿੱਥੇ P ਤੇ Q ਕੀ ਹੁੰਦੇ ਸੀਗੇ? ਮਤਲਬ ਆਹ ਵਾਲੇ ਇੰਟੀਜਰਸ ਹੁੰਦੇ ਸੀਗੇ। ਮਤਲਬ ਅਸੀਂ ਕਹਾਂਗੇ R ਇੰਟੀਜਰਸ ਹੁੰਦੇ ਹਨ। ਪੰਜਾਬੀ 'ਚ ਜੇ ਗੱਲ ਕਰਾਂਗੇ ਤਾਂ ਆਪਾਂ ਇੰਟੀਜਰਸ। ਇਹਦੇ ਵਿੱਚ Q 0 ਦੇ ਬਰਾਬਰ ਨਹੀਂ ਹੁੰਦਾ ਸੀਗਾ। ਸੋ ਜੇ ਮੈਂ ਐਗਜ਼ਾਮਪਲਸ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕਿੱਦਾਂ ਦੇ ਨੰਬਰ ਆ ਜਾਂਦੇ ਸੀਗੇ? ਪਹਿਲੀ ਗੱਲ ਤਾਂ 2/1 ਜਿਹੜਾ ਕਿ 2 ਹੀ ਹੁੰਦਾ। ਠੀਕ ਹੈ। ਸਾਰੇ ਨੰਬਰ ਆ ਜਾਣੇ ਇਹਦੇ ਵਿੱਚ 3 4, ਬਾਕੀ ਵੱਡਿਆਂ ਵਾਲੇ ਵੀ ਸਾਰੇ ਆਏ ਨੇ 5/7 9/8, ਪੁਆਇੰਟ ਵਾਲੇ ਵੀ ਆਏ ਨੇ 0.5 7.5 7.665, ਸਾਰੇ ਇਦਾਂ ਦੇ ਨੰਬਰ ਕਾਫੀ ਆ ਜਾਣੇ। ਬਾਕੀ ਡਿਟੇਲ 'ਚ ਨਹੀਂ ਜਾਵਾਂਗੇ ਅਸੀਂ। ਸੋ ਇਦਾਂ ਦੇ ਪੁਆਇੰਟ ਵਾਲੇ, ਵੱਡਿਆਂ ਵਾਲੇ ਸਾਰੇ ਨੰਬਰ ਇਹਦੇ ਵਿੱਚ ਜਿਹੜੇ ਆ ਉਹ ਆ ਜਾਂਦੇ ਆ। ਉਸ ਤੋਂ ਬਾਅਦ ਅਸੀਂ ਇੱਕ ਨਾਮ ਦਿੰਦੇ ਆ, ਸਪੈਸ਼ਲੀ ਟੀ ਦਿੰਦੇ ਆ ਅਸੀਂ। ਵੈਸੇ ਇੱਕ ਪਾਰਟੀਕੂਲਰ ਇਹਦਾ ਕੋਈ ਨਾਮ ਨਹੀਂ ਅਸੀਂ ਕਿਸੇ ਅੱਖਰ ਨਾਲ ਦਿੰਦੇ, ਕਿਉਂਕਿ ਕਿਸੇ ਵੀ ਸੈੱਟ ਨੂੰ ਅਸੀਂ ਕਿੱਦਾਂ ਡਿਨੋਟ ਕਰਦੇ ਆ? ਕੈਪੀਟਲ ਲੈਟਰ ਨਾਲ। ਮੈਂ ਤੁਹਾਨੂੰ ਅੱਗੇ ਸਮਝਾਇਆ ਇੱਥੇ ਕਿ ਸੈੱਟ ਨੂੰ ਅਸੀਂ ਹਮੇਸ਼ਾ ਕੈਪੀਟਲ ਲੈਟਰ ਨਾਲ ਡਿਨੋਟ ਕਰਦੇ ਆ। ਦੇਖੋ ਇੱਥੇ ਲਿਖਿਆ ਵਾ ਕੈਪੀਟਲ ਲੈਟਰ, ਇੰਗਲਿਸ਼ ਦੇ ਵੱਡੇ ਅੱਖਰਾਂ ਦੇ ਨਾਲ। ਠੀਕ ਹੈ। ਸੋ ਅਸੀਂ ਫਿਰ ਆਉਂਦੇ ਇੱਥੇ, ਇਹਨੂੰ ਅਸੀਂ ਕਹਿੰਦੇ ਆ ਸੈੱਟ ਆਫ ਇਰਰੈਸ਼ਨਲ ਨੰਬਰ। ਸੈੱਟ ਆਫ ਇਰਰੈਸ਼ਨਲ ਨੰਬਰਸ। ਤੁਹਾਨੂੰ ਇਹ ਯਾਦ ਕਰਨੇ ਪੈਣੇ ਜਿਹੜੇ ਪੰਜਾਬੀ ਮੀਡੀਅਮ ਪੜ੍ਹ ਕੇ ਆਏ ਆ ਬੱਚੇ। ਇਰਰੈਸ਼ਨਲ ਨੰਬਰਸ। ਠੀਕ ਹੈ। ਸੋ ਇਰਰੈਸ਼ਨਲ ਨੰਬਰ ਨੂੰ ਅਸੀਂ ਕਹਿੰਦੇ ਆ ਅਪਰਿਮੇਯ ਸੰਖਿਆਵਾਂ। ਸੋ ਅਪਰਿਮੇਯ ਸੰਖਿਆਵਾਂ ਦੇ ਵਿੱਚ ਨਾਰਮਲੀ ਅਸੀਂ ਕਿੱਦਾਂ ਦੇ ਨੰਬਰ ਲੈਂਦੇ ਆ? ਜਿਹੜੇ ਨਾਟ ਆਫ ਦਾ ਫਾਰਮ ਹੋਵੇ। ਨਾਟ ਆਫ ਦਾ ਫਾਰਮ। ਵੈਸੇ ਡੈਫੀਨੇਸ਼ਨ ਦੀ ਚਲੋ ਏਡੀ ਗੱਲ ਨਹੀਂ ਹੈਗੀ, ਕਦੇ ਡੈਫੀਨੇਸ਼ਨ ਪ੍ਰੋਪਰਲੀ ਲਿਖਾਂਗੇ ਤਾਂ ਤੁਸੀਂ ਜਿਹੜੇ ਪੰਜਾਬ ਬੋਰਡ ਵਾਲੇ ਆ, ਮੇਰੀ ਪੰਜਾਬ ਬੋਰਡ ਮੇਰੀ ਸਾਈਟ ਤੇ, ਮਤਲਬ ਸੌਰੀ ਚੈਨਲ ਤੇ ਜਿਹੜਾ ਉਹ ਮੈਂ ਪੂਰਾ ਨੰਬਰ ਸਿਸਟਮ ਤੇ ਇੱਕ ਵੀਡੀਓ ਬਣਾਈ ਹੋਈ ਆ, ਤੁਸੀਂ ਦੇਖ ਸਕਦੇ ਆ 10th ਕਲਾਸ ਦੀ ਵਿੱਚ ਸੀਰੀਜ਼ 'ਚ ਜਾ ਕੇ। ਪੰਜਾਬੀ ਦੇ ਵਿੱਚ ਬਾਅਦ, ਲੇਕਿਨ ਉਹ ਇੰਗਲਿਸ਼ ਵਾਲਿਆਂ ਦੇ ਲਈ, ਜਿਹੜੇ ਇੰਗਲਿਸ਼ 'ਚ ਪੜ੍ਹੇ ਆ ਉਹਨਾਂ ਲਈ ਵੀ ਮੈਂ ਜਲਦੀ ਹੀ ਅਪਲੋਡ ਕਰ ਦੂੰਗਾ, ਤਾਂ ਕਿ ਤੁਹਾਨੂੰ ਜਿਹੜਾ ਦਿੱਕਤ ਨਾ ਆਵੇ। ਸੋ ਇਹਦੇ ਵਿੱਚ ਕਿੱਦਾਂ ਦੇ ਨੰਬਰ ਆ ਰਹੇ, ਮੈਂ ਐਗਜ਼ਾਮਪਲਸ ਦੀ ਗੱਲ ਕਰੂੰਗਾ। ਇਹਦੇ ਵਿੱਚ √2 ਆ ਜਾਏਗਾ, ਜਿਹੜੇ √ ਵਾਲੇ ਸਾਰੇ ਨੰਬਰ, √3 √7 √9। ਸੋ ਇਦਾਂ ਦੇ ਕਾਫੀ ਨੰਬਰ, ਸੌਰੀ √9 ਨਹੀਂ ਆ ਸਕਦਾ, ਸੌਰੀ, ਕਿਉਂਕਿ ਅਸੀਂ ਪ੍ਰਾਈਮ ਨੰਬਰ ਵਗੈਰਾ ਜਾਂ √6 ਜਿਹੜੇ ਨਹੀਂ ਹੋ ਸਕਦੇ ਉਹੀ ਲੈਣੇ ਹੁੰਦੇ ਅਸੀਂ। ਸੋ ਇਦਾਂ ਦੇ ਕਾਫੀ ਸਾਰੇ ਨੰਬਰ ਆ ਸਕਦੇ ਆ। 21 ਦਾ √, ਇਹ ਸਭ ਇਰਰੈਸ਼ਨਲ ਨੰਬਰ ਹੁੰਦੇ ਆ। ਸੋ ਉਸ ਤੋਂ ਬਾਅਦ ਸਾਡੇ ਕੋਲ ਐਟ ਦੀ ਲਾਸਟ ਆਉਂਦੇ ਆ ਰੀਅਲ ਨੰਬਰ। ਸੌਰੀ ਮੈਂ ਪਹਿਲਾਂ ਇਹਨੂੰ ਦੇਖ ਲਵਾਂ ਕਿ ਇਹਨੂੰ ਡਿਨੋਟ ਕਿਹਨਾਂ ਕਰਦੇ ਹਾਂ ਅਸੀਂ? ਆਰ ਦੇ ਨਾਲ। ਤੇ ਇਹਨੂੰ ਕਹਿੰਦੇ ਆ ਸੈਟ ਆਫ ਰੀਅਲ ਨੰਬਰ।
ਸੈੱਟ ਆਫ ਰੀਅਲ ਨੰਬਰਸ ਨੂੰ ਪੰਜਾਬੀ ਚ ਕੀ ਕਹਿੰਦੇ ਆ? ਉਹਨਾਂ ਨੂੰ ਕਹਿੰਦੇ ਆ ਵਾਸਤਵਿਕ ਸੰਖਿਆਵਾਂ। ਵਾਸਤਵਿਕ ਸੰਖਿਆਵਾਂ। ਸੋ ਇਹਦੇ ਵਿੱਚ ਕੀ ਆ ਜਾਂਦੇ ਆ? ਇਹਦੇ ਵਿੱਚ ਕਿਊ ਤੇ ਟੀ ਦੋਨੇ ਆ ਜਾਂਦੇ, ਮਤਲਬ ਕਿਊ ਵੀ ਆ ਜਾਂਦਾ, ਮਤਲਬ ਐਂਡ ਜਾਂ ਟੀ ਵੀ ਆ ਜਾਂਦਾ, ਮਤਲਬ ਇਹਦੇ ਵਿੱਚ ਸਾਰੇ ਨੰਬਰ ਆ ਜਾਂਦੇ, ਬਟਿਆਂ ਵਾਲੇ ਵੀ ਆ ਜਾਂਦੇ ਆ, ਪੁਆਇੰਟਾਂ ਵਾਲੇ ਵੀ ਆ ਜਾਂਦੇ ਆ, ਮਤਲਬ ਕੋਈ ਵੀ ਨੰਬਰ ਜਿਹੜਾ ਤੁਸੀਂ ਸੋਚ ਲੈਂਦੇ ਆ ਉਹ ਇਹਦੇ ਵਿੱਚ ਜਿਹੜਾ ਉਹ ਆ ਜਾਏਗਾ। √2 √3 ਇਹ ਸਾਰੇ ਆ ਜਾਣੇ। ਸੋ ਇਹ ਜਿਹੜਾ ਕੰਬੀਨੇਸ਼ਨ ਹੁੰਦਾ ਵਾ ਅਸੀਂ ਕਹਿੰਦੇ ਕਿਊ ਐਂਡ ਟੀ ਦਾ। ਠੀਕ ਹੈ, ਥੋੜਾ ਜਿਹਾ ਇਨਫੋਰਮੇਸ਼ਨ ਦੇਣੀ ਜ਼ਰੂਰੀ ਸੀ। ਉਸ ਤੋਂ ਬਾਅਦ ਮੇਨ ਸਭ ਤੋਂ ਵੱਡਾ ਕੀ ਹੈ? ਦੇਖੋ ਅਸੀਂ ਸਭ ਤੋਂ ਪਹਿਲਾਂ ਸੈੱਟ ਦੀ ਡੈਫੀਨੇਸ਼ਨ ਪੜ੍ਹੀ, ਜਿਹਨੂੰ ਅਸੀਂ ਪਰਿਭਾਸ਼ਾ ਕਹਿੰਦੇ ਆ, ਫਿਰ ਉਹਦੀਆਂ ਕੋਈ ਐਗਜ਼ਾਮਪਲਸ ਲਈਆਂ। ਹੁਣ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਆ ਇਹਦੀ ਰਿਪਰੈਜ਼ੈਂਟੇਸ਼ਨ, ਵੈਰੀ ਇੰਪੋਰਟੈਂਟ। ਸੋ ਇਹਦੇ ਤੇ ਸਾਨੂੰ ਸਮ ਵੀ ਆਉਣੇ ਆ ਪੇਪਰ ਦੇ ਵਿੱਚ। ਰਿਪਰੈਜ਼ੈਂਟੇਸ਼ਨ ਆਫ ਸੈਟਸ, ਵੈਰੀ ਇੰਪੋਰਟੈਂਟ। ਠੀਕ ਹੈ, ਸੋ ਇਹ ਵੈਰੀ ਇੰਪੋਰਟੈਂਟ ਆ। ਇਹ ਦੋ ਤਰ੍ਹਾਂ ਦੀ ਹੁੰਦੀ ਆ ਸਾਡੇ ਕੋਲ। ਸੋ ਅਸੀਂ ਕਰਦੇ ਹਾਂ ਕਿ ਕਿੱਦਾਂ ਕਰਾਂਗੇ ਜੀ। ਸੋ ਰਿਪਰੈਜ਼ੈਂਟੇਸ਼ਨ ਇਹਦੀ ਦੋ ਤਰ੍ਹਾਂ ਦੀ ਹੁੰਦੀ ਆ। ਪਹਿਲੀ ਜਿਹੜੀ ਆ ਦੈਟ ਇਜ਼, ਉਹ ਹੈ ਸਾਡੇ ਕੋਲ ਦੋ ਨਾਮ ਦਿੱਤੇ ਗਏ ਆ ਉਹਨੂੰ, ਟੈਬੂਲਰ ਫਾਰਮ ਔਰ ਅਸੀਂ ਕਹਿ ਸਕਦੇ ਹਾਂ ਰੋਸਟਰ ਫਾਰਮ। ਰੋਸਟਰ ਫਾਰਮ ਜ਼ਿਆਦਾ ਫੇਮਸ ਨਾਮ ਆ ਇਹਦਾ, ਰੋਸਟਰ ਫਾਰਮ। ਵੈਸੇ ਹੋਰ ਵੀ ਇੱਕ ਨਾਮ ਆ ਇਨਿਊਮਰੇਸ਼ਨ ਮੈਥਡ, ਸੋ ਕੋਈ ਐਡਾ ਇੰਪੋਰਟੈਂਟ ਨਹੀਂ ਹੈਗਾ, ਬਟ ਆਪਾਂ ਇਹ ਦੋ ਫਾਰਮ ਸਾਨੂੰ ਕਰਨੀਆਂ। ਸੋ ਇਹਦੇ ਵਿੱਚ ਕੀ ਹੈ? ਦੇਖੋ ਕਹਿੰਦੇ ਕਿ ਵੈਨ ਵੀ ਰਿਪਰੈਜ਼ੈਂਟ, ਮੈਂ ਪੰਜਾਬੀ ਦੇ ਵਿੱਚ ਵੀ ਦੱਸੂਗਾ, ਨਾਮ ਇਹਨਾਂ ਦਾ ਇਹੀ ਰਹਿਣਾ ਵਾ। ਰਿਪਰੈਜ਼ੈਂਟੇਸ਼ਨ ਦਾ ਮਤਲਬ ਹੁੰਦਾ, ਦੇਖੋ ਪੰਜਾਬੀ ਵਾਲਿਆਂ ਲਈ, ਕਿ ਦਰਸਾਉਣਾ, ਕਿਸੇ ਚੀਜ਼ ਨੂੰ ਅਸੀਂ ਕਿੱਦਾਂ ਲਿਖ ਕੇ ਰਿਪਰੈਜ਼ੈਂਟ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਅਸੀਂ ਲਿਖ ਕੇ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਮੈਂ ਇੱਥੇ ਲਿਖੂੰਗਾ ਕਿ ਜਿਵੇਂ ਮੈਂ ਕਹਿੰਦਾ ਕਿ ਮੈਂ ਬੋਲਦਾ ਹੈਗਾ ਵੇ 2, ਪਰ ਮੈਂ ਉਹਨੂੰ ਰਿਪਰੈਜ਼ੈਂਟ ਕਿੱਦਾਂ ਕਰ ਸਕਦਾ ਇਸ ਤਰੀਕੇ ਨਾਲ। ਸੋ ਦਿਸ ਇਜ਼ ਦਾ ਮੈਥਮੈਟੀਕਲ ਰਿਪਰੈਜ਼ੈਂਟੇਸ਼ਨ ਆਫ 2। ਲੈਂਗੁਏਜ ਦੇ ਵਿੱਚ ਮੈਂ ਪੰਜਾਬੀ 'ਚ 2 ਇਦਾਂ ਲਿਖਦਾ, ਬਟ ਲਿਖਦਾ ਇਸ ਤਰੀਕੇ ਨਾਲ। ਮੈਂ 21 ਲਿਖਦਾ ਵਾਂ, ਮੈਂ ਲਿਖੂੰਗਾ 21। ਸੋ ਦਿਸ ਇਜ਼ ਦਾ ਰਿਪਰੈਜ਼ੈਂਟੇਸ਼ਨ, ਮਤਲਬ ਮੈਂ ਇਹਨੂੰ ਇਦਾਂ ਲਿਖਦਾ। ਸੋ ਇਸੇ ਤਰੀਕੇ ਨੇ ਅਸੀਂ ਸੈੱਟ ਨੂੰ ਕਿੱਦਾਂ ਲਿਖਦੇ ਹਾਂ, ਸੋ ਇਹਦਾ ਮਤਲਬ ਹੁੰਦਾ ਰਿਪਰੈਜ਼ੈਂਟੇਸ਼ਨ, ਮਤਲਬ ਕਿਸੇ ਚੀਜ਼ ਨੂੰ ਸ਼ਾਰਟ ਟਰਮ 'ਚ ਅਸੀਂ ਕਿੱਦਾਂ ਲਿਖਦੇ ਹਾਂ। ਸੋ ਪਹਿਲਾਂ ਇਹਦੇ ਬਾਰੇ ਮੈਂ ਥਿਊਰੀ ਲਿਖੂੰਗਾ ਕਿ ਵੈਨ ਵੀ ਰਿਪਰੈਜ਼ੈਂਟ a set by listing all its elements within curly bracket ਕਿਹੜੀ ਕਰਲੀ ਬ੍ਰੈਕਟ ਮੈਂ ਦੱਸਵਾਂ ਇੱਥੇ, ਜਿਹੜੀ ਸਾਡੇ ਕੋਲ ਇਸ ਤਰੀਕੇ ਵਾਲੀ ਹੁੰਦੀ, ਇਹਦੇ ਵਿੱਚ ਅਸੀਂ ਲਿਖਾਂਗੇ ਤੇ ਸੈਪਰੇਟ ਕਿੰਨਾ ਕਰਾਂਗੇ? ਸੈਪਰੇਟ ਦਾ ਮਤਲਬ ਹੁੰਦਾ ਵੱਖਰਾ ਵੱਖਰਾ, ਸੈਪਰੇਟਡ ਬਾਏ ਕੌਮਾਸ। ਦੇਖੋ ਇਹ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ, ਬਟ ਤੁਹਾਨੂੰ ਐਗਜ਼ਾਮਪਲ ਆਉਣੀ ਚਾਹੀਦੀ ਹੈ। ਵੈਨ ਵੀ ਰਿਪਰੈਜ਼ੈਂਟ ਅ ਸੈਟ ਬਾਈ ਲਿਸਟਿੰਗ ਆਲ ਇਟਸ ਐਲੀਮੈਂਟਸ ਵਿਦ ਇਨ ਕਰਲੀ ਬ੍ਰੈਕਟ separated by commas, it is called tabular form. ਸੋ ਟੈਬੂਲਰ ਫਾਰਮ ਜਦੋਂ ਅਸੀਂ ਕਰ ਲੈਂਦੇ ਹਾਂ, ਮੈਂ ਹੁਣ ਐਗਜ਼ਾਮਪਲਸ ਦੇ ਥਰੂ ਸਮਝਾਉਣਾ। ਜਿਵੇਂ ਦੇਖੋ ਐਗਜ਼ਾਮਪਲਸ, ਸਾਡੇ ਕੋਲ ਇੱਕ ਸੈੱਟ ਵਾ, ਸੈੱਟ ਆਫ ਵੋਵਲਸ। ਜੇ ਤੁਹਾਨੂੰ ਯਾਦ ਹੋਵੇ ਵੋਵਲਸ ਕੀ ਆ, ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਮੈਂ ਦੱਸ ਦਵਾਂ। ਇੰਗਲਿਸ਼ ਦੇ ਜਿਹੜੇ ਅਲਫਾਬੈਟ ਆ ਉਹ ਦੋ ਤਰੀਕੇ ਨਾਲ ਹੁੰਦੇ ਆ, ਇੱਕ ਤਾਂ ਵੋਵਲਸ ਹੁੰਦੇ ਆ, ਇੱਕ ਕੌਨਸੋਨੈਂਟਸ ਹੁੰਦੇ ਆ। ਵੋਵਲਸ ਜਿਹੜੇ ਹੁੰਦੇ ਆ ਉਹ 5 ਹੀ ਹੁੰਦੇ ਆ ਇਕੱਲੇ, AEIO ਤੇ U। ਬਾਕੀ ਸਾਰੇ ਜਿਹੜੇ ਬਚ ਗਏ ਆ BCDFGHJKLMN, ਠੀਕ ਹੈ, PQRST, ਇਹ ਸਭ ਕੌਨਸੋਨੈਂਟ ਹੁੰਦੇ ਆ। ਵੋਵਲ VOWELS ਇਹ 5 ਹੀ ਹੁੰਦੇ ਆ। ਦੇਖੋ ਰੋਸਟਰ ਫਾਰਮ, ਸੈਟ ਆਫ ਵੋਵਲਸ, ਜਦੋਂ ਮੈਂ ਇਹਨੂੰ ਰੋਸਟਰ ਫਾਰਮ 'ਚ ਲਿਖੂੰਗਾ ਜਾਂ ਟੈਬੂਲਰ ਫਾਰਮ 'ਚ ਲਿਖੂੰਗਾ, ਮੈਂ ਇਹਨੂੰ ਕਰਲੀ ਬ੍ਰੈਕਟ 'ਚ ਪਾਊਂਗਾ ਤੇ ਇਹਨਾਂ ਨੂੰ ਕੌਮਿਆਂ ਦੇ ਨਾਲ ਲਿਖ ਦੂੰਗਾ। A ਲਿਖ ਦੂੰਗਾ, ਕੌਮਾ E ਲਿਖ ਦੂੰਗਾ, I ਲਿਖ ਦੂੰਗਾ, O ਲਿਖ ਦੂੰਗਾ ਤੇ U ਲਿਖ ਦੂੰਗਾ। ਕਲੀਅਰ? ਸੋ ਇਹ ਵਾ ਉਹਨਾਂ ਨੇ ਲਿਖਿਆ ਵਾ ਕਿ ਵਿਦ ਇਨ ਕਰਲੀ ਬ੍ਰੈਕਟ ਸੈਪਰੇਟਡ ਬਾਈ ਕੌਮਾਸ। ਮੈਂ ਕੌਮਿਆਂ ਦੇ ਨਾਲ ਵੱਖਰਾ ਵੱਖਰਾ ਕਰਤਾ ਇਹਨਾਂ ਨੂੰ,
तो ये मेरा की हो जाएगा टैबुलर फॉर्म या रोस्टर फॉर्म। और मैं अगे लिखदा वा, मैं इत्थे लिखदा ये पहली एग्जाम्पल सी, दूजी एग्जाम्पल नाल तुहानूं होर ज़्यादा क्लैरिटी हो जाएगी। मैं कहूँगा सेट ऑफ नेचुरल नंबर्स लैस दैन 10। देखो लैस का मतलब होंगे छोटा, लैस दैन 10। देखो नैचुरल नंबर किहड़े होंदे आ 1 2 3 4 5 6 चली जाने, बट मैं किहड़े लिखने हैं जिहड़े 10 तो छोटे आ। मतलब 1 कॉमा पाता, फिर 2 पाता, कॉमा पाता, 3 4 5 6 7 8 ते 9 तक लिखूंगा कला मैं, क्योंकि मैं सिर्फ लैस दैन 10 लिखनी। सो दिस इज द टैबुलर फॉर्म। इस तरीके नाल तुहानूं क्लीयर होएगा। उस तो बाद कुछ संख्यावां होर भी तरह दी होंदियां वा, सैट ऑफ ऑड नंबर्स। मैं लिखूंगा सेट ऑफ ऑड नंबर्स लेस देन 5। देखो ऑड नंबर, सॉरी ऑड नैचुरल नंबर लिखना चाहिए सी इत्थे, ताकि तुहानूं थोड़ी जी एग्जाम्पल, थोड़ी जी क्लैरिटी हो जाए। सो मैं इत्थे लिख दिंदा वा ऑड नैचुरल नंबर, इत्थे लिख देना ऑड नैचुरल नंबर लेस देन 10 आ जाएगा। सो 10 तो थले मैं लिख दिना। सो ऑड नंबर किहड़े हुंदे आ, ਜਿਹੜੇ 1 3 5 7 9 इदा हो, मतलब 2 नहीं लेना सी, उन्होंने ईवन नंबरस कहते हैं। सो मैं इतने लिखूंगा 1 3 5 7 9। सो ये सिर्फ ऑड नंबर करली ब्रैकेट दे विच लिखते ते सैपरेटेड बाय कॉमास लिखते। सो दिस इज अ टैबुलर फॉर्म, और असी की कहने हैं रोस्टर फॉर्म। सो दूजी रिप्रजेंटेशन आती है साडे कोल जिहड़ी कि इस तो भी ज़्यादा इंपॉर्टेंट आ। सो वैसे इन्होंने दोनों से तुहानूं सवाल आउण दे पूरे पूरे चांसिस आ। सो वैरी इंपॉर्टेंट, ये भी डिफिकल्ट भी है थोड़ी जी। सो इनू असीं कहने आ सैट बिल्डर फॉर्म। सैट बिल्डर फॉर्म। सो इसका लिखण का तरीका बनाया वा मैथमेटिशियंस ने, होर भी ये नाम होंगे आ। इनू असीं दूजा नाम कह दिंदे आ सिलैक्टर फॉर्म। सिलैक्टर फॉर्म इसका सैकेंड नेम आ। होर आपां जे कहीए तो इहदा इनू कह दिंदे आ रूल मैथड भी कह दिंदे आ, कह दिंदे आ रूल मैथड। सो ਇਹਦੇ ਵਿੱਚ ਕੀ ਆ ਆਪਾਂ ਗੱਲ ਕਰਾਂਗੇ। ਪਹਿਲਾਂ ਇਹਦੇ ਬਾਰੇ ਥੋੜੀ ਜਿਹੀ ਥਿਊਰੀ ਲਿਖ ਲਾਂਗੇ। ਕਹਿੰਦਾ ਇਨ ਦਿਸ ਮੈਥਡ ਜਾਂ ਇਨ ਦਿਸ ਫਾਰਮ, ਇਸ ਫਾਰਮ ਦੇ ਵਿੱਚ ਅਸੀਂ ਕੀ ਕਰਦੇ ਹਾਂ। ਕਹਿੰਦਾ ਵੀ ਡੂ ਨਾਟ ਲਿਸਟ ਦਾ ਐਲੀਮੈਂਟ, we do not list the elements, but ਜਿਹੜਾ set ਵਾ is represented by a definite property। a definite property मतलब ਅਸੀਂ ਇੱਕ ਪ੍ਰੋਪਰਟੀ ਦੇ ਤਹਿਤ ਡੈਫੀਨਿਟ ਪ੍ਰੋਪਰਟੀ ਲਿਖ ਦਿੰਦੇ ਹਾਂ। ਪ੍ਰੋਪਰਟੀ ਨੂੰ ਮੈਂ ਸਿੰਪਲੀ ਵਿੱਚ ਤੁਹਾਨੂੰ ਸਮਝਾ ਦੇਵਾਂ ਤਾਂ ਅਸੀਂ ਕਹਾਂਗੇ ਕਿ ਅਸੀਂ ਇੰਗਲਿਸ਼ ਲਿਖ ਦਾਂਗੇ, ਮਤਲਬ ਉਹਦੀ ਇੱਕ ਅੰਗਰੇਜ਼ੀ ਬਣਾ ਕੇ ਕਿਸੇ ਤਰੀਕੇ ਨਾਲ ਉਹਨੂੰ ਸੈੱਟ ਕਰ ਦਾਂਗੇ ਇੱਥੇ। ਸੋ ਜਿਵੇਂ ਮੈਂ ਐਗਜ਼ਾਮਪਲ ਤੋਂ ਤੁਹਾਨੂੰ ਜ਼ਿਆਦਾ ਸਮਝ ਲੱਗੇਗਾ, ਮੈਂ ਇੱਥੇ ਐਗਜ਼ਾਮਪਲ ਲਿਖਦਾ ਵਾਂ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਤਾਂ रूल ही आ कि असीं इहनूं किद्दां लिखदे, इसे करके इहनूं रूल मैथड भी कहा जाता वा। मान लो मेरे को एक ए सैट वा, पहली एग्जाम्पल उन्होंने मैं लिखदा वा सैट ऑफ डेज ऑफ वीक। ठीक है, सो मैनू पता डेज ऑफ वीक आ। सो मैं इहनूं लिखण दा तरीका कि पहला करली ब्रैकेट शुरू करके तुसीं एक्स पाउणा ही पाउणा वा, 100% एक्स पा के दो बिंदियां पा देणियां वा ते एक्स दे बारे गल कह देनी। तुसीं कहना एक्स इज ए डेज ऑफ वीक, एक्स इज ए डेज ऑफ वीक, मतलब इदा ही लिखना बस कि एक्स की हो सकता डेज ऑफ वीक। डेज ऑफ वीक किहड़े किहड़े हो सकते हैं, इसका मतलब एक्स जिहड़ा वा वो संडे भी हो सकता वा, एक्स जिहड़ा वा वो मंडे भी हो सकता वा, एक्स जिहड़ा वा वो ट्यूसडे भी हो सकता वा, एक्स जिहड़ा वा वैडनसडे भी हो सकता, कोई भी एक दिन ये हो सकता वा। सो असीं इहदी प्रॉपर्टी लिखती है इस तरीके नाल। सो इदां ही असीं अगली एग्जाम्पल समझांगे। आ चीज़ पक्की है, ये पहला आ एक्स दो बिंदियां जिन्होंने असीं कॉलन कह दिंदे आ कंप्यूटर लैंगुएज दे विच। सो उस तो बाद जे मैं अगे गल करा, मैं उपरली एग्जाम्पल लै लेना। जिवें कि साडे कोल देखो असीं इत्थे उपर आ नैचुरल नंबर लैस दैन 10 लिखिया सी ना, जिहदे विच असीं लिस्टड कीते सीगे कि 1 2 3 4 5 6 7 8 9 10।
ਸੋ ਇਹਦੇ ਵਿੱਚ ਵੀ ਅਸੀਂ ਇਦਾਂ ਹੀ ਲੈ ਲੈਂਦੇ ਹਾਂ ਕਿ A ਕਿਹੜਾ ਸੈੱਟ ਵਾ, ਅਸੀਂ ਇੱਥੇ ਲਿਖ ਸਕਦੇ ਹਾਂ। ਦੂਜੀ ਐਗਜ਼ਾਮਪਲ ਲੈ ਲਈ, A ਦੀ ਬਜਾਏ B ਵੀ ਲੈ ਸਕਦੇ ਹਾਂ, ਕੋਈ ਏਡਾ ਮਸਲਾ ਨਹੀਂ ਹੈਗਾ। ਸੋ ਇੰਗਲਿਸ਼ ਦੇ ਲੈਟਰ ਅਸੀਂ ਵੱਡਾ ਲੈਣਾ ਵਾ, ਕਿਉਂਕਿ ਅਸੀਂ ਉੱਪਰ ਪੜ੍ਹਿਆ ਸੀ ਕਿ ਸੈੱਟ ਨੂੰ ਅਸੀਂ ਕੈਪੀਟਲ ਲੈਟਰ ਵੱਡੇ ਲੈਟਰ ਨਾਲ ਡਿਨੋਟ ਕਰਦੇ ਹਾਂ। ਸੋ ਮੈਂ ਇੱਥੇ ਲਿਖੂੰਗਾ ਕਿ ਸੈੱਟ ਆਫ ਨੈਚੁਰਲ ਨੰਬਰ, ਇਹ ਤਾਂ ਲੈਂਗੁਏਜ 'ਚ ਲਿਖਿਆ ਵਾ, ਨੈਚੁਰਲ ਨੰਬਰ ਲੈਸ ਦੈਨ 10। ਸੋ ਦੇਖੋ मैं इनू कई तरीके लिख सकता, समझना ध्यान ना। देखो जां तो मैं पहला तो आही लिखना पैना कि एक्स, ये बिंदियां पा के फिर मैं लिखूंगा एक्स इज ए नैचुरल नंबर लैस दैन 10, मतलब अंग्रेजी लिखती, प्रॉपर्टी लिखती, इनू कहते हैं प्रॉपर्टी, भी मैं एक्स बारे प्रॉपर्टी लिखती, ठीक है। एक्स इज ए नैचुरल नंबर लैस दैन 10, ठीक है। सो जो साडे को इत्थे लिखिया कहंदे कि डेफिनेट प्रॉपर्टी लिखनी है, क्लीयर। सो बट इनू मैं किसी होर तरीके नाल भी लिख सकदा। देखो जे मैं और गल करा, ये असीं ज़्यादा सेंस नाल लिखना वा, ज़्यादातर मैथमैटिकल सेंस कहंदे इनू। सो एक्स मैं लिखूंगा एक्स की है, एक्स एक्स जिहड़ा वा वो लैस दैन 10 वा, एक्स की आ लैस दैन 10 वा, ते एक्स की होगा, एक्स इज ए नैचुरल नंबर, एक्स इज ए नैचुरल नंबर। सो ये थोड़ा जिहा मैं होर करता, जिहड़ा आ साइन हुंदा वा लैस दैन दा साइन हुंदा, मैं इदां पाउणा कि 2 लैस दैन 10। देखो 2 जिहड़ा वा 10 नालों छोटा हुंदा, जिधर नूं मूँह बंद हुंदा वा उधर वाला अखर छोटा होना चाहिए, फिर यह ट्रू हो जाता वा। मेरे हिसाब नाल इस सिंबल बारे तुहानूं छोटे हुंदे तो पता होगा, 10th क्लास दे विच दस्सिया होया। सो इस तरीके नाल भी असीं लिख सकते हैं कि एक्स होएगा कि नैचुरल नंबर, इसदा मतलब एक्स कुछ भी हो सकता है, 1 2 3 4 5 6 7 8 9 10 11 12 जो मर्जी हो सकता। बट ये कहता एक्स कितों छोटा वा, 10 नालों छोटा, इसदा मतलब आ सारे असीं कट देने आ, सिर्फ आह ही रह जाने साडे 1 तो लैके 9 तक, क्लीयर। सो ये तुहानूं इत्थों पता लग जाएगा कि सैट बिल्डर फॉर्म असीं किद्दां लिखदे आ। बाकी जदों असीं एक्सरसाइज करांगे सानूं प्रॉपर डिटेल च समझ आएगा, क्योंकि उहदे विच सामने इदां वा कि असीं किद्दां लिखना है, क्लीयर। सो होर जे असीं लिखना होवे काफ़ी तरीके नाल लिख सकते हैं। एक असीं होर कॉलम की जगह पर भी लिख देंगे, मान लो मैं सी सैट लिख दिंदा, इत्थे मैं लिख दिंदा इच ओ एक्स होणगे, असीं इत्थे एक लाइन भी मार देंगे, इहदा मतलब भी आही 2 बिंदियां हुंदा वा। असीं अगे लिख सकते कुछ भी कि एक्स इज ए मंथ नेम ऑफ ए ईयर, ठीक है। मंथ नेम किहड़े किहड़े हुंदे आ, इहदा मतलब एक्स की हो सकता वा, जनवरी हो सकता वा, फैबररी हो सकता वा, मार्च हो सकता, कुछ भी ये जिहड़ा वा हो सकता वा। सो असीं प्रॉपर्टी दे नाल लिखना वा। सो ये हुंदी है साडी सैट बिल्डर फॉर्म। सो जस्ट एक पैटर्न साडा रह गया इत्थे कि असीं मैंबरशिप ऑफ ए सैट पढ़ांगे। सो साडियां जिहड़ी रिप्रजेंटेशन आ वो हो चुकी आ। 2 तरह की रिप्रजेंटेशन है, टैबुलर फॉर्म ते असीं कहांगे सैकेंडली सैट बिल्डर फॉर्म ज़्यादा इंपॉर्टेंट आ। रोस्टर फॉर्म ज़्यादा तुहानूं सवाल पूछा जाएगा रोस्टर फॉर्म का, दूजा तुहानूं सैट बिल्डर फॉर्म का, ठीक है। सो ये असीं लिस्ट कर दिंदे एलीमेंट्स, तो ये असीं प्रॉपर्टी लिखते हैं कोई भी इस तरीके दे नाल, ठीक है। सो उस तो बाद असीं गल करते हैं मैंबरशिप ऑफ ए सैट, मैंबरशिप ऑफ ए सैट। सो ये सानू एक सिंबल सिखाया जाता वा। असी मैंबरशिप ऑफ ए सैट, फॉर एग्जाम्पल मैं एक सिंबल की गल करदा कि असी एक सिंबल लिखते हैं। सिंबल मतलब जिवें असी प्लस का सिंबल बनाया होया वा, सानू पता कि जमा का मतलब होंदा 2 जमा 3, जो ये ऑपरेट होकर आंसर कितना बन जाता 5 बन जाता। सो इसदा मतलब प्लस माइनस वा, मल्टीप्लाई आ, डिवाइड आ, सारे सिंबल वा मैथ के। सो एक सिंबल बनाया वा, सिंबल के बारे दसूँगा किद्दां पाया जाना, तुसीं सी पाउणा वा ते विचों एक इदां लाइन मार देनी, काफ़ी ई वर्गा हुंदा वा, ये इदां नहीं बनाउणा तुसीं, ठीक है। गोलाई च बनाउणा वा इस तरीके नाल, क्लीयर। सो ये सिंबल वा ते एक सिंबल हैगा वा इदां ही पा के इहदे ते क्रॉस मार देना, ठीक है। इहदा मतलब हुंदा वा या तां बिलोंग्स टू, हुण मान लो देख लो बिलोंग्स टू, या तुसीं कह सकदे आ मैंबर ऑफ, इसका मतलब दसदा मैं हुणे, इसका मतलब आ जाएगा नॉट बिलोंग्स टू, इसका मतलब आ जाएगा नॉट ए मैंबर ऑफ, नॉट ए मैंबर ऑफ। हुण एग्जाम्पल दे नाल तुहानूं मैंबरशिप ऑफ ए सैट, देखो मान लो मेरे को एक एग्जाम्पल आ, मैं एक ए सैट ले लेना, वो मेरे को कुछ ना कुछ एलीमेंट्स आ, अंदरले एलीमेंट 1 2 3 4 5 6 मैं इदा ले लेना।
ठीक है, रोस्टर फॉर्म ਦੇ ਵਿੱਚ ਲੈ ਲੈਣਾ। ਹੁਣ ਦੇਖੋ ਮੈਂ ਕਹਿ ਸਕਦਾ ਕਿ 1 ਜਿਹੜਾ ਵਾ ਉਹ ਬਿਲੋਂਗ ਕਰਦਾ ਵਾ A ਨੂੰ, ਕਿਉਂਕਿ 1 ਜਿਹੜਾ ਵਾ A ਦੀ ਫੈਮਿਲੀ 'ਚ ਹੈਗਾ ਵਾ। ਠੀਕ ਹੈ, ਉਸ ਤੋਂ ਬਾਅਦ ਮੈਂ ਲਿਖ ਸਕਦਾ, ਦੇਖੋ ਉਦਾਂ ਮੈਂ ਲਿਖਣਾ ਸੀ ਇੰਗਲਿਸ਼ ਦੇ ਵਿੱਚ, ਮੈਂ ਕਹਿਣਾ ਸੀ 1 ਇਜ਼ ਬਿਲੋਂਗ, ਸੌਰੀ ਲੈਂਗੁਏਜ ਬਣੀ ਨਹੀਂ ਸਾਡੀ ਕੋਲ, ਇੱਥੇ ਕਹਾਂਗੇ 1 ਬਿਲੋਂਗਸ ਟੂ A। ਸੋ ਕਾਫੀ ਟਾਈਮ ਲੱਗਣਾ ਸੀ ਸਾਨੂੰ ਲਿਖਣ ਲਈ। ਮੈਥ ਵੈਸੇ ਹੀ ਲੈਂਗੁਏਜ ਆ ਕੇ ਅਸੀਂ ਕਿਸੇ ਵੱਡੀ ਚੀਜ਼ ਨੂੰ ਛੋਟੀ ਚੀਜ਼ 'ਚ ਕਿੱਦਾਂ ਲਿਖ ਸਕਦੇ ਹਾਂ। ਸੋ ਅਸੀਂ ਲਿਖਿਆ 1 ਬਿਲੋਂਗਸ ਟੂ A। ਆਹ ਸਿੰਬਲ ਹੋ ਗਿਆ ਬਿਲੋਂਗਸ ਟੂ ਦਾ, ਪਰ ਅਸੀਂ ਲਿਖਿਆ ਨਹੀਂ, ਅਸੀਂ ਸਿੰਬਲ ਬਣਾਤਾ। ਹੁਣ ਉਸ ਤੋਂ ਬਾਅਦ ਤੁਸੀਂ ਇੱਥੇ ਲਿਖ, ਤੁਹਾਨੂੰ ਕੋਈ ਕਹਿ ਦੇਵੇ ਕਿ 2 ਬਿਲੋਂਗਸ ਟੂ A ਹੈਗਾ, ਤੁਸੀਂ ਕਹਿਣਾ ਯੈਸ ਹੈਗਾ। ਤੁਹਾਨੂੰ ਕੋਈ ਕਹਿ ਦੇਵੇ 10 ਬਿਲੋਂਗਸ ਟੂ A ਹੈਗਾ, ਤਾਂ 10 ਜਿਹੜਾ ਵਾ ਉਹ ਬਿਲੋਂਗ ਨਹੀਂ ਕਰਦਾ A ਨੂੰ, ਅਸੀਂ ਇੱਥੇ ਕਹਾਂਗੇ 10 ਡਜ਼ ਨਾਟ ਬਿਲੋਂਗਸ ਟੂ A। ਠੀਕ ਹੈ, ਅਸੀਂ ਇਦਾਂ ਲਿਖਾਂਗੇ, ਇਹਦੇ ਉੱਤੇ ਲਾਈਨ ਮਾਰ ਦਾਂਗੇ, ਇਹਦਾ ਮਤਲਬ 10 ਇਹਦੇ ਵਿੱਚ ਨਹੀਂ ਹੈਗਾ, ਕਿਉਂਕਿ ਜਿਹੜਾ A ਆ, A ਦੇ ਵਿੱਚ ਕੀ ਆ, ਇੱਕ ਤਾਂ 1 ਆ, ਇੱਕ 2 ਆ, ਇੱਕ 3 ਆ, ਇੱਕ 4 ਆ, 5 ਆ, 6 ਆ, 10 ਨਹੀਂ ਹੈਗਾ। ਸੋ ਜਿਵੇਂ ਮੈਂ ਆਪਣੀ ਫੈਮਿਲੀ ਦੇ ਵਿੱਚ ਦੇਖਦਾ ਕਿ ਮੇਰੀ ਫੈਮਿਲੀ ਵਿੱਚ 6 ਮੈਂਬਰ ਵਾ, ਸੋ ਮੇਰੀ ਫੈਮਿਲੀ ਦੇ ਵਿੱਚ ਮੈਂ ਬਿਲੋਂਗ ਕਰਦਾ ਵਾਂ। ਠੀਕ ਹੈ, ਮੈਂ ਆਪਣੀ ਫੈਮਿਲੀ ਨੂੰ ਬਿਲੋਂਗ ਕਰਦਾ ਵਾਂ। ਸੋ ਜਿਵੇਂ ਤੁਸੀਂ ਆਪਣੇ ਸਕੂਲ, ਜਿਹੜੇ ਵੀ ਤੁਹਾਡੇ ਸਕੂਲ ਦਾ ਨਾਮ ਹੈ, ਜਿਵੇਂ ਤੁਸੀਂ ਉਸ ਸਕੂਲ ਦੇ ਸਟੂਡੈਂਟ ਆ, ਤੁਸੀਂ ਉਸ ਸਕੂਲ ਨੂੰ ਬਿਲੋਂਗ ਕਰਦੇ ਆ। ਠੀਕ ਹੈ, ਸੋ ਇਹ ਬਿਲੋਂਗ ਦਾ ਸਿੰਬਲ ਆ। ਠੀਕ ਹੈ, ਸੋ ਜੇ ਮੈਂ ਹੋਰ ਐਗਜ਼ਾਮਪਲ ਲਵਾਂ, ਮੈਂ B ਲੈ ਲੈਣਾ ਵਾ, B ਦੇ ਵਿੱਚ ਮੈਂ ਲੈ ਲੈਣਾ ਵਾ A E F G H ਲੈ ਲੈਣਾ। ਸੋ ਇੱਥੇ ਜਿਹੜਾ ਵਾ B ਆ ਉਹ ਬਿਲੋਂਗ ਨਹੀਂ ਕਰਦਾ B ਨੂੰ, ਹੈ ਨਹੀਂ ਨਾ, B ਛੋਟਾ B ਜਿਹੜਾ ਵਿੱਚ ਨਹੀਂ ਹੈਗਾ। ਜੇ ਤੁਸੀਂ A ਦੀ ਗੱਲ ਕਰੋਗੇ ਤਾਂ A ਜਿਹੜਾ ਵਾ B ਨੂੰ ਬਿਲੋਂਗ ਕਰਦਾ ਵਾ। ਸੋ ਇਹ ਸਿੰਬਲ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇੱਥੇ ਤੱਕ ਸਾਡੀ ਜਿਹੜੀ ਥਿਊਰੀ ਆ ਉਹ ਖਤਮ ਹੋ ਗਈ। ਅਸੀਂ ਕਾਫੀ ਕੁਝ ਪੜ੍ਹਿਆ। ਅਸੀਂ ਕੀ ਪੜ੍ਹਿਆ, ਥੋੜਾ ਜਿਹਾ ਰਿਕਾਲ ਕਰਵਾ ਦਈਏ। ਅਸੀਂ ਸੈੱਟ ਦੀ ਡੈਫੀਨੇਸ਼ਨ ਪੜ੍ਹੀ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਕਲੈਕਸ਼ਨ ਹੋਏਗੀ ਜਿਹੜੀ ਕਿ ਇੱਕ ਤਾਂ ਵੈਲ ਡਿਫਾਈਨਡ ਹੋਏਗੀ, ਠੀਕ ਹੈ, ਵੈਲ ਡਿਫਾਈਨਡ, ਤੇ ਦੂਜੀ ਕਿਹੜੀ ਹੋਏਗੀ, ਡਿਫਰੈਂਟ ਆਬਜੈਕਟ ਦੀ ਹੋਏਗੀ, ਡਿਫਰੈਂਟ ਆਬਜੈਕਟ ਦੀ। ਇਹ ਦੋਨੇ ਗੱਲਾਂ ਸੱਚ ਹੋਣੀਆਂ ਚਾਹੀਦੀਆਂ ਤੇ ਕਲੈਕਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਕਾਫੀ ਸੈੱਟਸ ਪੜ੍ਹੇ, ਜਿਵੇਂ ਨੈਚੁਰਲ ਨੰਬਰ ਜਿਹਨੂੰ ਅਸੀਂ ਪ੍ਰਾਕ੍ਰਿਤਿਕ ਸੰਖਿਆ ਕਹਿੰਦੇ ਸੀ, ਹੋਲ ਨੰਬਰ ਜਿਹਨੂੰ ਪੂਰਨ ਸੰਖਿਆਵਾਂ ਕਹਿੰਦੇ ਸੀ। ਉਸ ਤੋਂ ਬਾਅਦ ਇੰਟੀਜ਼ਰਸ ਪੜ੍ਹੇ ਅਸੀਂ, ਸੰਪੂਰਨ ਸੰਖਿਆਵਾਂ। ਉਸ ਤੋਂ ਬਾਅਦ ਰੈਸ਼ਨਲ ਨੰਬਰਸ ਬਾਰੇ ਕੁਝ ਗੱਲ ਕੀਤੀ। ਫਿਰ ਅਸੀਂ ਦੇਖਿਆ ਕਿ ਜਿਹੜੇ ਸੈੱਟਸ ਵਾ ਉਹਨਾਂ ਨੂੰ ਅਸੀਂ ਕੈਪੀਟਲ ਲੈਟਰ ਨਾਲ ਡਿਨੋਟ ਕਰਦੇ ਹਾਂ, ABC, ਤੇ ਜਿਹੜੇ ਇਹਦੇ ਵਿੱਚ ਐਲੀਮੈਂਟ ਹੁੰਦੇ ਉਹਨਾਂ ਨੂੰ ਸਮਾਲ ਲੈਟਰਸ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਸੋ ਇਸ ਤਰੀਕੇ ਨਾਲ ਪੜ੍ਹਿਆ। ਉਸ ਤੋਂ ਬਾਅਦ ਅਸੀਂ ਰਿਪਰੈਜ਼ੈਂਟੇਸ਼ਨ ਪੜ੍ਹੀ, ਜਿਹਦੇ ਵਿੱਚ ਟੈਬੂਲਰ ਫਾਰਮ ਪੜ੍ਹੀ, ਤੇ ਦੂਜਾ ਨਾਮ ਕੀ ਸੀਗਾ, ਰੋਸਟਰ ਫਾਰਮ। ਠੀਕ ਹੈ, ਦੂਜੀ ਸੀਗੀ ਸੈੱਟ ਬਿਲਡਰ ਫਾਰਮ। ਸੋ ਹੁਣ ਅਸੀਂ ਐਕਸਰਸਾਈਜ਼ ਸਟਾਰਟ ਕਰਾਂਗੇ ਤੇ ਸਾਡੀ ਰਿਵੀਜ਼ਨ ਹੋਏਗੀ ਸਾਰੀ ਪ੍ਰੋਪਰ ਦੀ ਪ੍ਰੋਪਰ। ਸੋ ਸਾਡੇ ਕੋਲ ਫਸਟ ਸਮ ਆ ਇੱਥੇ, ਐਕਸਰਸਾਈਜ਼ 1.1 ਦਾ ਫਸਟ ਸਮ ਆ ਸਾਡੇ ਕੋਲ, ਕਿ ਵਿਚ ਆਫ ਦਾ ਫੋਲੋਇੰਗ ਇਜ਼ ਆਰ ਸੈਟ। ਸੋ ਸਾਡੇ ਕੋਲ 10 ਪਾਰਟਸ ਆ। ਸੋ ਵੈਰੀ ਈਜ਼ੀ। ਸੋ ਪਹਿਲਾ ਸਮ ਆ, ਕਹਿੰਦਾ ਕਲੈਕਸ਼ਨ। ਦੇਖੋ ਕਲੈਕਸ਼ਨ ਤਾਂ ਹੈਗੀ ਆ ਆਲ ਮੰਥ ਦੀ, ਈਅਰ ਦੇ ਵਿੱਚ, ਸਾਲ ਦੇ ਵਿੱਚ ਜਿਹੜੇ ਬਿਗਨਿੰਗ ਹੁੰਦੇ ਆ J ਤੋਂ। ਸੋ ਅਸੀਂ ਕਹਾਂਗੇ ਕਿਹੜੀ ਕਿਹੜੀ ਇਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆ ਜਾਣਗੇ, ਤੁਸੀਂ ਜੇ ਲਿਖੋਗੇ। ਸੋ ਅਸੀਂ ਕਹਾਂਗੇ ਕਲੈਕਸ਼ਨ ਆਫ months name, months of a year beginning with J। J ਤੋਂ ਕਿਹੜੇ ਕਿਹੜੇ ਸਟਾਰਟ ਹੁੰਦੇ ਆ ਜੇ ਦੇਖਿਆ ਜਾਵੇ ਤਾਂ। ਸੋ J ਤੋਂ ਕਿਹੜੇ ਕਿਹੜੇ ਸਟਾਰਟ ਹੁੰਦੇ ਆ, ਇੱਕ ਤਾਂ ਜਨਵਰੀ, ਉਸ ਤੋਂ ਬਾਅਦ ਜੂਨ, ਉਸ ਤੋਂ ਬਾਅਦ ਜੁਲਾਈ। ਹੋਰ ਕੋਈ ਵੀ ਜਿਹੜਾ ਉਹ ਡਿਫਾਈਨ ਨਹੀਂ ਹੁੰਦਾ। ਸੋ ਕਹਿੰਦੇ ਕਿ ਜਸਟੀਫਾਈ ਯੂਰ ਆਂਸਰ, 2 ਲਾਈਨਾਂ ਲਿਖਿਆ ਕਰਨੀਆਂ, ਬਹੁਤ ਈਜ਼ੀ ਆ। ਦੇਖੋ ਜਨਵਰੀ, ਜੂਨ, ਜੁਲਾਈ ਸਾਨੂੰ ਪਤਾ ਵਾ ਕਿ ਹੁੰਦੇ ਆ, ਜਿਵੇਂ ਹੁਣ ਪ੍ਰੈਜ਼ੈਂਟਲੀ ਜੂਨ ਚੱਲ ਰਿਹਾ ਵਾ। ਸੋ ਅਸੀਂ ਕਹਾਂਗੇ ਦਿਸ ਕਲੈਕਸ਼ਨ ਇਜ਼ ਵੈਲ ਡਿਫਾਈਨਡ ਐਂਡ ਆਫ ਡਿਫਰੈਂਟ ਆਬਜੈਕਟਸ। ਇਹ ਲਾਈਨ ਲਿਖਾਂਗੇ, therefore it is a set। very easy। ਸੋ ਫਸਟ ਕੁਐਸਚਨ ਸਾਡਾ ਹੋ ਗਿਆ, ਫਸਟ ਦਾ ਫਸਟ ਪਾਰਟ। ਜੇ ਅਸੀਂ ਫਸਟ ਦਾ ਸੈਕੰਡ ਪਾਰਟ ਕਰੀਏ, ਸੋ ਈਜ਼ੀਲੀ ਸਾਡੇ ਕੋਲ ਫਸਟ ਦਾ ਸੈਕੰਡ ਪਾਰਟ ਵੀ ਹੋ ਜਾਏਗਾ। ਕਹਿੰਦਾ ਕਲੈਕਸ਼ਨ ਆਫ 10 ਮੋਸਟ ਟੈਲੈਂਟਡ। ਦੇਖੋ ਟੈਲੈਂਟ ਜਿਹੜਾ ਵਾ ਕਿਸੇ ਦਾ, ਇੱਕ ਬੱਚਾ ਮੈਥ ਦੇ ਵਿੱਚੋਂ ਬਹੁਤ ਜ਼ਿਆਦਾ ਵੀਕ ਹੋ ਸਕਦਾ ਵਾ,
बट की पता वो पेंटर बहुत ज़्यादा तगड़ा हो। सो टैलेंट तो वो हैगा वा। सो टैलेंट का डिपेंड नहीं करता, हरेक बंदा हर एक फील्ड के टैलेंटेड नहीं हो सकता। सो असी कहांगे ये कलैक्शन जी है सैट नहीं बनेगी। सो मैं इतने कहूँगा देर इज़ आ लाइन याद रखनी है, देर इज़ नो डेफिनेट रूल। जिदा मैं कहना सी कोई मशीन नहीं बनी टैलेंट चैक करने की। सो मैं इतने एक लाइन लिखा करूँगा मैथमैटिकल सेंस च, मैं कहूँगा देर इज़ नो डेफिनेट, कोई पक्का रूल नहीं हैगा, देर इज़ नो डेफिनेट रूल टू फाइंड टैलेंट इन परसन, इन राइटर या कह लो। सो देर फोर जी दिस कलैक्शन आ, मैं कहूँगा दिस कलैक्शन इज़ नॉट ए सैट। ये जी कलैक्शन आ साढ़े को, दिस इज़ नॉट ए सैट। क्लीयर। सो फस्ट सम साढ़े को दो हो गए। सो असी थर्ड पार्ट करांगे। सो थर्ड पार्ट दे विच साढ़े कोल है कि बेस्ट क्रिकेट बैट्समैन, 11 बेस्ट क्रिकेट बैट्समैन ऑफ द वर्ल्ड। देखो बैट्समैन किहड़ा वधिया वा कोई असी चैक नहीं कर सकते। सचिन बहुत बेस्ट आ, बट कल नूं मैच लगूगा शायद वो 0 ते आउट हो जाए। सो बेस्ट कुछ नहीं, ये मौके की नजाकत आ, मौके ते जिहड़ा खेड गया वो उस दिन लिए बेस्ट आ, उस समय लिए बेस्ट आ। सो असी इत्थे कहांगे कि दिस कलैक्शन इज़ आल्सो नॉट ए सैट। सेम वही लाइन असी इत्थे रिपीट कर देंगे। असी कहांगे देर इज़ नो डेफिनेट रूल टू फाइंड बेस्ट बैट्समैन, बेस्ट ਅਸੀਂ ਕਹਾਂਗੇ बैट्समैन ऑफ वर्ल्ड। सो देर फोर अगेन असी लिखांगे दिस कलैक्शन, कलैक्शन हैगी है देखो मैं कट्ठे कर लियाऊंगा बैट्समैन बहुत ज़्यादा, बट वो बेस्ट बैट्समैन का होगा ये डिपेंड नहीं करता, क्योंकि किसी को कोई वधिया लगता किसी को कोई। दिस कलैक्शन इज़ नॉट ए सैट। क्लीयर। सो ये भी हो गया साढ़े को। उस तो बाद साढ़े को फोर्थ पार्ट आता वा। सो असी कर लेने इस तरीके नाल। सो फोर्थ पार्ट है साढ़े को फस्ट का फोर्थ पार्ट। सो फोर्थ पार्ट दे विच है कलैक्शन ऑफ ऑल बॉयज़ इन योर क्लास। देखो तुहाडी क्लास होएगी उहदे विच जिन्ने भी बॉयज़ आ वो वक्रे वक्रे होणगे ते उन्हां दी होंद भी हैगी आ, वो दिखदे भी आ सानू। सो वैल डिफाइंड भी आ। सो असी कहांगे कलैक्शन ऑफ दिस कलैक्शन, दिस कलैक्शन ऑफ ऑल बॉयज़ इज, एक तो यह वैल डिफाइंड एंड ऑफ डिफरेंट ऑब्जेक्ट्स। दो ही लाइना वा देखो, जो होएगा तो आह लिखांगे अदरवाइज दूजा। सो असीं कहांगे देयर फोर इट इज़ ए सेट। सो नैक्सट साडे को फिफ्थ सम कहता कलैक्शन ऑफ ऑल नैचुरल नंबर लैस दैन 100। सो नैचुरल नंबर लैस दैन 100। सो अगेन पहले दा फर्स्ट पार्ट, सो नैचुरल नंबर मगर डॉट पाना जरूरी है, लैस दैन 100। सो 100 तो लैस दैन नंबर किहड़े किहड़े होंदे आ 1 2 3 4 5 6। सो ये चली जाना कितने तक जाना 99 तक, 99 तक जाएगा। सो मैनू पता 1 2 3 4 मैं कोई भी काउंटिंग शुरू करता वा 1 2 3 4 तो ही शुरू करता वा। सो दिस इज़ वैल डिफाइंड। सो मैं कहूँगा दिस कलैक्शन इज वेल डिफाइंड एंड ऑफ डिफरेंट ऑब्जेक्ट्स। सेम वही वर्डिंग असी लिखांगे। सो इट इज़ ए सेट। क्लीयर। तो उस तो बाद साडे को आ जाता सिक्स्थ पार्ट। सो फस्ट का सिक्स्थ पार्ट साडे को आएगा। सो सिक्स्थ पार्ट दे विच की है साडे को कहंदे कि ऑल नॉवल्स रिटन बाय मुंशी प्रेमचंद। मुंशी प्रेमचंद एक राइटर वा, उन्हें जिन्ने भी नावल लिखे आ जिंदगी दे विच अपनी। सो ऑबवियसली दो नावलों का नाम सेम थोड़ी होएगा, वो कलैक्शन होएगी। मान लो जिन्ने भी मान लो 10 20 100 जिन्ने भी उन्हें नावल लिखे होंगे वो सारे वक्रे वक्रे नाम दे होंगे। सो असीं कहांगे दिस कलैक्शन ऑफ नावल्स, दिस कलैक्शन ऑफ नावल्स इज वेल डिफाइंड
एंड एक छोटा वर्ड लिख सकते तुसीं इहनूं कट के एंड डिस्टिंक्ट। डिस्टिंक्ट का मतलब भी यही होंदा, तुसीं 10th विच पढ़िया होना वा। डिस्टिंक्ट का मतलब जिहड़ा वा वो भी साडे कोल डिफरेंट ऑब्जेक्ट ही होंदा वा। सो देयरफॉर इट इज़ ए सैट बन जाएगी। क्लीयर। सो लास्ट ते ऑल ईवन इंटीजर्स। सो ऑड मैं तुहानूं दस्सिया सी ऑड किहड़े हुंदे आ, ऑड हुंदे आ 1 3 5। सो ये ईवन आ, ईवन किहड़े होणगे 2 4 6 हैगे की आ इंटीजर। पहला ध्यान रखना इंटीजर की हुंदे आ, वो नैचुरल नंबर बारे दस्सिया सी। इंटीजर दे विच नैगेटिव भी आ जांदे आ। सो जदों मैं पहले दा 7th पार्ट करूँगा, सो मेरे को आएगा, मैं कहूँगा सिंपली तुसीं कह सकते हैं। सो मैं फिर भी लिख दिना वा कि ऑल ईवन इंटीजर्स किहड़े हुंदे आ। ऑल ईवन इंटीजर्स की जिहड़ी कलैक्शन आ इहदे विच की आ जांदा वा, इहदे विच 0 आ जांदा वा, 2 आ जांदा वा, 4 6 8 10 सॉरी 12 एंड सो ऑन। इदां ही -2 -4 -6 -8 एंड ये भी इधर नूं सो ऑन तक चली जांदा, इनफाइनाइट नंबर ऑफ टाइम्स तक ये जिहड़ा ये चलदा रहिंदा है। सो ये जिहड़ी कलैक्शन आ सारी वक्रे वक्रे आ। सानूं पता असीं मैथ पढ़दे हैं, ਉਹਦੇ ਵਿੱਚ -2 भी आउंदा वा, -6 भी आउंदा वा। सो दिस कलैक्शन इज मतलब सेम तुसीं इदां ही लिख सकते हैं आही वाली। जे मैं इत्थों कॉपी कर लवां तो मैं तुहानूं सिंपली दस सकदा कि असीं सेम वर्डिंग इत्थे जिहड़ी आ वो लिख सकते हैं। सेम वर्डिंग असीं इत्थे कॉपी करके मतलब तुसीं भी इस तरीके नाल इत्थे लिख सकते। दिस कलैक्शन इज वैल डिफाइंड। इत्थे असीं नॉवल्स लिखिया सी, बस ये ध्यान रखना। सो असीं सिंपल लिख दांगे कि दिस कलैक्शन इज सॉरी इत्थों अपने को रबड़ नहीं होएगा, इत्थों सानूं लिखना ही पएगा। सो मैं इत्थे लिख दूंगा कि दिस कलैक्शन इज वेल डिफाइंड एंड डिस्टिंक्ट। सो देयरफॉर इट इज ए सेट। क्लीयर। सो नैक्सट साडे कोल जिहड़े दो पार्ट रहिंदे आ, वो देख लईए असीं किहड़े रहिंदे साडे कोल। सो नैक्सट साडे कोल जो पार्ट है, दो पार्ट साडे कोल रह गए। सो ये सम दा 8th पार्ट। सो फस्ट सम दा साडे कोल 8th पार्ट है, कहते कि कलैक्शन ऑफ क्वेश्चन इन दिस चैप्टर। थोड़ा जिहा डिफरेंट है। देखो क्वेश्चन समटाइम सेम भी होंगे आ, क्योंकि वैरी शॉर्ट च भी कई बार उही क्वेश्चन होंगे आ, ते शॉर्ट आंसर टाइप च भी लॉन्ग आंसर टाइप से। बट मैं ओबवियसली मानता वा कि डिफरेंट डिफरेंट ही होंगे आ कलैक्शन। सो क्वेश्चन वक्रे वक्रे ही होंगे आ ज़्यादातर, जे असीं देखिया जाए तो। सो मैं इस कलैक्शन वैसे सवाल थोड़ा जिहा अनडिफाइंड जिहा वा, बट मैं इत्थे लिख दूंगा कि दिस कलैक्शन इज वेल डिफाइंड एंड ऑफ डिफरेंट ऑब्जेक्ट्स। डिफरेंट एलीमेंट्स भी लिख सकते हो कि ऑब्जेक्ट्स का नाम जिहड़ा वा वो वक्रा वक्रा होंदा। सो देयरफॉर इट इज ए। सो उस तो बाद मोस्ट डेंजरस एनीमल। मैं अगे भी गल की तुहाडे नाल कि डेंजरसनैस लई साडे कोल कोई मशीन नहीं बनी। सो मैं इत्थे लिखूंगा कि पहले का जिहड़ा 9th था, मैं कहूँगा दिस कलैक्शन सॉरी आप ये नहीं लिखते सी, आप लाइन की लिखते थे कि देर इज नॉट, लिखते कि देर इज नो डेफिनेट, कोई पक्का रूल नहीं हैगा, डेफिनेट रूल टू फाइंड डेंजरस एनिमल इन वर्ल्ड। ठीक है। सो इदा का कोई पक्का रूल नहीं है कि असीं डेंजरस पछाण लीए। सो देयरफॉर दिस कलैक्शन इज नॉट ए दिस कलैक्शन इज नॉट ए सैट। क्लीयर है। सो ये साडा फस्ट सम सीगा। सो मैं उम्मीद करदा कि तुहानूं प्रॉपरली समझ आया होएगा। बिल्कुल प्रेजेंटेशन भी मैं दसी है पूरी की पूरी, क्योंकि सानूं उन्होंने कहा ही जस्टिफाई योर आंसर। जे जस्टिफाई आ 2 नंबर का आया, 1 नंबर जस्टिफिकेशन दी आ, 1 नंबर तुहाडा हैगा वा इट इज़ ए सैट। सिंपल कहण वा। सो ये सीगा साडा सम। नैक्सट सम साडे कोल सैकेंड सम आ। मैं तुहानूं आ 2 सिंबल्स बारे दस्सिया सीगा। ठीक है। कि ये सिंबल
ਕਿਹੜੇ ਕਿਹੜੇ ਆਉਣਗੇ। ਸੋ ਦੇਖੋ ਸਾਨੂੰ ਉਹਨਾਂ ਨੇ ਇੱਕ ਸੈੱਟ ਦਿੱਤਾ, ਮੈਂ ਥੋੜਾ ਜਿਹਾ ਇਹਨੂੰ ਇਨਕਰੀਜ਼ ਕਰ ਲੈਣਾ ਕਿ ਤੁਹਾਨੂੰ ਸਮਝ ਲੱਗ ਜਾਵੇ ਜਲਦੀ। ਆਪਾਂ ਇੱਥੇ ਫਿਲ ਕਰ ਲੈਂਦੇ ਬਹੁਤ ਛੇਤੀ ਇਹ ਸਮ ਹੋ ਜਾਣਾ ਸਾਡੇ ਕੋਲ। ਸੋ ਦੇਖੋ 1 5 ਇਹਨੂੰ ਬਿਲੋਂਗ ਕਰਦਾ, ਯੈਸ 5 ਇਹਦਾ ਮੈਂਬਰ ਹੈਗਾ, ਸੋ ਮੈਂ ਇੱਥੇ ਪਾ ਦੂੰਗਾ 5 ਬਿਲੋਂਗਸ। ਉਸ ਤੋਂ ਬਾਅਦ 8 ਇਹਨੂੰ ਬਿਲੋਂਗ ਕਰਦਾ, ਦੇਖੋ 8 ਇਹਦੇ ਵਿੱਚ ਹੈ ਨਹੀਂਗਾ, ਇਹਦੇ ਵਿੱਚ ਸਿਰਫ 1 2 3 4, ਸੋ ਮੈਂ ਕਹਿ ਦੂੰਗਾ ਇਹਦੇ ਵਿੱਚ ਆਹ ਆਏਗਾ, ਕਲੀਅਰ। ਉਸ ਤੋਂ ਬਾਅਦ 0 ਬਿਲੋਂਗ ਕਰਦਾ ਇਹਨੂੰ, 0 ਇਹਦੇ ਵਿੱਚ ਨਹੀਂ ਹੈਗਾ, ਸੋ ਮੈਂ ਲਿਖੂੰਗਾ ਦਿਸ ਡਜ਼ ਨੋਟ ਬਿਲੋਂਗਸ ਟੂ ਏ। ਸੋ ਸਿੰਬਲ ਪਾਉਣਾ ਵਾ, ਜਾਂ ਤਾਂ ਆਹ ਪਾਉਣਾ ਵਾ ਜਾਂ ਆਹ ਪਾਉਣਾ, ਠੀਕ ਆ, ਵੈਰੀ ਈਜ਼ੀ। 4 ਇਹਦੇ ਵਿੱਚ ਹੈਗਾ ਕਿ ਨਹੀਂ, ਸੋ ਯੈਸ 4 ਇਹਦੇ ਵਿੱਚ ਹੈਗਾ ਵਾ। 2 ਇਹਦੇ ਵਿੱਚ ਹੈਗਾ ਵਾ, ਹਾਂਜੀ ਇਹ ਹੈਗਾ ਵਾ, ਯੈਸ। ਸੋ 2 ਇਹਦੇ ਵਿੱਚ ਹੈਗਾ ਵਾ। 10 ਇਹਦੇ ਵਿੱਚ ਹੈਗਾ, ਨਹੀਂ ਹੈਗਾ, ਸੋ ਅਸੀਂ ਕਹਾਂਗੇ 10 ਇਹਨੂੰ ਬਿਲੋਂਗ ਨਹੀਂ ਕਰਦਾ। ਸੋ ਵੈਰੀ ਈਜ਼ੀ ਸਮ। ਸੋ ਬਹੁਤ ਹੀ ਜਲਦੀ ਵਿਦਿਨ 10 ਸੈਕਿੰਡ ਸਾਡੇ ਕੋਲ ਇਹ ਸਮ ਹੋ ਗਿਆ। ਸਿੰਪਲੀ ਤੁਹਾਨੂੰ ਇਸ ਸਿੰਬਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜਾ ਅਸੀਂ ਪਾਉਣਾ, ਕਲੀਅਰ। ਸੋ ਨੈਕਸਟ ਅਸੀਂ ਕਰਦੇ ਹਾਂ ਥਰਡ ਸਮ ਆਪਣਾ। ਸੋ ਥਰਡ ਸਮ ਸਾਡੇ ਕੋਲ ਹੈ ਰੋਸਟਰ ਫਾਰਮ, ਠੀਕ ਆ। ਸੋ ਇਹ ਅਸੀਂ ਕਰਦੇ ਹਾਂ ਕਿਸ ਤਰੀਕੇ ਨਾਲ ਅਸੀਂ ਕਰਾਂਗੇ। ਸੋ ਸਾਡੇ ਕੋਲ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਇਦਾਂ ਜਿਹੜੇ ਸੈੱਟ ਲਿਖੇ ਹੁੰਦੇ ਨਾ 2 ਬਿੰਦੀਆਂ ਪਾ ਕੇ, ਇਹ ਸੈੱਟ ਬਿਲਡਰ ਫਾਰਮ ਹੁੰਦੀ ਹੈ। ਇਹ ਕਿਹੜੀ ਫਾਰਮ ਹੁੰਦੀ ਆ, ਸੈੱਟ ਬਿਲਡਰ ਫਾਰਮ। ਅਸੀਂ ਇਹਨੂੰ ਕਿਹੜੀ ਫਾਰਮ 'ਚ ਕਰਨਾ ਵਾ, ਰੋਸਟਰ ਫਾਰਮ। ਸੋ ਦੇਖੋ ਅਸੀਂ ਇਹਨੂੰ ਕਿੱਦਾਂ ਕਰਾਂਗੇ। ਸੋ ਪਹਿਲਾ ਸਮ ਫਸਟ ਦਾ ਫਸਟ ਪਾਰਟ ਮੈਂ ਕਹੂੰਗਾ ਇਨ ਰੋਸਟਰ ਫਾਰਮ। ਇਨ ਪਹਿਲਾਂ ਤਾਂ ਤੁਸੀਂ ਆ ਇੱਕ ਹੈਡਿੰਗ ਪਾ ਦੇਣਾ ਪ੍ਰੈਜੈਂਟੇਸ਼ਨ ਲਈ। ਇਨ ਰੋਸਟਰ ਫਾਰਮ ਏ ਕੀ ਆਏਗਾ। ਦੇਖੋ ਪਹਿਲਾ ਵਾ ਕਹਿੰਦਾ x ਇੰਟੀਜਰ ਵਾ। ਮੈਂ ਤੁਹਾਨੂੰ ਇੰਟੀਜਰ ਬਾਰੇ ਦੱਸਿਆ ਸੀ, ਇੰਟੀਜਰ ਕਿਹੜੇ ਕਿਹੜੇ ਹੁੰਦੇ ਆ, ਜਿਹਦੇ ਵਿੱਚ 0 1 2 3 4 5 6 7 ਸਾਰੇ ਆ ਜਾਂਦੇ ਆ, -1 -2 -3 -4, ਇਹ ਸਾਰੇ ਜਿੰਨੇ ਵੀ ਇੰਟੀਜਰ ਆ ਜਾਣੇ ਆ। ਕਹਿੰਦਾ ਕਿ ਇਹਦੇ ਵਿੱਚ ਕਿਹੜੇ ਕਿਹੜੇ। ਦੇਖੋ ਅਸੀਂ ਨੰਬਰ ਲਾਈਨ ਲਾਉਂਦੇ ਸੀਗੇ, ਦੇਖੋ ਆਹ -3 ਹੁੰਦਾ ਵਾ, ਆਹ -2 ਹੁੰਦਾ ਵਾ, ਆਹ -1, ਆਹ 0, ਆਹ 1, ਆਹ 2, then 3, then 4, then 5, then 6 and 7, ਇਦਾਂ ਹੀ ਅੱਗੇ ਚੱਲੀ ਜਾਣਾ 8। ਉਹ ਕਹਿੰਦਾ ਕਿ x ਇੰਟੀਜਰ ਹੋਏਗਾ, ਪਰ ਤੁਸੀਂ ਦੇਖੋਗੇ ਕਿ ਇੱਥੇ ਇਕੁਅਲ ਟੂ ਪਾਇਆ ਹੋਇਆ, ਇੱਥੇ ਇਹਨੇ ਜੇ ਇਦਾਂ ਪਾਉਂਦਾ ਅਸੀਂ 3 ਨਹੀਂ ਲੈਣਾ ਸੀ, ਬਟ ਹੁਣ ਉਹਨਾਂ ਨੇ ਇੱਥੇ ਇਕੁਅਲ ਵੀ ਪਾਇਆ ਹੋਇਆ ਵਾ। ਸੋ ਅਸੀਂ 3 ਵੀ ਜਿਹੜਾ ਉਹ ਲਵਾਂਗੇ ਮਾਈਨਸ ਦਾ, ਸੌਰੀ -3 ਵੀ ਲਵਾਂਗੇ। ਸੋ ਇਹਦਾ ਮਤਲਬ ਇਹਦੇ ਵਿੱਚ ਕਿਹੜੇ ਕਿਹੜੇ ਆ ਜਾਣਗੇ, x ਕੀ ਆ, ਇੱਕ ਇੰਟੀਜਰ ਵਾ ਜਿਹੜਾ ਇਹਦੇ ਤੇ ਇਹਦੇ ਵਿੱਚ ਲਾਈ ਕਰਦਾ, ਇਹਦਾ ਮਤਲਬ x -3 ਵੀ ਹੋਏਗਾ, -2 ਵੀ, ਇਹ ਵੀ ਦਿਸ ਸਾਰੇ ਐਲੀਮੈਂਟ ਇਹ ਜਿਹੜੇ ਆ ਜਾਣਗੇ। ਬਸ 7 ਨਹੀਂ ਆਏਗਾ, ਕਲੀਅਰ, ਕਿਉਂਕਿ 7 ਤੇ ਸਾਡੇ ਕੋਲ ਇੱਥੇ ਜਿਹੜਾ ਵਾ ਉਹ ਬਰਾਬਰ ਨਹੀਂ ਪਾਇਆ ਹੋਇਆ, ਇੱਥੇ ਇਕੁਅਲ ਟੂ ਪਾਇਆ ਹੁੰਦਾ ਤੇ ਫਿਰ ਅਸੀਂ 7 ਵੀ ਲੈਣਾ ਸੀਗਾ, ਹੁਣ ਅਸੀਂ 7 ਨਹੀਂ ਲਵਾਂਗੇ। ਇਹਦਾ ਮਤਲਬ ਰੋਸਟਰ ਫਾਰਮ ਕੀ ਕਹਿੰਦੀ ਸੀ ਕਿ ਕਰਲੀ ਬ੍ਰੈਕਟ ਪਾ ਕੇ ਵਿੱਚ ਸਾਰੇ ਐਲੀਮੈਂਟ ਲਿਸਟ ਕਰ ਦਿਓ। ਇਹਦਾ ਮਤਲਬ ਇਹਦੇ ਵਿੱਚ ਕੀ ਕੀ ਆ ਜਾਏਗਾ, -3 -2 -1 0 ਆ ਜਾਏਗਾ, 1 ਆ ਜਾਏਗਾ, 2 ਆ ਜਾਏਗਾ, 3 ਆ ਜਾਏਗਾ, 4 ਆ ਜਾਏਗਾ, 5 ਆ ਜਾਏਗਾ ਐਂਡ 6 ਆ ਜਾਏਗਾ। ਆਈ ਥਿੰਕ ਸਮਝ ਲੱਗਾ ਹੋਏਗਾ। ਜੇ ਤਾਂ ਬਰਾਬਰ ਵਾ ਉਹ ਐਲੀਮੈਂਟ ਅਸੀਂ ਲੈਣਾ ਵਾ, ਜੇ ਬਰਾਬਰ ਨਹੀਂ ਹੈਗਾ ਤੇ ਉਹ ਐਲੀਮੈਂਟ ਅਸੀਂ ਨਹੀਂ ਲੈਣਾ, ਇਹ ਧਿਆਨ ਰੱਖਣਾ, ਕਲੀਅਰ। ਸੋ ਉਸ ਤੋਂ ਨੈਕਸਟ ਜਿਹੜਾ ਸਾਡੇ ਕੋਲ ਸਮ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਅਸੀਂ। ਸੋ ਨੈਕਸਟ ਸੈਕੰਡ ਸਮ ਆ ਸਾਡੇ ਕੋਲ, ਕਹਿੰਦਾ ਕਿ x ਇੱਕ ਨੈਚੁਰਲ ਨੰਬਰ ਆ ਲੈਸ ਦੈਨ 6। ਦੇਖੋ x ਨੈਚੁਰਲ ਨੰਬਰ ਆ, ਨੈਚੁਰਲ ਨੰਬਰ ਕਿਹੜਾ ਹੁੰਦਾ ਵਾ, 1 2 3 4 5 6 7 8 9 1 to 9 ਤਾਂ ਚੱਲੀ ਜਾਣਾ, ਸੋ ਔਨ। ਬਟ ਉਹਨੇ ਕਿਹਾ ਲੈਸ ਦੈਨ 6, ਲੈਸ ਦੈਨ 6 ਮਤਲਬ ਸਿਰਫ 6 ਤੋਂ ਲੈਸ ਵਾਲੇ। ਇਹਦਾ ਮਤਲਬ ਜੇ ਮੈਂ ਫਸਟ ਦਾ ਸੈਕੰਡ ਪਾਰਟ ਕਰੂੰਗਾ, ਸੇਮ ਮੈਂ ਪ੍ਰੈਜੈਂਟੇਸ਼ਨ ਇਦਾਂ ਹੀ ਕਰੂੰਗਾ, ਮੈਂ ਲਿਖੂੰਗਾ ਇਨ ਰੋਸਟਰ ਫਾਰਮ, ਮੈਂ ਲਿਖੂੰਗਾ ਕਿ b ਕਿਹਦੇ ਬਰਾਬਰ ਵਾ, that is equal to 1 ਆ ਜਾਏਗਾ, ਇਹਦੇ ਵਿੱਚ 2 ਆ ਜਾਏਗਾ, 3 ਆ ਜਾਏਗਾ, 4 ਆ ਜਾਏਗਾ ਐਂਡ 5 ਆ ਜਾਏਗਾ। ਸੋ ਇੱਥੇ ਖਤਮ ਹੋ ਜਾਏਗਾ। ਸੋ ਵੈਰੀ ਈਜ਼ੀ। ਸੋ ਉਸ ਤੋਂ ਬਾਅਦ ਨੈਕਸਟ ਦੇਖੋ ਧਿਆਨ ਨਾਲ, ਇੰਗਲਿਸ਼ ਸਮਝਣੀ ਪੈਣੀ ਤੁਹਾਨੂੰ ਧਿਆਨ ਨਾਲ। ਕਹਿੰਦਾ C ਦੇ ਵਿੱਚ ਕੀ ਆ, x ਇਜ਼ ਏ 2 ਡਿਜਿਟ ਨੈਚੁਰਲ ਨੰਬਰ। ਦੇਖੋ 2 ਡਿਜਿਟ ਨੈਚੁਰਲ ਨੰਬਰ ਕਿਹੜੇ ਹੁੰਦੇ ਆ, 2 ਅੱਖਰਾਂ ਵਾਲੇ, ਜਿਵੇਂ 10 ਤੋਂ ਸ਼ੁਰੂ ਹੁੰਦੇ ਆ, 10 11 12 13 14 15 ਕਿੱਥੇ ਤੱਕ ਜਾਂਦੇ ਆ, 90 ਤੱਕ ਜਾਂਦੇ, ਸੌਰੀ 99 ਤੱਕ ਜਾਂਦੇ ਆ ਇਹ। ਉਸ ਤੋਂ ਬਾਅਦ 100 ਆ ਜਾਂਦਾ, ਉਹ 3 ਡਿਜਿਟ ਦਾ ਹੋ ਜਾਂਦਾ। ਸੋ ਪਹਿਲੀ ਗੱਲ ਤਾਂ ਇਹ ਸਮਝਣੀ। ਉਸ ਤੋਂ ਬਾਅਦ ਕੀ ਕਹਿ ਰਿਹਾ ਉਹ, ਸੌਰੀ ਇੱਥੇ ਮਿਸਪ੍ਰਿੰਟ ਹੋ ਗਿਆ ਸਾਡੇ ਕੋਲ, ਇੱਥੇ ਸਾਡੇ ਕੋਲ ਇੱਥੇ ਸਮ ਦੇ ਵਿੱਚ ਕੀ ਆਏਗਾ, ਕਹਿੰਦਾ ਸਮ ਆਫ ਦਾ ਡਿਜਿਟਸ, ਇੱਥੇ ਸਟੇਟਮੈਂਟ ਸਹੀ ਕਰ ਲਈਏ ਆਪਾਂ, ਸਮ ਆਫ ਦਾ ਡਿਜਿਟਸ ਇਜ਼ 8 ਆਏਗਾ। ਹੁਣ ਦੇਖੋ 8 ਡਿਜਿਟ ਕਿਹਦਾ ਵਾ, ਦੇਖੋ ਇਹਦੇ 2 ਡਿਜਿਟ ਵਾ, 1 + 0, 1 ਜਮਾ 0 1 ਹੁੰਦਾ ਵਾ, ਇਹਦੇ ਵਿੱਚ 11 ਵਾ, 1 ਜਮਾ 1 ਕਿੰਨਾ ਹੁੰਦਾ ਵਾ 2,
ਸੋ ਅਸੀਂ ਦੇਖਣਾ ਕਿ 8 ਕਿਹਦਾ ਬਣਦਾ। ਦੇਖੋ ਮੈਂ ਤੁਹਾਨੂੰ ਡਾਇਰੈਕਟਲੀ ਦੱਸ ਸਕਦਾ 8 ਕਿਹਦਾ ਬਣਦਾ ਵਾ, 1 ਤੇ 17 ਦਾ ਬਣਦਾ ਵਾ, ਕਿਉਂਕਿ 1 ਜਮਾ 7 ਕਿੰਨਾ ਹੁੰਦਾ ਵਾ 8। ਇਹਦਾ ਮਤਲਬ ਮੈਂ ਨਾਲ ਦੀ ਨਾਲ ਸਮ ਦੇ ਵਿੱਚ ਲਿਖੀ ਜਾਵਾਂ ਕਿ ਮੈਂ ਲਿਖੂੰਗਾ ਇਨ ਰੋਸਟਰ ਫਾਰਮ। ਸੋ ਮੇਰੇ ਕੋਲ ਜਿਹੜਾ ਸੀ ਆਏਗਾ ਉਹਦੇ ਵਿੱਚ ਕੀ ਆ ਜਾਏਗਾ, ਇੱਕ ਤਾਂ 17 ਆ ਜਾਏਗਾ, ਕਿਉਂਕਿ ਇਹਦਾ ਜੋੜ ਕਿੰਨਾ ਵਾ, 1 ਜਮਾ 7 8 ਬਣਦਾ ਵਾ। ਠੀਕ ਹੈ, ਸੋ ਮੈਂ ਇੱਥੇ ਸਟੇਟਮੈਂਟ ਸਹੀ ਕਰਤੀ ਆ ਕਿ ਡਿਜਿਟਸ ਇਜ਼ 8। ਉਸ ਤੋਂ ਬਾਅਦ 26 ਆਏਗਾ, ਕਿਉਂਕਿ 2 ਜਮਾ 6 ਕਿੰਨਾ ਹੁੰਦਾ ਵਾ 8, ਇਹਦਾ ਮਤਲਬ 26 ਆ ਜਾਏਗਾ। ਉਸ ਤੋਂ ਬਾਅਦ 35 ਆ ਜਾਏਗਾ, ਮਤਲਬ 35, 3 + 5 ਕਿੰਨਾ ਹੋ ਜਾਏਗਾ 8 ਹੋ ਜਾਏਗਾ। ਸੋ 35 ਆ ਗਿਆ। ਸੋ ਸਿਮਿਲਰਲੀ ਅਸੀਂ ਬਾਕੀ ਸਾਰੇ ਨੰਬਰ ਵੀ ਇਦਾਂ ਹੀ ਕਾਊਂਟ ਕਰਾਂਗੇ। ਤੁਸੀਂ ਸੋਚੋ। ਸੋ ਮੈਂ ਵੀ ਇੱਥੇ ਲਿਖਦਾ ਵਾਂ ਕਿ ਕਿਸ ਤਰੀਕੇ ਨਾਲ ਅਸੀਂ ਲਿਖ ਸਕਦੇ ਹਾਂ ਹੋਰ ਨੰਬਰ। ਤੁਸੀਂ ਦੇਖੋ 35 ਤੋਂ ਬਾਅਦ 44 ਆ ਜਾਏਗਾ, 4 + 4 ਕਿੰਨਾ ਹੁੰਦਾ ਵਾ 8। ਉਸ ਤੋਂ ਬਾਅਦ ਮੈਂ ਡਾਇਰੈਕਟਲੀ ਲਿਖੂੰਗਾ 53 ਆ ਜਾਏਗਾ, 5 ਤੇ 3 8 ਹੁੰਦੇ ਆ। 62 ਹੁੰਦਾ ਵਾ, 62 ਜਿਹਨੂੰ ਕਹਿੰਦੇ ਅਸੀਂ ਇੰਗਲਿਸ਼ ਦੇ ਵਿੱਚ 628 ਹੁੰਦਾ ਵਾ। ਉਸ ਤੋਂ ਬਾਅਦ 71 ਹੁੰਦਾ ਵਾ। ਉਸ ਤੋਂ ਬਾਅਦ ਬੱਚੇ ਕਈ ਵਾਰੀ ਗਲਤੀ ਕਰ ਜਾਂਦੇ, 80 ਜਿਹੜਾ ਹੁੰਦਾ ਨਾ 8 + 0 ਇਹ ਵੀ 8 ਹੁੰਦਾ ਵਾ। ਉਸ ਤੋਂ ਬਾਅਦ ਕੋਈ ਵੀ ਨਹੀਂ ਆਉਣਾ ਸਾਡੇ ਕੋਲ। ਸੋ ਇਹ 80 ਤੱਕ ਆ ਜਾਣਗੇ ਵਿੱਚ, ਕਿਉਂਕਿ ਉਹਨੇ ਕਿਹਾ ਕਿ x is a 2-digit natural number such that sum of the digits ਕਿੰਨਾ ਹੋਵੇ 8 ਹੋਵੇ। ਕਲੀਅਰ। ਸੋ ਇਹ ਸਟੇਟਮੈਂਟ ਇੱਥੇ ਸਹੀ ਕਰ ਲੈਣੀ, ਮੈਂ ਇੱਥੇ ਤੁਹਾਡੀ ਸਹੀ ਕਰ ਦਿੰਦਾ। ਇੱਥੇ sum of the digits is 8 ਹੋਵੇਗੀ, ਇਹ ਧਿਆਨ ਰੱਖੋ। ਸੋ ਇਹ ਸਾਡੇ ਕੋਲ ਸੀਗਾ ਸਾਡਾ ਸੀ ਪਾਰਟ। ਉਸ ਤੋਂ ਨੈਕਸਟ ਅਸੀਂ ਕਰਾਂਗੇ ਡੀ, ਫੋਰਥ ਪਾਰਟ। ਫੋਰਥ ਪਾਰਟ ਦੇ ਵਿੱਚ ਸਾਡੇ ਕੋਲ ਹੈ ਕਿ d is a prime number which is divisor of 60। ਹੁਣ ਦੇਖੋ ਇਹ ਵੀ ਬੜਾ ਇੰਪੋਰਟੈਂਟ ਸਮ ਆ, ਤੁਹਾਨੂੰ ਕਾਫੀ ਚੀਜ਼ਾਂ ਪਤਾ ਹੋਣਾ ਚਾਹੀਦੀਆਂ ਵਾ। ਸੋ ਮੈਂ ਲਿਖੂੰਗਾ ਇਨ ਰੋਸਟਰ ਫਾਰਮ। ਸੋ ਮੇਰੇ ਕੋਲ a ਕਿੰਨਾ ਆ ਜਾਏਗਾ, ਸੌਰੀ a ਨਹੀਂ ਹੈਗਾ ਸਾਡੇ ਕੋਲ ਇੱਥੇ, ਇਹਦਾ ਨਾਮ ਕਿੰਨਾ ਪਾਇਆ ਸੀ d ਪਾਇਆ ਵਾ। ਸੋ ਇਹਦੇ ਵਿੱਚ ਕਿਹੜੇ ਕਿਹੜੇ ਆਉਣਗੇ ਧਿਆਨ ਨਾਲ ਦੇਖਣਾ। ਡਿਵਾਈਜ਼ਰ ਦਾ ਮਤਲਬ ਕੀ ਹੁੰਦਾ ਵਾ, ਦੇਖੋ ਪਹਿਲਾਂ ਤਾਂ ਪ੍ਰਾਈਮ ਨੰਬਰ ਦੇਖ ਲਓ ਕਿਹੜੇ ਕਿਹੜੇ ਹੁੰਦੇ ਆ, ਜੇ ਤੁਹਾਨੂੰ ਯਾਦ ਹੋਵੇ। ਪ੍ਰਾਈਮ ਨੰਬਰ ਹੁੰਦੇ ਆ ਜਿੱਦਾਂ 2 ਹੁੰਦਾ ਵਾ, 3 ਹੁੰਦਾ ਵਾ, ਤੁਹਾਨੂੰ ਯਾਦ ਆ ਜਾਏਗਾ ਅਭਾਜ ਸੰਖਿਆਵਾਂ ਕਹਿੰਦੇ ਇਹਨੂੰ ਅਸੀਂ ਪੰਜਾਬੀ ਦੇ ਵਿੱਚ। 2 3 5 7 11 13 17 19 23 29 31। ਠੀਕ ਹੈ, ਇਹ ਸਾਰੇ ਜਿਹੜੇ ਆਪਣੇ ਟੇਬਲ ਤੇ ਜਾਂਦੇ, ਜਾਂ ਇੱਕ ਤੇ ਜਾਂਦੇ ਆ ਜਾਂ ਆਪਣੇ ਟੇਬਲ ਤੇ ਜਾਂਦੇ ਆ, ਇਹਨਾਂ ਨੂੰ ਕਹਿੰਦੇ ਆ ਪ੍ਰਾਈਮ ਨੰਬਰ। ਉਸ ਤੋਂ ਬਾਅਦ ਡਿਵਾਈਜ਼ਰ ਦਾ ਮਤਲਬ ਹੁੰਦਾ ਕਿ 60 ਨੂੰ ਕਿਹੜਾ ਕਿਹੜਾ ਡਿਵਾਈਡ ਕਰਦਾ। 60 ਨੂੰ ਦੇਖੋ ਇੱਕ ਤਾਂ 1 ਡਿਵਾਈਡ ਕਰਦਾ ਵਾ। ਸੋ ਡਿਵਾਈਜ਼ਰ ਦੀ ਗੱਲ ਕਰ ਲਵਾਂ ਪਹਿਲਾਂ ਮੈਂ। ਡਿਵਾਈਜ਼ਰ ਆਫ 60 ਕਿਹੜੇ ਕਿਹੜੇ ਆ, ਜਿਹੜੇ 60 ਨੂੰ ਤਕਸੀਮ ਕਰ ਦਿੰਦੇ ਆ। ਦੇਖੋ 1 ਵੀ ਤਕਸੀਮ ਕਰ ਦਿੰਦਾ ਵਾ, 2 ਵੀ ਤਕਸੀਮ ਕਰ ਦਿੰਦਾ ਵਾ, 3 ਵੀ 60 ਨੂੰ ਡਿਵਾਈਡ ਕਰ ਦਿੰਦਾ ਵਾ। 3 ਦੁਣੀ 6 ਕੱਟਿਆ ਗਿਆ, 0 ਜਾਂ 0 ਆ ਜਾਏਗਾ। ਸੋ 3 ਆ ਜਾਏਗਾ। 4 4 ਦੇ ਪਹਾੜੇ ਦੇ ਵਿੱਚ ਜੇ ਅਸੀਂ ਪੜ੍ਹੀ ਜਾਵਾਂਗੇ, 4 ਨੂੰ 15 ਨਾਲ ਗੁਣਾ ਕਰੀਏ 60 ਆ ਜਾਂਦਾ। ਫਿਰ 5 ਜਿਹੜਾ ਵਾ 12 ਤੇ ਕੱਟਿਆ ਜਾਂਦਾ। 6 ਵੀ 60 ਨੂੰ ਡਿਵਾਈਡ ਕਰ ਦਿੰਦਾ। ਡਿਵਾਈਜ਼ਰ ਜਿਹੜਾ ਡਿਵਾਈਡ ਕਰਕੇ ਪੂਰਾ ਪੂਰਾ ਕੱਟ ਦੇਵੇ। ਸੋ ਧਿਆਨ ਰੱਖਣਾ, ਡਿਵਾਈਜ਼ਰ ਕਿਹੜਾ ਹੁੰਦਾ ਵਾ ਜਿਹੜਾ ਪੂਰਾ ਪੂਰਾ ਡਿਵਾਈਡ ਕਰਦੇ। ਮੰਨ ਲਓ 60 ਨੂੰ 6 ਵੀ ਡਿਵਾਈਡ ਕਰ ਦਿੰਦਾ, 6 × 6 ਕੱਟਿਆ ਗਿਆ, 0 ਆ ਗਿਆ, 0 ਜਾਂ 0 ਆ ਗਿਆ। ਸੋ ਜਿਹੜੇ ਜਿਹੜੇ ਇਹਨੂੰ ਡਿਵਾਈਡ ਕਰ ਦਿੰਦੇ, 6 ਵੀ ਕਰ ਦਿੰਦਾ, 7 ਨਹੀਂ ਕਰਦਾ, 8 ਨਹੀਂ ਕਰਦਾ, 9 ਨਹੀਂ ਕਰਦਾ, 10 ਵੀ ਕਰ ਦਿੰਦਾ। ਉਸ ਤੋਂ ਬਾਅਦ 12 5 60 ਹੁੰਦੇ ਆ। ਉਸ ਤੋਂ ਬਾਅਦ 15 ਚੌਕਾ 60 ਹੁੰਦੇ ਆ। ਉਸ ਤੋਂ ਬਾਅਦ 16 17 18 19 20 30 60 ਹੁੰਦੇ ਆ। 21 22 21 22 23 24 25 30 ਸਾਡੇ ਕੋਲ ਜਿਹੜਾ ਵਾ। 30 ਤੋਂ ਬਾਅਦ ਸਿੱਧਾ 60 ਆਏਗਾ। ਬਟ ਇਹਦੇ ਵਿੱਚੋਂ ਪ੍ਰਾਈਮ ਕਿਹੜੇ ਕਿਹੜੇ ਆ, ਦੇਖੋ ਇੱਕ ਤਾਂ 2 ਪ੍ਰਾਈਮ, ਉਸ ਤੋਂ ਬਾਅਦ ਕਿਹੜਾ ਪ੍ਰਾਈਮ ਆ 3 ਪ੍ਰਾਈਮ ਆ, ਉਸ ਤੋਂ ਬਾਅਦ ਕਿਹੜਾ ਪ੍ਰਾਈਮ ਆ 5, ਉਸ ਤੋਂ ਬਾਅਦ ਕੋਈ ਵੀ ਪ੍ਰਾਈਮ ਨਹੀਂ ਹੈਗਾ। ਤੁਸੀਂ ਦੇਖ ਲਓ ਉਹਨਾਂ ਨੇ ਕਿਹਾ ਸਿਰਫ ਤੇ ਸਿਰਫ ਐਂਡ ਪਾਇਆ, ਇਹਦੇ ਵਿੱਚ ਐਂਡ ਵੀ ਨਹੀਂ ਪਾਇਆ, ਸੌਰੀ। ਇਹਨਾਂ ਨੇ ਲਿਖਿਆ ਕਿ ਪ੍ਰਾਈਮ ਨੰਬਰ ਹੋਣੇ ਚਾਹੀਦੇ ਆ ਤੇ ਡਿਵਾਈਜ਼ਰ ਕਿਹਦੇ ਹੋਣੇ ਚਾਹੀਦੇ 60 ਦੇ। ਸੋ ਇਹਦਾ ਮਤਲਬ ਸਿਰਫ ਤੇ ਸਿਰਫ 3 ਹੀ ਨੰਬਰ ਆਉਣੇ। ਕਿਹੜੇ ਕਿਹੜੇ ਆਉਣਗੇ, 2 ਆ ਜਾਏਗਾ, 3 ਆ ਜਾਏਗਾ ਤੇ 5 ਆ ਜਾਏਗਾ। 2 3 5 ਨਾਲ ਸਾਡਾ ਸਮ ਜਿਹੜਾ ਵਾ ਉਹ ਕੰਪਲੀਟ ਹੋ ਜਾਏਗਾ ਪ੍ਰੋਪਰ। ਸੋ ਆਈ ਥਿੰਕ ਤੁਹਾਨੂੰ ਸਮਝ ਆਇਆ ਹੋਏਗਾ। ਸੋ ਡਿਵਾਈਜ਼ਰਸ ਬਾਰੇ ਪਤਾ ਹੋਣਾ ਚਾਹੀਦਾ। ਡਿਵਾਈਜ਼ਰ ਜਿਹੜੇ ਉਸ ਨੰਬਰ ਨੂੰ ਡਿਵਾਈਡ ਕਰਦੇ, ਉਸ ਤੋਂ ਛੋਟੇ ਛੋਟੇ ਜਿੰਨੇ ਵੀ ਨੰਬਰ ਹੁੰਦੇ ਆ, ਜਿਹੜੇ ਉਹਨੂੰ ਪੂਰਾ ਪੂਰਾ ਤਕਸੀਮ ਕਰ ਦਿੰਦੇ, ਡਿਵਾਈਡ ਕਰ ਦਿੰਦੇ। ਉਸ ਤੋਂ ਬਾਅਦ ਦੇਖੋ ਸੈਟ ਆਫ ਆਲ ਲੈਟਰਸ, ਉਹ ਕਹਿੰਦਾ ਕਿ ਇਹਦੇ ਵੱਖਰੇ ਵੱਖਰੇ ਲੈਟਰਸ ਲਿਖ ਦਿਓ। ਕਿਹੜੇ ਕਿਹੜੇ, ਟ੍ਰਿਗਨੋਮੈਟਰੀ 'ਚ ਇੱਕ ਟੀ ਆਉਂਦਾ ਵਾ, ਇੱਕ ਆਰ ਆਉਂਦਾ ਵਾ, ਫਿਰ ਇੱਕ ਆਈ ਆਉਂਦਾ ਵਾ, ਇੱਕ ਜੀ ਆਉਂਦਾ ਵਾ। ਸੋ ਇਹ ਬੜਾ ਸਿੰਪਲ ਆ। ਪਹਿਲੇ ਦਾ 5ਵਾਂ ਪਾਰਟ, ਸੋ ਅਸੀਂ ਲਿਖਾਂਗੇ, ਸੌਰੀ 3rd ਦਾ। ਸੋ ਮੈਂ ਸਾਰਿਆਂ 'ਚ ਫਸਟ ਪਾਈ ਜਾਣਾ, ਸੌਰੀ। ਸੋ ਇਹ ਥੋੜਾ ਜਿਹਾ ਸਾਨੂੰ ਸਹੀ ਕਰਨਾ ਪੈਣਾ ਇੱਥੇ। ਇਹ ਜਿਹੜੇ ਸਾਰੇ ਪਾਰਟਸ ਆ, ਇਹ
थर्ड वा साडे कोल थर्ड सम आ सारा। सो थर्ड दा फर्स्ट पार्ट असीं लिखांगे इन रोस्टर फॉर्म। असीं रिपीट नहीं करना जिहड़ा भी अखर, जिवें देखो इहदे विच टी जिहड़ा वा वो 2 टाइम्स आ गया, टी भी 2 टाइम्स आ गया वा, ओ भी 2 टाइम्स आ गया। असीं एक बारी लिखना बस इहदे विच। सो असीं लिखांगे ई इक्वल टू एक तो टी आ जाएगा, फिर आर आ जाएगा, आई आ जाएगा, फिर जी आ जाएगा, एन आ जाएगा, ओ आ जाएगा, फिर एन भी 2 बारी है शायद, नहीं एम आ जाएगा, ई असी लिख सकते हैं ट्रिगनोमैट्री, टी लिख लिया होया वा, आर लिख लिया होया वा, ते वाई आ गया, कॉमा पा के असी रोस्टर फॉर्म के जिहड़ा ये लिख देना वा। क्लीयर। सो इत्थे तक सीगा साडा ये सम। उस तो बाद साडे कोल लास्ट पार्ट रह गया 6वां इहदा। सो मैं इत्थे लिख दिंदा ये थर्ड दा 6th पार्ट साडे कोल है इन रोस्टर फॉर्म। कहते एफ की है सैट ऑफ ऑल लैटर्स इन द वर्ल्ड बैटर। सो एफ दे विच की आ जाएगा सेम उस तरीके नाल जिद्दां असीं बैटर दा लिखांगे बी आ जाएगा विच, ई आ जाएगा, फिर टी एक बारी आ जाएगा, ई पहले लिखा होया ते आर आ जाएगा। सो 4 ही ऑब्जेक्ट आउणगे इहदे विच बी ई टी आर। सो इत्थे तक जिहड़ा साडा जिहड़ा वा वो 1.1 एक्सरसाइज दा थर्ड सम जिहड़ा साडे कोल कंप्लीट हो चुका वा। सो असीं नैक्सट करांगे फोर्थ सम इहदा। सो फोर्थ सम दे विच साडे कोल की है, वो कहंदे कि इहनूं सैट बिल्डर फॉर्म च लिखो। वेरी वेरी इंपॉर्टेंट। सो बहुत ही ज़्यादा इंपॉर्टेंट सैट बिल्डर के बारे साडे कोल पेपरां दे विच पुछया जांदा वा। सो वेरी 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 इंपॉर्टेंट। ठीक है। सो फोर्थ का फर्स्ट पार्ट करांगे असीं। ठीक है। सो फर्स्ट पार्ट साडे को है, असीं इहनूं कोई एक नाम दे लैंदे आ पहलां तां। ठीक है, इहदा एक नाम ले लैंदे क्योंकि असीं इहनूं नाम किहड़ा दिंदे आ लेट ए इक्वल टू। सो असीं लिख लैंदे आ 3 6 9 ते 12। सो देखो असीं इहनूं लिखना वा सैट बिल्डर फॉर्म दे विच। सैट बिल्डर फॉर्म मैं तुहानूं दस्सिआ सी, उहदे विच एक प्रॉपर्टी लिखदे आ ते असीं उहदे विच एक्स ते कॉलन पाउने आ। सब तो पहलां सैट बिल्डर फॉर्म। सो असीं की लिखते हैं कि ए इक्वल टू, पहला तो स्टार्टिंग तो इत्थों होनी है, उस तो बाद देखते हैं असीं किद्दां लिख सकते हैं। एक्स के बारे लिखनी गल असीं 3 6 9 12। देखो सो देखो मैं ना इनू तुहानूं एक मैथमेटिकल सेंस लिखदा, लिखण नूं असीं ये भी लिख सकते हैं कि एक्स इज ए, तुहाडी लैंग्वेज जे पहलां लिखीए तो एक टेबल चलदा पिया, असीं कहांगे एक्स इज ए टेबल ऑफ 3 अप टू 12। मतलब 3 1 या 3 3 2 या 6 3 3 या 9 3 4 या 12। ठीक है। ठीक है। बट मैं इतने बड़ी सिंपल लैंग्वेज नहीं, मैं इनू मैथमेटिकल सेंस च लिखूंगा। सो मैं इतने कहूँगा कि एक्स जोड़ा वा वो किहदे बराबर वा, 3n के बराबर वा। स्मॉल n पा लिया मैं इतने, तो जिथे मैं n के बारे गल करती कि n की हो सकता 1 हो सकता 2 हो सकता 3 हो सकता तो 4 हो सकता। सो इस तरीके नाल मैं इनू लिख सकदा। जिवें देखो मैं काफ़ी टर्म्स दसूँगा भी सब तो बेस्ट किहड़ी आ सी, जिहड़ी मैं तुहानूं उस तो बाद दसूँगा 3 तरीके नाल लिख के। देखो जो n नूं 1 भरोगे, देखो x साडे को आह वा, जो तुम n नूं 1 फिल करोगे 3 एक का मतलब है 3 गुणा 1 मतलब 3 आ जाएगा। तो साडा 3 कवर हो गया। उस तो बाद जो मैं 2 भरूंगा n नूं, आ 2 लै लूँगा, 3 नूं 2 भरिया 3 दूनी 6, मेरे को 6 भी कवर हो गया। जो मैं 3 लाऊँगा तो मेरे को 3 तिया 9 आ जाएगा। सो मेरा 9 भी कवर हो जाएगा। सो 3 नूं जो मैं 4 फिल करूँगा तो 4 या 12 आ जाएगा। सो मेरा 12 भी कवर हो जाएगा। तो तुसीं देखोगे भी इस तरीके नाल भी असीं जिहड़ा वा वो लिख सकते हैं सैट बिल्डर फॉर्म। जिहड़ा सिंपल लैंग्वेज लिखना वा वो असीं इदां लिख सकते हैं। जे मैं गल करां, वैसे मैं कभी कहूँगा नहीं तुसीं इदां लिखो, मैं और कह सकदा इत्थे मैं कहूँगा एक्स कॉलन, मैं कहूँगा एक्स इज ए मल्टीपल, कहते हैं जो टेबल में मैथ लिखते थे कहते मल्टीपल ऑफ 3 लैस दैन 13, लैस दैन 13 लिख दो। क्योंकि जो मल्टीपल ऑफ 3 होंगे वो 3 का टेबल होंगे, इसका मतलब होंगे 3 का टेबल 3 6 9 12। पर असी कहता लैस दैन, लैस दैन का मतलब छोटा, 13 तो छोटा मतलब 12 तक ही असी रुक जाना। तुम इनू इदा भी लिख सकते हैं। सो दिस इज़ द प्रॉपर्टी। सो इनू इस तरीके भी लिख सकते हैं। बाकी जिहड़ा इहदा या एक होर तरीके लिख सकते तुसीं, सेम हुंदा यही है कि एक्स इज इक्वल टू 3n। जिथे तुसीं कहोगे n जिहड़ा वा वो नैचुरल नंबर नूं बिलोंग करेगा, मतलब इहदा मैं दस्सिआ सी बिलोंग्स टू।
ठीक है। बिलोंग्स टू का मतलब ये नैचुरल नंबर की फैमिली चो आता। नैचुरल नंबर की फैमिली की होंगे वा 1 2 3 4 5 6 सारा ਇਹਦਾ मतलब एक कुछ भी हो सकता, बट सानू एन कितने तक चाहिए वा 12 तक बस। ਅਸੀਂ ਕਵਾਂਗੇ n ਕੀ ਆ ਇੱਥੇ n ਲੈਸ ਦੈਨ ਇਕੁਅਲ ਟੂ 4 ਹੀ ਹੈ। ਦੇਖੋ n ਅਸੀਂ ਲੈਣਾ, ਇਹ ਹੋਰ ਟੈਕਨੀਕਲ ਹੋ ਗਿਆ। ਜੇ ਆਪਾਂ ਗੱਲ ਕਰੀਏ ਤੁਸੀਂ ਇਹਨੂੰ ਸਿੱਖਣਾ, ਦਿਸ ਇਜ਼ ਦਾ ਬੈਸਟ ਮੈਥਡ। ਸੋ ਜੇ ਤੁਹਾਨੂੰ ਆਹ ਲਿਖਣਾ ਆ ਗਿਆ ਤਾਂ ਅਸੀਂ ਮੈਥ ਦੇ ਅਸਲ ਰੂਪ ਦੇ ਵਿੱਚ ਅਸੀਂ ਚੱਲਦੇ ਹਾਂ। ਸਹੀ ਤੁਹਾਡੇ ਤਿੰਨੇ ਹੋ ਜਾਣਗੇ। ਹਜੇ ਤੁਸੀਂ ਨਵੇਂ ਆ, ਅਸੀਂ ਹੋਰ ਵੀ ਕਰਾਂਗੇ ਸੈਕੰਡ ਪਾਰਟ ਥਰਡ ਪਾਰਟ, ਤੁਹਾਨੂੰ ਕਲੈਰਿਟੀ ਹੋ ਜਾਏਗੀ ਕਿ ਸੈਟ ਬਿਲਡਰ ਫਾਰਮ 'ਚ ਲਿਖਣਾ ਕਿੱਦਾਂ ਵਾ। ਕਲੀਅਰ। ਸੋ ਇਹਦਾ मतलब मैं थोड़ा डिटेल दूंगा कि n ਲੈਸ ਦੈਨ ਇਕੁਅਲ ਟੂ 4 ਦਾ मतलब n ਨੈਚੁਰਲ ਨੰਬਰ ਦੇ ਵਿੱਚੋਂ ਲੈਣਾ 1 2 3 4 5 6। ਇਹਦਾ मतलब ਇਹ ਕਹਿੰਦਾ ਕਿ 1 ਲੈ ਲਓ 2 ਲੈ ਲਓ 3 ਲੈ ਲਓ ਤੇ 4 ਹੀ ਲੈਣਾ ਬਸ, ਕਿਉਂਕਿ ਇੱਥੇ ਇਕੁਅਲ ਟੂ ਵੀ ਪਾਇਆ ਹੋਇਆ। ਠੀਕ ਹੈ। ਸੋ ਇਸ ਕਰਕੇ मैं 4 तक ਲਾਉਂਗਾ। ਜਦੋਂ मैं ਇੱਥੇ ਕਦੀ 1 ਭਰੂੰਗਾ, ਫਿਰ ਕਦੀ 2 ਭਰੂੰਗਾ, ਸੋ ਕਦੀ 3 ਭਰੂੰਗਾ, ਤਾਂ ਮੇਰੇ ਕੋਲ ਇੱਥੇ 3 ਵੀ ਆ ਜਾਏਗਾ, 6 ਵੀ ਆ ਜਾਏਗਾ, 9 ਵੀ ਆ ਜਾਏਗਾ, 12 ਵੀ ਆ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। सो दिस इज़ द बेस्ट मैथड। सो नैक्सट साढ़े को जोड़ा असी देख लें, साढ़े को सैकेंड सम जोड़ा वा सैकेंड पार्ट। सो असी करांगे सैकेंड पार्ट, फोर्थ का सैकेंड पार्ट। अगेन असी लैट कर लें इहदा नाम, मैं अगेन यही पा देना इहदा नाम। सो 2 4 6 8 16 ते 32। सो तुसीं देखो बड़ी कमाल की चीज़ है। पहले तो सानू पैटर्न नहीं लभना कि आऊगा कितना। सो बहुत ही ज़्यादा वधिया वा इन सैट बिल्डर फॉर्म। देखो एक चीज़ दसा मैं तुहानू ये किद्दां बनी है, पहला तुहानू ये लभना पैना। देखो ये चीज़ मैं तुहानू सिखा नहीं सकदा, तुसीं अपने माइंड नूं इन्ना डिवेलप करना वा। 2 दी पावर 1 कितना हुंदा वा 2 हुंदा वा। उस तो बाद देखो अगेन दूजा नंबर किद्दां बनिया 2 दी पावर 2 दैट इज इक्वल टू 4, क्योंकि 2 दी 2 का मतलब कितना हुंदा वा 2 मल्टीप्लाई 2 दैट इज इक्वल टू 4। फिर 2 दी पावर 3 वो कितना बन गया 2 मल्टीप्लाई 2 मल्टीप्लाई 2 दैट इज इक्वल टू 2 2 या 4 4 2 या 8। फिर 2 दी पावर 4 2 मल्टीप्लाई 2 मल्टीप्लाई 2 मल्टीप्लाई 2 2 दूनी 4 4 दूनी 8 दूनी 16 मतलब 16 आ गया। 2 2 या 4 4 2 या 8 8 2 या 16। सो देन 2 दी पावर साढ़े को 5 आ जाए। सो दैट इज 2 मल्टीप्लाई 2 मल्टीप्लाई 2 मल्टीप्लाई 2। सो साढ़े को 2 कितनी बारी आ गया 5 टाइम्स साढ़े को जो 2 आया। तो जो असी 5 टाइम्स 2 को मल्टीप्लाई करांगे साढ़े को की बनेगा 2 2 या 4 4 2 या 8 8 2 या 16 16 2 या 32। सो साढ़े को 30। तो देखो साड़ी जी आ टर्म्स आ सारियां इदा बनिया। सो यदा मतलब तुसीं देखना ध्यान नाल कि किस तरीके नाल साढ़े को इत्थे आउणा वा। सैट बिल्डर फॉर्म वेरी इंपोर्टेंट। मैं डायरैक्टली मैथमैटिकल सेंस वाली लिखूंगा कि इहदे विच ओ एक्स आउणा वा जिहदे विच एक्स की आ 2 दी पावर n वा, 2 दी घात जिहनूं पंजाबी च असीं कह दिंदे आ। ਤੇ n ਸਾਡਾ ਕੀ ਹੋ ਸਕਦਾ ਵਾ 1 ਹੋ ਸਕਦਾ ਵਾ 2 ਹੋ ਸਕਦਾ ਵਾ 3 ਹੋ ਸਕਦਾ 4 ਹੋ ਸਕਦਾ ਤੇ 5। ਕਿਉਂਕਿ ਜਦੋਂ ਤੁਸੀਂ ਇੱਥੇ n ਦੀ ਜਗ੍ਹਾ ਤੇ 2 ਦੀ n ਦੀ ਜਗ੍ਹਾ ਤੇ 1 ਭਰੋਗੇ 2 ਦੀ 1 मतलब 2 ਆ ਗਿਆ। ਜਦੋਂ n ਦੀ ਜਗ੍ਹਾ ਤੇ 2 ਭਰੋਗੇ ਤਾਂ 4 ਆ ਜਾਏਗਾ। ਜਦੋਂ n ਦੀ ਜਗ੍ਹਾ ਤੇ 3 ਭਰੋਗੇ ਤਾਂ ਸੌਰੀ 2 4 6 8 ਵਾ ਇੱਕ ਸੈਕਿੰਡ। ਸੋ ਇੱਥੇ ਮੈਂ 6 ਗਲਤ ਲਿਖ ਗਿਆ। ਸੋ ਇਹਦੇ ਵਿੱਚ 6 ਨਹੀਂ ਹੈਗਾ ਸਾਡੇ ਕੋਲ ਸਿੱਧਾ ਡਾਇਰੈਕਟਲੀ 8 ਹੀ ਆ ਇੱਥੇ। सो असी देखा साढ़े को 8 भी आ जाएगा 2 दी 3 फिर 2 दी 4 16 भी आ जाएगा तो 32 भी आ जाएगा। आई थिंक तुहानू समझ लग गया होएगा। सो आ मैं तदे एक्सप्लेनेशन तुहानू दित्ती सी कि इस तरीके नाल जिहड़ा वा आ सकदा। सो ये साडा सम जिहड़ा इत्थे कंप्लीट हो जांदा वा। सो होर इहनूं खास किसी तरीके नाल लिख नहीं सकदे। जे होर किसी तरीके नाल लिखना होवे तां ओह सेम जिहड़ा मैं तुहानू बेस्ट तरीका दस्सिया सी कि x दी पावर 2 दी n ते तुसीं इत्थे लिख सकदे n लैस दैन इक्वल टू 5। तो n किनू बिलोंग करता वा नैचुरल नंबर में, क्योंकि कैपिटल n किनू लिखते हैं सैट ऑफ नैचुरल नंबर। सो ये साडे को जिहड़ा वा इस तरीके नाल जिहड़ा वो आ जाएगा। उस तो बाद साडे को थर्ड पार्ट वा। सो ये भी इस तरीके नाल बनिया वा। देखो मैं इत्थों दस दवां 5 दी पावर 1 5 हुंदा 5 दी पावर 2 कितना हुंदा 5 मल्टीप्लाई 5 दैट इज 25। फिर 5 दी 3 आ जाएगा इत्थे 5 मल्टीप्लाई 5 मल्टीप्लाई 5 5 हो जाए 25 5 या 125। सो इतने 5 दी पावर 4। सो सेम बड़ा बहुत ईजी आ, ईजिली असीं इहनूं कर सकते हैं। फोर्थ का थर्ड पार्ट। सो पहला लैट कर लीए इहदा नाम ए ही पा दिंदे असीं। सो साडे कोल 5 आ 25 आ 125 आ ते 625 आ। सो इन सैट बिल्डर फॉर्म सो असीं इत्थे लिखांगे कि ए किहदे इक्वल आ दैट इज इक्वल टू इहदे विच ओ एक्स आ जाणगे कि एक्स जिहड़ा वो किहदे बराबर होएगा 5 दी पावर n ते n की होएगा
ਜਾਂ ਤਾਂ 1 ਹੋ ਸਕਦਾ ਜਾਂ 2 ਜਾਂ 3 ਜਾਂ 4। ਸੋ 4 ਤੱਕ ਹੀ ਜਾਂਦਾ ਸੀ। ਸੋ ਮੈਂ ਇੱਥੇ ਸਮਝਾਇਆ ਤੁਹਾਨੂੰ ਜਿਵੇਂ। ਸੋ ਇਹ ਸਾਡਾ ਇੱਥੇ ਇਹਦੀ ਸੈਟ ਬਿਲਡਰ ਫਾਰਮ ਜਿਹੜੀ ਆ ਉਹ ਖਤਮ ਹੋ ਜੂਗੀ। ਉਸ ਤੋਂ ਬਾਅਦ ਦੇਖੋ ਇਹਦਾ ਫੋਰਥ ਪਾਰਟ ਸਾਡੇ ਕੋਲ, ਫੋਰਥ ਪਾਰਟ ਅਗੇਨ ਲੈਟ ਕਰਦੇ ਹਾਂ। ਲੈਟ a ਇਜ਼ ਇਕੁਅਲ ਟੂ ਸਾਡੇ ਕੋਲ 2 4 6। ਦੇਖੋ ਇਹ ਚੱਲੀ ਜਾਂਦਾ ਇੱਦਾਂ। ਸੋ 2 4 6 ਮਤਲਬ ਇਹ ਚੱਲੀ ਜਾਣਾ ਸੀ, 8 ਆ ਜਾਣਾ ਸੀ, 10 ਆ ਜਾਣਾ ਸੀ, 12 ਆ ਜਾਣਾ ਸੀ। ਸੋ ਸਾਨੂੰ ਇੱਥੋਂ ਆਈਡੀਆ ਹੋ ਗਿਆ ਇਹ ਕਿਹੜੇ ਨੰਬਰ ਹੁੰਦੇ ਆ। ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਈਵਨ ਨੰਬਰਸ ਹੁੰਦੇ ਆ। ਸੋ ਮੈਂ ਸਿੰਪਲੀ ਇਹਨਾਂ ਨੂੰ ਲਿਖ ਦੂੰਗਾ ਕਿ ਇਨ ਸੈਟ ਬਿਲਡਰ ਫਾਰਮ, ਸੋ ਮੈਂ ਲਿਖ ਦੂੰਗਾ a ਇਜ਼ ਇਕੁਅਲ ਟੂ, ਇੱਥੇ ਉਹ x ਹੋਣਗੇ, ਕਾਲਨ ਪਾ ਦਾਂਗੇ, ਜਾਂ ਮੈਂ ਤੁਹਾਨੂੰ ਦੱਸਿਆ ਸੀ ਵੈਸੇ ਇਦਾਂ ਵੀ ਪਾ ਸਕਦੇ ਹਾਂ ਕਿ x ਇਜ਼ ਏ ਈਵਨ ਨੈਚੁਰਲ ਨੰਬਰ ਆ ਪਰ ਈਵਨ। ਜੇ ਇਹਨੂੰ ਹੋਰ ਤਰੀਕੇ ਨਾਲ ਲਿਖਣਾ ਹੋਵੇ ਤਾਂ ਤੁਸੀਂ ਇਹਨੂੰ ਲਿਖ ਸਕਦੇ ਆ ਕਿ ਇਹਦੇ ਵਿੱਚ ਉਹ x ਹੋਣਗੇ ਕਿ x ਕਿਹਦੇ ਬਰਾਬਰ ਹੋਵੇਗਾ 2n, ਕਿਉਂਕਿ ਦੇਖੋ ਜਦੋਂ ਤੁਸੀਂ n ਨੂੰ 1 ਭਰੋਗੇ, ਜਦੋਂ n ਨੂੰ 1 ਭਰੋਗੇ 2 1 ਜਾਂ 2, ਜੇ 2 ਭਰੋਗੇ 4 ਆ ਜਾਏਗਾ, 3 ਭਰੋਗੇ 6 ਆ ਜਾਏਗਾ, 4 ਭਰੋਗੇ 8 ਆ ਜਾਏਗਾ। ਸੋ ਇਸ ਤਰੀਕੇ ਨਾਲ n ਨੇ ਬਦਲੀ ਜਾਣਾ ਵਾ। ਸੋ n ਕੀ ਹੋ ਸਕਦਾ ਇੱਥੇ, n ਤੁਹਾਡਾ ਕੁਝ ਵੀ ਹੋ ਸਕਦਾ, 1 2 3 4 5 6 7 8 ਸਾਰਾ ਕੁਝ ਹੋ ਸਕਦਾ। ਸੋ ਮੈਂ ਇਹ ਸਾਰੇ ਨੂੰ ਇਦਾਂ ਨਹੀਂ ਲਿਖੂੰਗਾ ਕਿਉਂਕਿ ਇਹਦੀ ਸ਼ਾਰਟ ਫਾਰਮ ਹੈਗੀ ਆ ਕਿ ਜੇ ਤੁਸੀਂ ਇਸ ਚੀਜ਼ ਨੂੰ ਲਿਖਣਾ ਹੋਵੇ 1 2 3 4 5 6 7 ਚੱਲੀ ਜਾਣਾ, ਤੁਸੀਂ ਇਹਨੂੰ ਸਿੰਪਲ ਆ ਲਿਖ ਦਿਓ। ਕਿਉਂਕਿ ਮੈਥ ਜਿਹੜਾ ਵਾ ਉਹਨੂੰ ਕਿਸੇ ਵੀ ਚੀਜ਼ ਨੂੰ ਸ਼ਾਰਟ ਟਰਮ ਦੇ ਵਿੱਚ ਲਿਖਣ ਦਾ ਤਰੀਕਾ ਹੀ ਆ। ਸੋ ਮੈਂ ਇੱਥੇ ਲਿਖ ਦੂੰਗਾ ਕਿ n ਕਿਹਨੂੰ ਬਿਲੋਂਗ ਕਰੇਗਾ, ਨੈਚੁਰਲ ਨੰਬਰ। ਤੇ ਨੈਚੁਰਲ ਨੰਬਰ ਦੀ ਫੈਮਿਲੀ ਬਹੁਤ ਵੱਡੀ ਆ, ਕਿਉਂਕਿ ਨੈਚੁਰਲ ਨੰਬਰ ਦੀ ਫੈਮਿਲੀ 'ਚ 1 2 3 4 5 ਇਹਦਾ ਮਤਲਬ ਇਹ ਸਾਰੀਆਂ ਪੋਸੀਬਿਲਿਟੀ ਆ ਜਾਣੀਆਂ 1 2 3 4। ਸੋ ਮੇਰੇ ਹਿਸਾਬ ਨਾਲ ਈਜ਼ੀਲੀ ਤੁਸੀਂ ਇਹਨੂੰ ਇਦਾਂ ਲਿਖ ਸਕਦੇ ਆ। ਸੋ ਮੈਂ ਇਹਨੂੰ ਬੈਸਟ ਮੈਥਡ ਕਹੂੰਗਾ, ਵੈਸੇ ਤੁਸੀਂ ਉੱਪਰਲਾ ਵੀ ਲਿਖ ਸਕਦੇ, ਕੋਈ ਏਡਾ ਮਸਲਾ ਨਹੀਂ। ਸੋ ਈਜ਼ੀਲੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨੂੰ ਅਸੀਂ ਕਿੱਦਾਂ ਲਿਖਣਾ। ਸੋ ਉਸ ਤੋਂ ਨੈਕਸਟ, ਸੋ ਦਿਸ ਮੈਥਡ ਇਜ਼ ਬੈਸਟ ਮੈਂ ਕਹੂੰਗਾ। ਜੇ ਤੁਸੀਂ ਇਹ ਸਿੱਖ ਲਿਆ ਤਾਂ ਇਟ ਮੀਨਸ ਅਸੀਂ ਮੈਥ ਦੇ ਵਿੱਚ ਮਤਲਬ ਅਸੀਂ ਪੌੜੀਆਂ ਕਰਦੇ ਕਰਦੇ ਅਸੀਂ ਮੈਥ ਦੇ ਵਿੱਚ ਮਾਸਟਰੀ ਹਾਸਲ ਕਰ ਲੈਣੀ ਆ। ਸੋ ਫੋਰਥ ਦਾ ਫਿਫਥ ਪਾਰਟ ਕਰਾਂਗੇ ਅਸੀਂ। ਸੋ ਫਿਫਥ ਪਾਰਟ ਦੇ ਵਿੱਚ ਮੈਂ ਲੈਟ ਅਗੇਨ ਇਹਨੂੰ a ਕਰ ਲੈਣਾ। ਸਾਡੇ ਕੋਲ ਫਿਫਥ ਪਾਰਟ ਕਿੰਨਾ 14900। ਸੋ ਸਾਡੇ ਕੋਲ ਹੈ 149 ਸੋਨ ਅਪ ਟੂ 100 ਤੱਕ। ਸੋ ਜੇ ਤੁਹਾਨੂੰ ਇਹਦੇ ਬਾਰੇ ਕੁਝ ਪਤਾ ਲੱਗੇ, ਦੇਖੋ ਇਹ ਤਾਂ ਸਪੈਸ਼ਲ ਇਦਾਂ ਦੇ ਆਉਣੇ ਆ, ਤੁਸੀਂ ਅਜੇ ਨਿਊ ਆਏ ਆ, ਇਦਾਂ ਦੇ ਰੀਜ਼ਨਿੰਗ ਵੀ ਆਉਂਦੀ ਆ। ਜੇ ਤੁਸੀਂ ਛੋਟੀ ਕਲਾਸ ਦੇ ਵਿੱਚ ਕੋਈ NTSC ਦਾ ਟੈਸਟ ਦਿੱਤਾ ਹੋਵੇ ਜਾਂ ਕੋਈ ਇਦਾਂ ਦਾ ਟੈਸਟ ਦਿੱਤਾ ਹੁੰਦਾ ਤਾਂ ਤੁਹਾਨੂੰ ਉਹਦੇ ਵਿੱਚ ਕੰਪੀਟੀਸ਼ਨ ਐਗਜ਼ਾਮ 'ਚ ਕੁਝ ਰੀਜ਼ਨਿੰਗ ਆਉਂਦੀ ਹੁੰਦੀ ਆ, ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਆਉਂਦੀਆਂ। ਸੈਟ ਬਿਲਡਰ ਫਾਰਮ, NMMs ਦਾ ਟੈਸਟ ਹੁੰਦਾ ਵਾ ਇੱਕ। ਸੋ ਦੇਖੋ ਇਹ ਮੈਂ ਤੁਹਾਨੂੰ ਦੱਸ ਦਵਾਂ ਕਿੱਦਾਂ ਬਣਿਆ। 1 ਦਾ ਸਕੇਅਰ ਕਿੰਨਾ ਹੁੰਦਾ ਵਾ, 1 ਹੀ ਹੁੰਦਾ। ਫਿਰ ਲਿਖਿਆ ਉਹਨਾਂ ਨੇ 2 ਦਾ ਸਕੇਅਰ, 2 ਦਾ ਸਕੇਅਰ ਹੁੰਦਾ 2 × 2 4। ਫਿਰ ਹੈਗਾ 3 ਦਾ ਸਕੇਅਰ, ਉਹ ਕਿੰਨਾ ਹੁੰਦਾ 3 × 3 9। ਫਿਰ ਆਉਣਾ ਸੀ 4 ਦਾ ਸਕੇਅਰ, 4 × 4 ਇਜ਼ ਇਕੁਅਲ ਟੂ 16। ਫਿਰ ਆਉਣਾ ਸੀ 5 ਦਾ ਸਕੇਅਰ, ਫਿਰ ਆਉਣਾ ਸੀ 5 × 5 25। ਇਦਾਂ ਹੀ ਕਰਦੇ ਕਰਦੇ 10 ਦਾ ਸਕੇਅਰ ਤੱਕ ਅਸੀਂ ਜਾਣਾ ਸੀ। 10 × 10 ਇਜ਼ ਇਕੁਅਲ ਟੂ 100। ਤੁਸੀਂ ਦੇਖੋ ਜਿਹੜਾ ਬ੍ਰੈਕਟ ਵਾ ਨਾ, ਬ੍ਰੈਕਟ ਦੇ ਵਿਚਲਾ ਅੱਖਰ ਬਦਲ ਰਿਹਾ, 1 ਆ ਰਿਹਾ, ਕਦੀ 2 ਆ ਰਿਹਾ, ਕਦੀ 3 ਆ ਰਿਹਾ, ਕਦੀ 4 ਆ ਰਿਹਾ। ਸੋ ਇੱਥੋਂ ਸਾਨੂੰ ਆਈਡੀਆ ਹੋ ਰਿਹਾ ਵਾ ਕਿ ਅਸੀਂ ਕੀ ਲਿਖਾਂਗੇ ਇਹਨੂੰ, ਕਿ ਇਹਦੇ ਵਿੱਚ ਉਹ x ਆਉਣਗੇ ਕਿ x ਕਿਹਦੇ ਬਰਾਬਰ ਹੋਏਗਾ, n ਦਾ ਸਕੇਅਰ। ਕਿਉਂਕਿ ਪਾਵਰ ਜਿਹੜੀ ਆ ਉਹ ਚੇਂਜ ਨਹੀਂ ਹੋ ਰਹੀ, ਪਾਵਰ 2 ਹੀ ਰਹਿ ਰਹੀ, ਪਾਵਰ ਹਮੇਸ਼ਾ 2 ਹੀ ਰਹਿ ਰਹੀ ਆ। ਸੋ ਇਹਦਾ ਮਤਲਬ n ਨੂੰ ਕੀ ਲਵਾਂਗੇ, ਇੱਕ 1 ਆ ਜਾਏਗਾ, 2 ਆ ਜਾਏਗਾ, 3 ਆ ਜਾਏਗਾ, 4 ਆ ਜਾਏਗਾ, 5 6 7 8 9 ਤੇ 10। ਕਾਫੀ ਵੱਡਾ ਵਾ। ਸੋ ਮੈਂ ਇਹਨੂੰ ਇਦਾਂ ਨਹੀਂ ਲਿਖੂੰਗਾ। ਸੋ ਮੈਂ ਇਹਦੀ ਜਗ੍ਹਾ ਤੇ ਲਿਖ ਸਕਦਾ, ਮੈਂ ਇੱਥੇ ਦੁਬਾਰਾ ਲਿਖ ਦਿੰਦਾ ਸਾਰਾ, ਕਿ ਮੈਂ ਇਹਦੀ ਜਗ੍ਹਾ ਤੇ ਲਿਖੂੰਗਾ n ਦਾ ਸਕੇਅਰ, ਤੇ ਇੱਥੇ ਲਿਖ ਦੂੰਗਾ n ਜਿਹੜਾ ਵਾ ਉਹ 10 ਤੋਂ ਛੋਟਾ ਵਾ, ਤੇ ਨਾਲ ਹੀ ਕਹਿ ਦੂੰਗਾ n ਕਿਹਨੂੰ ਬਿਲੋਂਗ ਕਰਦਾ ਵਾ, ਨੈਚੁਰਲ ਨੰਬਰ ਨੂੰ। ਕਲੀਅਰ। ਸੋ ਇਹ 'ਚ ਸਾਰਾ ਕੁਛ ਹੀ ਜਿਹੜਾ ਵਾ ਉਹ ਆ ਜਾਂਦਾ। ਸੋ ਆਹ ਏਡੀ ਵੱਡੀ ਚੀਜ਼ ਲਿਖਣ ਦੀ ਬਜਾਏ ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਆ। ਸੋ ਇਹ ਤੁਹਾਡਾ ਬੈਸਟ ਵਾ। ਲਿਖਣ ਨੂੰ ਤੁਸੀਂ ਉੱਪਰਲਾ ਵੀ ਲਿਖ ਦਿਓ, ਕੋਈ ਏਡਾ ਇਸ਼ੂ ਨਹੀਂ ਹੈਗਾ, ਠੀਕ ਹੈ। ਸੋ ਇੱਥੇ ਵੀ ਤੁਸੀਂ ਖਤਮ ਕਰ ਸਕਦੇ ਆ। ਤੁਹਾਡਾ ਇਹ ਦੋਨੇ ਜਿਹੜੇ ਤਰੀਕੇ ਆ ਉਹ ਬਿਲਕੁਲ ਸਹੀ ਹੋਣਗੇ। ਸੋ ਸਾਡੇ ਇਸ ਐਕਸਰਸਾਈਜ਼ ਦੇ 2 ਸਮ ਰਹਿ ਗਏ ਆ। ਸੋ ਫਿਫਥ ਸਮ ਸਾਡੇ ਕੋਲ, ਇਸ ਤੋਂ ਬਾਅਦ 6th ਸਮ ਰਹਿ ਜਾਣਾ ਇੱਕ, ਤੇ ਫਿਰ ਫਿਨਿਸ਼ ਹੋ ਜਾਣੀ ਐਕਸਰਸਾਈਜ਼। ਲਿਸਟ ਆਲ ਦਾ ਐਲੀਮੈਂਟਸ। ਜਦੋਂ ਲਿਸਟ ਆਲ ਦਾ ਐਲੀਮੈਂਟਸ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਯਾਦ ਹੋਣਾ ਚਾਹੀਦਾ ਕਿ ਅਸੀਂ ਰੋਸਟਰ ਫਾਰਮ ਪੜ੍ਹੀ ਸੀ, ਕਿ ਰੋਸਟਰ ਫਾਰਮ ਦੇ ਵਿੱਚ ਅਸੀਂ ਲਿਸਟ ਕਰਦੇ ਸੀ ਸਾਰੇ ਐਲੀਮੈਂਟਸ। ਸੋ ਇਹਦਾ ਮਤਲਬ, ਨਾਲੇ ਵੈਸੇ ਵੀ ਸਾਨੂੰ ਪਤਾ ਕਿ ਜਿਹੜੀ ਐਕਸ ਕਾਲਨ ਵਾਲੀ ਫਾਰਮ ਹੁੰਦੀ ਹੈ, ਇਹ ਕਿਹੜੀ ਫਾਰਮ ਹੁੰਦੀ ਆ, ਸੈਟ ਬਿਲਡਰ ਫਾਰਮ, ਜਿਹੜੀ ਅਸੀਂ ਹੁਣੇ ਬਣਾ ਕੇ ਆਏ ਹਾਂ। ਸੋ ਇਹ ਸਾਰੇ ਸਾਨੂੰ ਸੈਟ ਬਿਲਡਰ ਫਾਰਮ 'ਚ ਦਿੱਤੇ ਹੋਏ ਆ, ਅਸੀਂ ਇਹਨਾਂ ਨੂੰ ਰੋਸਟਰ ਫਾਰਮ ਦੇ ਵਿੱਚ ਚੇਂਜ ਕਰਨਾ ਵਾ, ਧਿਆਨ ਰੱਖਣਾ।
सो वेरी वेरी इंपॉर्टेंट ये सम सानू आने हैं इदां दे। सो ये असीं करते हैं स्टार्टिंग। फिफ्थ का फस्ट पार्ट देखो, ए दिता होया सानू, मैं लिखूंगा इन रोस्टर फॉर्म या सिंपली लिस्ट ऑल द एलिमेंट्स करूंगा, इन रोस्टर फॉर्म ही मैं लिख दूंगा इत्थे। कहता कि ऑड नैचुरल नंबर, ऑड नैचुरल नंबर किहड़े हुंदे आ, तुहानूं दस्सिया किहड़े-किहड़े हुंदे आ। एक तां नैचुरल नंबर, नैचुरल मतलब नैगेटिव नहीं लैणे असीं, 1 3 5 7 9 11 13 एंड सो ऑन, ये इदां ही चली जाना। सो वेरी ईजी, फस्ट सम साडा हो गया। सैकेंड पार्ट, सो सैकेंड पार्ट करते हैं असीं। कहता कि एक्स एक इंटीजर वा जिहड़ा इन्हां दोवां दे विच लाई करदा। सो ध्यान नाल देखना। सो पहला तो देख लेना कि नैचुरल इंटीजर की होंगे हैं। देखो इंटीजर असी उही होंगे जो नंबर लाइन से रिप्रजेंट करते हैं। वो किहड़े होंगे आ, 0 1 2 3 4 5, इधर फिर -1 -2 -3 -4 -5, इस तरीके नाल नंबर होंगे आ। वो कहते कि इन्हां दोवां नंबरां दे विच लाई करते हैं। देखो 1/2 का मतलब होंदा वा, ते तुहानूं पता होवे कि 1/2 लैस दैन एक्स ते लैस दैन 9/2, इसका मतलब बराबर तो नहीं करने। 1/2 का मतलब होंदा वा कि 0.5। देखो 0.5 कित्थे होएगा, वो भी माइनस का, साडे को इत्थे होएगा, इत्थे होंदा वा 0.5 माइनस। ध्यान नाल समझना, 0.5 माइनस का, ते 9/2 कितना होंदा वा, 9 नूं विच रख के 2 ते तकसीम करांगे, 4 दूनी 8 कट्टांगे तो 0.5 आ जाएगा। ये साडे कोल होंदा 4.5, 4.5 कित्थे होंदा, इत्थे। वो कहता ये इंटीजर किहड़े-किहड़े आउंदे आ। देखो एक तो इंटीजर आह आ गया 4, एक 3 आ गया, एक 2 आ गया, एक 1 आ गया, एक 0 आ गया इन्हां विच। सो इसदा मतलब इस सम दे विच साडे कोल की आएगा, रोस्टर फॉर्म दे विच साडे कोल बी दे विच किहड़े-किहड़े एलीमेंट आ जाणगे, लिस्ट करने असीं। एक तो साडे कोल 0 आ जाएगा, फिर 1 आ जाएगा, फिर 2 आ जाएगा, फिर 3 आ जाएगा, तो 4 आ जाएगा। ठीक है। सो इत्थे साडा जिहड़ा सम आ कंप्लीट हो जाएगा। ये साडी एक्सप्लेनेशन आ, ये तुसीं रफ वर्क दे विच ही करनी है, सारी करनी नहीं इस तरीके नाल। सो ये रफ वर्क दे विच तुसीं आइडिया हो जाएगा तुहानूं। सो 1/2 जिहड़ा हाफ हुंदा, हाफ 0.5 हुंदा वा, ਉਹਦੇ ਵਿੱਚ ਕਿਹੜੇ-ਕਿਹੜੇ ਇੰਟੀਜਰ ਆਉਂਦੇ ਆ, ਇੰਟੀਜਰ ਕਿਹੜੇ ਹੁੰਦੇ ਮੈਂ ਦੱਸ ਚੁੱਕਾ ਤੁਹਾਨੂੰ। ਉਸ ਤੋਂ ਬਾਅਦ ਅਗੇਨ ਇੰਟੀਜਰ ਵਾ, ਕਹਿੰਦਾ ਕਿਹੜੇ-ਕਿਹੜੇ ਇੰਟੀਜਰ ਵਾ ਦੁਨੀਆ 'ਚ ਜਿਹੜੇ ਇਹਨੂੰ ਸੈਟੀਸਫਾਈ ਕਰਦੇ। ਦੇਖੋ x ਸਕੁਅਰ ਲੈਸ ਦੈਨ ਇਕੁਅਲ ਟੂ 4, ਇੰਟੀਜਰ ਮੈਂ ਤੁਹਾਨੂੰ ਦੱਸਿਆ ਕਿਹੜੇ-ਕਿਹੜੇ ਹੁੰਦੇ ਆ, 0 ਹੁੰਦਾ ਵਾ, 1 ਹੁੰਦਾ ਵਾ, 2 ਹੁੰਦਾ ਵਾ, 3 ਹੁੰਦਾ ਵਾ, 4 ਹੁੰਦਾ ਵਾ, -1 ਹੁੰਦਾ ਵਾ, -2 ਹੁੰਦਾ ਵਾ, -3 ਹੁੰਦਾ। ਕਿਹੜੇ-ਕਿਹੜੇ ਇਹਨੂੰ ਸੈਟੀਸਫਾਈ, x ਦੀ ਵੈਲਿਊ ਕਿਹੜੀ ਭਰੀਏ ਅਸੀਂ। ਦੇਖੋ ਮੈਂ ਇੱਥੇ 0 ਭਰ ਦੇਵਾਂ x ਦੀ ਜਗ੍ਹਾ ਤੇ, ਤਾਂ 0 ਦਾ ਸਕੁਅਰ ਕਿੰਨਾ ਹੁੰਦਾ ਵਾ, 0 ਹੀ ਹੁੰਦਾ ਵਾ, ਹੈ ਨਾ। 0 ਦਾ ਸਕੁਅਰ ਅਸੀਂ ਇੱਥੇ ਗੱਲ ਕਰਾਂਗੇ, 0 ਦਾ ਸਕੁਅਰ ਲੈਸ ਦੈਨ ਇਕੁਅਲ ਟੂ 4। 0 ਦਾ ਸਕੁਅਰ ਮਤਲਬ 0 ਗੁਣਾ 0, 0 ਗੁਣਾ 0 0 ਹੀ ਹੁੰਦਾ। ਸੋ ਇਹ ਕੀ ਹੁੰਦਾ ਵਾ, 0 4 ਤੋਂ ਛੋਟਾ ਹੁੰਦਾ ਵਾ, ਇਹ ਟਰੂ ਹੁੰਦਾ ਵਾ। ਠੀਕ ਹੈ। ਸੋ ਇਸ ਕਰਕੇ 0 ਜਿਹੜਾ ਵਾ ਇਹਦੇ ਵਿੱਚ ਆ ਜਾਏਗਾ ਜਦੋਂ ਮੈਂ ਸਮ ਬਣਾਉਂਗਾ ਇੱਥੇ। ਸੋ ਮੈਂ ਲਿਖੂੰਗਾ ਇਨ ਰੋਸਟਰ ਫॉर्म। ਸੋ ਮੇਰੇ ਕੋ ਜਿਹੜਾ ਸੀ ਆ ਉਹਦੇ ਵਿੱਚ ਕੀ ਆ ਜਾਏਗਾ, ਇੱਕ ਤਾਂ 0 ਆ ਜਾਏਗਾ। ਠੀਕ ਹੈ, 0 ਆ ਗਿਆ। ਠੀਕ ਹੈ, 0 ਟਰੂ ਹੋ ਗਿਆ। ਹੋਰ ਮੈਂ ਦੇਖਾਂ, ਮੈਂ 1 ਦੀ ਗੱਲ ਕਰੂੰਗਾ, ਜਦੋਂ ਮੈਂ ਇੱਥੇ 1 ਭਰੂੰਗਾ, ਮੈਂ x ਦੀ ਜਗ੍ਹਾ ਤੇ ਇੱਥੇ 1 ਭਰੂੰਗਾ। 1 ਦਾ ਸਕੁਅਰ ਕਿੰਨਾ ਹੁੰਦਾ ਵਾ, ਲੈਸ ਦੈਨ ਇਕੁਅਲ ਟੂ 4। 1 ਦਾ ਸਕੁਅਰ ਕਿੰਨਾ ਹੁੰਦਾ, 1 1 ਲੈਸ ਦੈਨ ਇਕੁਅਲ ਟੂ 4 ਹੀ ਹੁੰਦਾ ਵਾ। ਸੋ ਮੈਂ ਇਹਨੂੰ ਰਬ ਕਰ ਦਵਾਂ, ਥੋੜਾ ਕਲੀਅਰਟੀ ਦਿਖਦਾ ਨਹੀਂ ਪਿਆ ਤੁਹਾਨੂੰ। ਸੋ 1 ਲੈਸ ਦੈਨ ਇਕੁਅਲ ਟੂ 4 ਹੀ ਹੁੰਦਾ ਵਾ। 1 4 ਤੋਂ ਛੋਟਾ ਹੁੰਦਾ, ਇਹਦਾ ਮਤਲਬ 1 ਵੀ ਆ ਜਾਏਗਾ। ਉਸ ਤੋਂ ਬਾਅਦ ਜੇ ਮੈਂ ਇੱਥੇ -1 ਭਰਾਂ, -1 ਦਾ ਸਕੁਅਰ, ਦੇਖੋ ਨੈਗੇਟਿਵ ਰਕਮ ਦਾ ਸਕੁਅਰ ਜਿਹੜਾ ਵਾ ਉਹ ਹਮੇਸ਼ਾ ਪੋਜ਼ਿਟਿਵ ਆਉਂਦਾ ਵਾ। -1 ਨੂੰ -1 ਨਾਲ ਗੁਣਾ ਕਰਾਂਗੇ ਅਸੀਂ, ਸਾਡੇ ਕੋਲ -1 ਨਹੀਂ ਆਏਗਾ, ਸਾਡੇ ਕੋਲ ਜਮਾ ਦਾ 1 ਹੀ ਆਏਗਾ। ਸੋ 1 ਅਗੇਨ 1 4 ਤੋਂ ਛੋਟਾ ਹੁੰਦਾ ਵਾ। ਸੋ ਇਹ ਵੀ ਟਰੂ ਹੋ ਜਾਏਗਾ। ਜਿਹੜੀ ਕੰਡੀਸ਼ਨ ਇਹਨੂੰ ਸੈਟੀਸਫਾਈ ਕਰ ਦੇਗੀ ਉਹ ਅਸੀਂ ਇਹਦੇ ਵਿੱਚ ਲਿਖੀ ਜਾਣਾ। ਇਹਦਾ ਮਤਲਬ ਇਹਦੇ ਵਿੱਚ -1 ਵੀ ਆ ਜਾਏਗਾ। ਉਸ ਤੋਂ ਬਾਅਦ 2 ਵੀ ਇਹਨੂੰ ਟਰੂ ਕਰ ਜਾਏਗਾ। 2 ਦਾ ਸਕੁਅਰ ਲੈਸ ਦੈਨ ਇਕੁਅਲ ਟੂ 4, ਹਾਂਜੀ 4 ਲੈਸ ਦੈਨ ਇਕੁਅਲ ਟੂ 4, ਕਿਉਂਕਿ ਇੱਥੇ ਬਰਾਬਰ ਹੈਗਾ। ਜੇ ਬਰਾਬਰ ਨਾ ਹੁੰਦਾ ਫਿਰ ਇਹ ਗਲਤ ਹੋ ਜਾਣਾ ਸੀ। ਸੋ ਇਹ ਸਹੀ ਆ। ਸੋ ਇਹਦੇ ਵਿੱਚ 2 ਵੀ ਆ ਜਾਏਗਾ, 4 ਨਹੀਂ ਆਏਗਾ ਜਿਹੜਾ ਅਸੀਂ x ਦੀ ਜਗ੍ਹਾ ਤੇ ਭਰਾਂਗੇ। ਸੋ 2 ਵੀ ਆ ਜਾਏਗਾ ਤੇ ਇਦਾਂ ਹੀ -2 ਵੀ ਆ ਜਾਏਗਾ। ਤੁਸੀਂ ਦੇਖੋ ਹੋਰ ਕੋਈ ਵੀ ਚੀਜ਼ ਜਿਹੜੀ ਇਹਨੂੰ ਸੈਟੀਸਫਾਈ ਨਹੀਂ ਕਰੇਗੀ, ਤੁਸੀਂ ਕਰਕੇ ਦੇਖ ਲਓ। ਤੁਸੀਂ ਇੱਥੇ 3 ਕਰਕੇ ਦੇਖ ਲਓ, ਮੈਂ 3 ਕਰਾ ਕੇ ਦਿਖਾਉਣਾ ਤੁਹਾਨੂੰ ਇੱਥੇ, ਉਹ ਸਾਡੇ ਕੋਲ ਗਲਤ ਆ ਜਾਏਗਾ। ਦੇਖੋ ਜੇ ਮੈਂ x ਦੀ ਜਗ੍ਹਾ ਤੇ 3 ਭਰਦਾ, 3 ਦਾ ਸਕੁਅਰ ਲੈਸ ਦੈਨ ਇਕੁਅਲ ਟੂ 4। 3 ਦਾ ਸਕੁਅਰ ਕਿੰਨਾ ਹੁੰਦਾ, 3 ਗੁਣਾ 3 ਮਤਲਬ 9 ਹੁੰਦਾ। 9 4 ਤੋਂ ਛੋਟਾ ਨਹੀਂ ਹੁੰਦਾ।
सो ये गलत हो जाता, इस करके होर कोई भी नंबर जिहड़ा इत्थे फिट नहीं पैना, सिर्फ आही 5 नंबर जिहड़े आ फिट पैने आ। सो ये तुहानूं ध्यान रखना पैना वा। सो साडा जिहड़ा ये लिस्ट हो गए इत्थे एलीमेंट सारे जिहड़े असीं कर सकदे साडे कोल इत्थे -2 ते -1। सो ये 5 एलीमेंट जिहड़े इहदे विच आ गए आ। सो ये साडा सम सीगा। सो उस तो बाद साडा फोर्थ सम असीं करांगे। सो फोर्थ फॉर्म मैं इत्थे कर दिंदा इन रोस्टर फॉर्म। सो डी साडे को आएगा, कहेगा लैटर लॉयल दे लैटर। देखो अगे भी आपां कीता होया, एल आ जाएगा, ओ आ जाएगा, वाई आ जाएगा, ए आ जाएगा। एल नहीं आएगा क्योंकि एल पहला ही लिखा होया वा, क्योंकि साडे सैट की डेफिनेशन कहती आ कि ਉਹਦੇ ਵਿੱਚ रिपीटेड नहीं करना सी। ਹੁਣ देखो अगला सम साडा वेरी इंपॉर्टेंट, सानू कहते किहड़े मंथ जिहड़े आ ਉਹਦੇ ਵਿੱਚ 31 डेज नहीं ਹੁੰਦੇ ਉਹ ਲਿਖਣੇ ਅਸੀਂ। सो वेरी ईजी आ। सो इन रोस्टर फॉर्म सो ਅਸੀਂ ਲਿਖਾਂਗੇ कि ई ਦੇ ਵਿੱਚ ਕਿਹੜੇ ਕਿਹੜੇ ਮੰਥ ਨੇਮ ਆਉਗੇ। देखो जनवरी ਦੇ 31 ਮੰਥ ਹੁੰਦੇ ਆ, ਅਸੀਂ ਨੋਟ ਲਿਖਣਾ। फैबररी ਦੇ 31 नहीं ਹੁੰਦੇ। उस तो बाद मार्च के 31 ਹੁੰਦੇ ਆ, ठीक है। अप्रैल के 31 नहीं ਹੁੰਦੇ। उस तो बाद मई के 31 ਹੁੰਦੇ ਆ, ठीक है। मई के 31 ਹੁੰਦੇ ਆ, जून के 31 नहीं ਹੁੰਦੇ। उस तो बाद जुलाई अगस्त के 31 ਹੁੰਦੇ ਆ, सितंबर के 31 नहीं ਹੁੰਦੇ। उस तो बाद अक्तूबर के 31 ਹੁੰਦੇ आ, नवंबर के अक्तूबर के 31 ਹੁੰਦੇ, नवंबर के 31 नहीं ਹੁੰਦੇ। सो नवंबर तक साडे कोल जिहड़ा इत्थे आ जाएगा। सो ये असीं एलीमेंट लिस्ट करते, वेरी ईजी। सो मैं तुहानूं दस्सिया सी इंग्लिश दे विच कॉन्सोनेंट हुंदे, अगला सम साडे कोल आ गया। इंग्लिश दे विच कॉन्सोनेंट हुंदे आ, प्रसीड दा मतलब हुंदा वा पहला, ठीक है। याद रखना प्रसीड दा मतलब हुंदा वा के तो पहला। देखो वॉवल मैं तुहानूं दस्सिया सी वॉवल हुंदे आ ते कॉन्सोनेंट हुंदे आ। ये सानू कॉन्सोनेंट की गल करता पिया। वॉवल सिर्फ 5 ही होंगे, ए ई आई ओ ते यू। हुण कहंदा के तो पहला पहला वाले कॉन्सोनेंट किहड़े। देखो ए इत्थे आ गया, बी आ जाएगा, सी आ जाएगा, डी आ जाएगा, ई इत्थे आ गया, एफ आ जाएगा, जी आ जाएगा, एच आ जाएगा, आई इत्थे आ गया, जे आ जाएगा, के नहीं आएगा क्योंकि के तो पहला पहला वाले लैने असीं। सो इसदा मतलब साडे कोल सिर्फ जे तक आ जाणगे। सो जदों असीं इहदा हल करांगे सो ईजीली साडे कोल आ जाएगा इन रोस्टर फॉर्म। साडे कोल एफ दे विच किहड़े किहड़े एलीमेंट आ जाणगे। साडे कोल एक तां बी आ जाएगा, फिर सी आ जाएगा, डी आ जाएगा, एफ आ जाएगा, जी आ जाएगा, एच आ जाएगा, तो जे आ जाएगा। सो इत्थे साडा ये सम जिहड़ा वा कंप्लीट हो जाएगा। सो ये साडा 5th सम सीगा। सो नैक्सट साडे कोल 6th सम आ, लास्ट सम इस एक्सरसाइज का। वीडियो काफ़ी लंबी होगी बट एक्सरसाइज कंप्लीट करके ही सानू समझ लगना सीगा। सो मैच का कॉलम आ साडे कोल, लैफ्ट ते आ रोस्टर फॉर्म, ठीक है। रोस्टर फॉर्म जिहड़ी लिस्ट की होवे ते इधरले बन्ने साडे कोल की आ प्राइम नंबर, ठीक है। सो मैं इन्हों मैच का कॉलम ही करना। सो वेरी ईजी आ। सो मैं इन्हूं थोड़ा जिहा डिक कर लेना ताकि तुहानूं आपां इत्थों ही करवा सकीए। देखो कहंदा प्राइम नंबर डिवाइजर ऑफ 6। देखो ये जे गल करोगे की आऊगा, डिवाइजर ऑफ 6 मैं दस्सिया सी डिवाइड करते होण 6 तो छोटे। 6 नूं किहड़ा किहड़ा डिवाइड करदा, 1 भी कर दिंदा, 2 भी कर दिंदा, 3 भी कर दिंदा ते 6 करदा, होर कोई डिवाइड नहीं करदा। इहनूं 1 पूरा पूरा डिवाइड कर दिंदा, 2 कर दिंदा, 3 कर दिंदा, 4 1 ਜਾਂ 4 4 2 ਜਾਂ 8 आ जांदा। 6 नूं डिवाइड नहीं करदा। 5 1 ਜਾਂ 5 5 2 ਜਾਂ 10 आ जांदा, वो डिवाइड नहीं करदा। सो ਇਹਦਾ मतलब इन्हां विचों प्राइम किहड़े आ, ਉਹ ਕਹਿੰਦਾ प्राइम आ। ਇਹਦਾ मतलब ਇਹ 'ਚ सिर्फ 2 ਤੇ 3 प्राइम आ। सो ਇਹਦਾ मतलब ਇਹਦਾ मतलब ਕੀ ਨਿਕਲਦਾ ਵਾ 2 ਤੇ 3। ਅਸੀਂ ਰਫ वर्क 'ਚ करना जस्ट कि ਇਹਦਾ मतलब 2 ਤੇ 3 निकलदा, ठीक है। उस तो बाद ਅਸੀਂ देख ਲਾਂਗੇ कि 2 ਦਾ 3 ਇੱਥੇ ਲਿਖਿਆ। ਇਹਦਾ मतलब ਜਿਹੜਾ ਜੇ ਮੈਂ ਇਹਨੂੰ ਸੋਲੂਸ਼ਨ ਕਰਾਂ ਇੱਥੇ ਤਾਂ ਮੈਂ फस्ट सैकेंड थर्ड तो 4th इदा लिख देव, इधरले बन्ने ए लिख देव, बी लिख देव, तो इत्थे सी लिख देव, तो डी लिख देव, ठीक है। सो इसका मतलब जो सैकेंड वा वो साडा इत्थे चल जाएगा ए ते, इहदा एरो जिहड़ा वा वो ए ते आ जाएगा इस तरीके नाल। क्लीयर। सो उस तो बाद देखो मैथमैटिक्स तो क्लीयरली हो गया कि इहदा ही होएगा। आ जिहड़ा तीजा पार्ट वा साडा डी ते जाएगा। सो थर्ड पार्ट जिहड़ा साडा वो डी ते चल जाएगा। सो ईजीली सानू पता लग जाएगा कि ये तो साडा बिल्कुल, या तुसीं इहदे मगर लिख सकते हैं कि थर्ड वा, ठीक है। उस तो बाद सानू आ भी पता लग गया ये किहड़ा साडा सैकेंड वा। उस तो बाद देखो असीं आ चैक करांगे, कहंदा नैचुरल नंबर डिवाइजर ऑफ 6। हुण देखो प्राइम नंबर नहीं कहा, डिवाइजर ऑफ 6 किन्ने हुंदे आ 1 2 3 4 6 सॉरी 1 2 3 6।
ਇਹ ਇਹਦੇ ਡਿਵਾਈਜ਼ਰ ਹੁੰਦੇ ਆ, ਨੈਚੁਰਲ ਨੰਬਰ ਵੀ ਹੁੰਦੇ, ਕਿਉਂਕਿ ਨੈਚੁਰਲ ਨੰਬਰ ਦੇ ਵਿੱਚ ਕੀ ਆਉਂਦਾ 1 2 3 4 5 6 ਸਾਰੇ 7 8 9 10 ਇਦਾਂ ਨੰਬਰ ਆਉਂਦੇ ਆ। ਸੋ ਇਹ ਕਿਹੜੇ ਆ ਜਾਣਗੇ, ਆਹ ਵਾਲੇ। ਫਿਰ ਇਹਦਾ ਮਤਲਬ ਇਹ ਵਾਲਾ ਨੰਬਰ ਕਿੱਥੇ ਆ ਜਾਏਗਾ, ਇੱਥੇ ਆ ਜਾਏਗਾ, ਸੀ ਤੇ ਆ ਜਾਏਗਾ। ਸੋ ਸਾਡਾ ਇਹ ਵੀ ਹੋ ਗਿਆ। ਇਹਦਾ ਮਤਲਬ ਪਹਿਲਾ ਸਾਡਾ ਕਿੱਥੇ ਆ ਜਾਏਗਾ, ਸੀ ਤੇ ਆ ਜਾਏਗਾ। ਸੋ ਚੌਥਾ ਤਾਂ ਸਾਡਾ ਫਿਰ ਪੱਕਾ ਹੋ ਗਿਆ, ਬੀ ਤੇ ਜਾਏਗਾ, ਬਟ ਅਸੀਂ ਫਿਰ ਵੀ ਸਮਝ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਹੋਏਗਾ। ਸੋ ਦੇਖੋ ਜਿਹੜਾ ਇਹ ਸਾਡਾ ਆ ਰਹਿ ਗਿਆ, ਕਹਿੰਦਾ ਔਡ ਨੰਬਰ ਲੈਸ ਦੈਨ 10। ਔਡ ਨੰਬਰ ਲੈਸ ਦੈਨ 10 ਕਿਹੜੇ ਹੁੰਦੇ ਆ, 1 3 5 7 9। ਇਹਦਾ ਮਤਲਬ ਇਹ ਆਹ ਹੀ ਹੋਏਗਾ। ਸੋ ਸਾਡਾ ਇਹ ਵਾਲਾ ਇੱਥੇ ਆ ਜਾਏਗਾ। ਸੋ ਅਸੀਂ ਇੱਥੋਂ ਇਹਨੂੰ ਇਸ ਤਰੀਕੇ ਨਾਲ ਇੱਥੇ ਕਰ ਸਕਦੇ ਹਾਂ। ਤੁਸੀਂ ਇਹਨੂੰ ਲਿਖ ਸਕਦੇ ਆ ਕਾਲਮ ਫਸਟ, ਜਦੋਂ ਸੋਲੂਸ਼ਨ ਕਰਨਾ ਕਾਲਮ ਫਸਟ, ਇਹ ਹੋ ਜਾਏਗਾ ਕਾਲਮ ਸੈਕੰਡ। ਸੋ ਇਹ ਸੀਗੀ ਸਾਡੀ ਫਸਟ ਐਕਸਰਸਾਈਜ਼ ਜਿਹੜੀ ਅਸੀਂ ਕੰਪਲੀਟ ਕਰ ਚੁੱਕੇ ਹਾਂ। ਸੋ ਤੁਸੀਂ ਇਹਨੂੰ ਥੋਰਲੀ ਦੇਖੋ, ਸਮਝੋ। ਜਿਵੇਂ ਜਿਵੇਂ ਤੁਸੀਂ ਇਹਨੂੰ ਇੱਕ ਦੋ ਵਾਰੀ ਦੇਖੋਗੇ, ਵੈਸੇ ਤਾਂ ਮੈਂ ਬਹੁਤ ਵਿਸਥਾਰ ਦੇ ਵਿੱਚ ਤੁਹਾਨੂੰ ਕਰਾਇਆ ਵਾ। ਜੇ ਤੁਸੀਂ ਕਿਤੇ ਆਪਣਾ ਹੋਰ ਧਿਆਨ ਨਹੀਂ ਰੱਖੋਗੇ ਤਾਂ ਤੁਹਾਨੂੰ ਇਹ ਪ੍ਰੋਪਰਲੀ ਸਮਝ ਲੱਗੇਗਾ। ਆਪਣੀ ਨੋਟਬੁੱਕ ਤੇ ਤਾਰ ਲਓ ਤਾਂ ਕਿ ਤੁਸੀਂ ਉਹਨੂੰ ਦੁਬਾਰਾ ਉੱਤੋਂ ਰਿਵਾਈਜ਼ ਕਰੋ, ਪ੍ਰੋਪਰਲੀ ਤੁਹਾਨੂੰ ਸਮਝ ਆਏਗਾ। ਮੈਂ ਤੁਹਾਨੂੰ ਸੈੱਟ ਕਰਾ ਚੁੱਕਾ ਵਾਂ, ਸੈੱਟ ਦੀ ਡੈਫੀਨੇਸ਼ਨ ਕਰਵਾ ਚੁੱਕਾ, ਉਸ ਤੋਂ ਬਾਅਦ ਉਹਦੀ ਰਿਪਰੈਜ਼ੈਂਟੇਸ਼ਨ ਕਰਵਾ ਚੁੱਕਾ, ਫਿਰ ਉਹਦੀ 1.1 ਐਕਸਰਸਾਈਜ਼ ਕੰਪਲੀਟ ਕਰ ਚੁੱਕੇ ਹਾਂ। ਸੋ ਇਹ ਜਿਹੜੀ ਵੀਡੀਓ ਇੱਥੇ ਤੱਕ ਹੀ। ਸੋ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਨਾਲ, ਜਿਹਦੇ ਵਿੱਚ ਅਸੀਂ 1.2 ਐਕਸਰਸਾਈਜ਼ ਕਵਰ ਕਰਾਂਗੇ ਤੇ ਉਹਦੀ ਕੁਝ ਥਿਊਰੀ ਵਗੈਰਾ ਅਸੀਂ ਕਵਰ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਥੈਂਕਸ ਟੂ ਆਲ।